ਰਸੋਈ ਦੇ ਵਿੱਚ ਅੱਜ ਸਾਡੇ ਕੋਲੇ ਕਣਕ ਤੋਂ ਬਿਨਾਂ ਸਾਡੇ ਖੇਤ 'ਚੋਂ ਕੀ ਆਉਂਦਾ। ਜਦੋਂ ਮੈਂ ਸਾਰਾ ਕੁਝ ਬਾਜ਼ਾਰੋਂ ਖਰੀਦ ਕੇ ਲਿਆਉਂਗਾ ਮੈਂ ਅੰਨਦਾਤਾ ਥੋੜ੍ਹਾ ਰਹਿ ਗਿਆ। ਜੇ ਅਸੀਂ ਕਹੀਏ ਵੀ ਪੰਜਾਬ ਦੇ ਵਿੱਚ ਇੰਨੀ ਬੇਰੁਜ਼ਗਾਰੀ ਹੈ, ਬੇਰੁਜ਼ਗਾਰੀ ਨਹੀਂ ਹੈਗੀ, ਵਿਹਲੜਪਣ ਹੈ। 93 ਰੁਪਏ ਤੇਲ ਹੋ ਗਿਆ, ਅਗਲਾ 103 ਕਰ ਦੂ, ਸਾਡਾ ਤਾਂ ਸਾਰੇ ਕੁਝ ਨਿਕਲ ਗਿਆ ਜੇ ਰੇਟ ਦੇ ਵੀ ਦੇਣਗੇ ਸਾਨੂੰ। ਕਿਸਾਨ ਯੂਨੀਅਨ ਤਾਂ ਅਸਲ ਦੇ ਵਿੱਚ ਮੈਨੂੰ ਤਾਂ ਲੱਗਦਾ ਵੀ ਸਾਡੀ ਕਿਸਾਨ ਯੂਨੀਅਨ ਨੇ ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਕਿਸਾਨ ਪੱਖੀ ਮੰਗ ਕੋਈ ਰੱਖੀ ਹੋ ਨਹੀਂ। ਗੁਰਦੁਆਰੇ ਸਾਡੇ ਅਸੀਂ ਕਹਿੰਦੇ ਸਿੱਖਾਂ ਦੇ ਗੁਰਦੁਆਰੇ ਨੇ, ਸਿੱਖਾਂ ਤੋਂ ਉੱਥੇ ਕੁਝ ਵੀ ਨਹੀਂ ਜਾਂਦਾ, ਸਿਰਫ ਦਾਨ ਹੀ ਜਾਂਦਾ, ਉਹਦੇ ਨਾਲ ਇਲੈਕਸ਼ਨਾਂ ਲੜ ਲੈਂਦੇ ਨੇ ਲੀਡਰ। ਗੱਲਾਂ ਬਾਤਾਂ ਕਰਦੇ ਕਰਦੇ ਜਿਵੇਂ ਤੁਸੀਂ ਗੱਲਾਂ ਕਰਦੇ ਹੋ, ਕਹਿੰਦੇ ਵੀ ਸਾਨੂੰ ਇਹੋ ਜਿਹੇ ਲੇਖ ਚਾਹੀਦੇ ਨੇ ਪੰਜਾਬ ਦੀ ਹਾਲਾਤ 'ਤੇ, ਤੁਸੀਂ ਲੇਖ ਲਿਖ ਦਿਓ ਕੋਈ। ਮੈਂ ਯਾਰ ਜੇ ਮੈਂ ਲੇਖ ਲਿਖਤਾ ਕਿਸੇ ਨੇ ਨਹੀਂ ਛਾਪਣਾ। ਮੈਂ ਕਿਹਾ ਮੈਂ ਉਹਨੂੰ ਕਹਾਂ ਵੀ ਉਹਨੂੰ ਕਹੇ ਵੀ ਆਹੀ ਛਾਪ ਦੇ, ਬਾਕੀ ਸਾਰਾ ਛੱਡ ਦੇ। ਕਿਸੇ ਨੇ ਨਹੀਂ ਛਾਪਿਆ। ਜਿਹੜੇ ਬੜੀਆਂ ਬੜੀਆਂ ਡਿੰਗਾਂ ਮਾਰਦੇ ਨੇ ਨਾ ਪੱਤਰਕਾਰ ਜਾਂ ਪ੍ਰੈਸ ਵਾਲੇ, ਅਸੀਂ ਪੰਜਾਬ ਪੱਖੀਆਂ, ਪੰਜਾਬ ਦੀ ਆਵਾਜ਼ ਵੀ ਕਹਿੰਦੇ ਨੇ ਕਈ ਆਪਣੇ ਆਪ ਨੂੰ, ਸਮਝੇ ਗਏ ਹੋਵੋਗੇ ਤੁਸੀਂ। ਉਹ ਜਿਹੇ ਦੇ ਵੀ ਹੱਥ ਖੜੇ ਹੋ ਗਏ। ਪਰ ਤੁਹਾਡੇ ਅਸੀਂ ਬੋਲ ਨਹੀਂ ਕੱਟਦੇ, ਅਸੀਂ ਤੁਹਾਡੇ ਬੋਲ ਹੀ ਰੱਖਾਂਗੇ। ਤੇ ਮੇਰਾ ਜ਼ਿਆਦਾ ਕਰਜ਼ਾ ਅਸਲ ਦੇ ਵਿੱਚ ਸਾਗ ਰੋਟੀ ਨਹੀਂ ਉਤਾਰਿਆ। 80 ਥਾਲੀਆਂ ਲੱਗ ਗਈਆਂ, 15 ਚੌਕਾ 60,000 ਰੁਪਇਆ ਮਹੀਨਾ ਸਾਡੀ ਐਕਸਟਰਾ ਇਨਕਮ ਹੋ ਗਈ। ਉਹਨੇ ਫਿਰ ਸਾਡਾ ਕਰਜ਼ਾ ਉਡਾਤਾ ਧਰ ਕੇ। ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬ ਦੇ ਵਿੱਚ ਜਦੋਂ ਪਹਿਲਾਂ ਬਜ਼ੁਰਗ ਖੇਤੀ ਕਰਦੇ ਸੀ ਤਾਂ ਉਦੋਂ ਸਾਰੀ ਕੁਦਰਤੀ ਖੇਤੀ ਕਰਦੇ ਸੀ। ਕੁਦਰਤੀ ਖੇਤੀ ਕਰਨ ਵਾਲਾ ਕੋਈ ਵਿਲੱਖਣ ਨਹੀਂ ਸੀਗਾ ਕਿ ਕੋਈ ਆਪਾਂ ਖਾਸ ਬੰਦਾ ਨਹੀਂ ਮੰਨਿਆ ਜਾਂਦਾ ਸੀ, ਕਿਉਂਕਿ ਸਾਰੇ ਹੀ ਕੁਦਰਤੀ ਖੇਤੀ ਕਰਦੇ ਸੀ। ਪਰ ਅੱਜ ਦੇ ਸਮੇਂ ਜਦੋਂ ਰੇਹਾਂ ਸਪਰੇਹਾਂ ਅਗਰੀ ਦੀਆਂ ਹੋ ਗਈਆਂ, ਆਪਾਂ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਝਾੜ ਲੈਣ ਲਈ ਖਾਦਾਂ ਪਾਉਣੇ ਆ। ਪਰ ਅੱਜ ਦੇ ਸਮੇਂ ਜੇਕਰ ਕੋਈ ਕੁਦਰਤੀ ਖੇਤੀ ਕਰਦਾ ਹੈ ਤਾਂ ਉਹ ਸਭ ਨਾਲੋਂ ਵੱਖਰਾ ਹੈ। ਠੀਕ ਹੈ, ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਮਿਹਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲੋਕ ਵੀ ਕਹਿੰਦੇ ਆ ਵੀ ਆਹ ਕੀ ਵੱਖਰਾ ਕੰਮ ਕਰੀ ਜਾਂਦਾ। ਪਰ ਹੁਣ ਜਦੋਂ ਉਹ ਚੰਗੀ ਸਿਹਤ ਧਰਤੀ ਦੀ ਤੇ ਆਪਣੀ ਤੇ ਲੋਕਾਂ ਲਈ ਵੀ ਜਦੋਂ ਉਹ ਪੈਦਾ ਕਰਦੇ ਆ ਤਾਂ ਬਹੁਤ ਵੱਡੀ ਗੱਲ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਗੁਰਮੇਲ ਸਿੰਘ ਜੀ ਹੁਣਾਂ ਨਾਲ। ਇਹ ਪਟਿਆਲੇ ਜ਼ਿਲ੍ਹੇ ਦਾ ਗੁਣੀ ਕੇ ਪਿੰਡ ਆ, ਉੱਥੋਂ ਦੇ ਰਹਿਣ ਵਾਲੇ ਆ। ਇਹ ਪਿਛਲੇ ਲੰਬੇ ਸਮੇਂ ਤੋਂ ਕੁਦਰਤ ਦੀ ਖੇਤੀ ਕਰ ਰਹੇ ਆ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਪੂ ਬੜਾ ਵਧੀਆ ਲੱਗਦਾ, ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਨਾ। ਹੁਣ ਪਹਿਲਾਂ ਤਾਂ ਸਾਰੇ ਹੀ ਕਰਦੇ ਸੀ ਕੁਦਰਤੀ ਖੇਤੀ, ਪਰ ਹੁਣ ਜੇ ਕੋਈ ਕੁਦਰਤੀ ਖੇਤੀ ਕਰਦਾ ਤਾਂ ਐਂ ਲੱਗਦਾ ਵੀ ਯਾਰ ਇਹਦੇ ਕੋਲੇ ਸਭ ਕੁਝ, ਕਿਉਂਕਿ ਦੂਰੋਂ ਦੂਰੋਂ ਲੋਕ ਵੀ ਤੁਹਾਨੂੰ ਮਿਲਣ ਆਉਂਦੇ ਹੋਣਗੇ ਤੇ ਪਿੰਡ ਦੇ ਵੀ। ਹੁਣ ਪਹਿਲਾਂ ਮੈਨੂੰ ਤੁਸੀਂ ਨਾ ਐਂ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਕਾਹਤੋਂ ਐਂ ਆ ਗਿਆ? ਕਿਉਂਕਿ ਪਹਿਲਾਂ ਤਾਂ ਆਪਾਂ ਕੈਮੀਕਲ ਵਾਲੀ ਕਰਦੇ ਹੋਵਾਂਗੇ, ਰਸਾਇਣਕ ਕਰਦੇ ਹੋਵਾਂਗੇ, ਮਨ ਦੇ ਵਿੱਚ ਕਿਵੇਂ ਆ ਗਿਆ ਕਿ ਕੁਦਰਤੀ ਕਰਨ ਲੱਗ ਜਾਈਏ? ਮੈਂ ਪਹਿਲਾਂ ਨਾ ਇੰਡਸਟਰੀ ਦੇ ਵਿੱਚ ਇਲੈਕਟ੍ਰੀਸ਼ੀਅਨ ਰਿਹਾ। ਅੱਛਾ। 2000 ਦੇ ਵਿੱਚ ਮੈਂ ਨੌਕਰੀ ਛੱਡ ਕੇ ਖੇਤੀ ਸ਼ੁਰੂ ਕਰਤੀ ਆ ਕੇ। ਮੈਂ ਵੀ ਆਲੇ ਦੁਆਲੇ ਦੇਖ ਕੇ, ਭਾਈਆਂ ਦੇ ਨਾਲ ਦੇਖ ਕੇ ਉਵੇਂ ਜਿਵੇਂ ਪੂਰਾ ਜ਼ੋਰ ਲਾਇਆ ਰੇਹ ਤੇ ਸਪਰੇਅ ਤੇ। ਤੇ ਮੈਂ 2006 ਤੱਕ ਕੈਮੀਕਲ ਖੇਤੀ ਕੀਤੀ। ਅੱਛਾ। ਉਹ 2006 ਦੇ ਵਿੱਚ 6 ਸਾਲਾਂ ਦੇ ਵਿੱਚ ਮੈਂ 6-7 ਲੱਖ ਰੁਪਏ ਦਾ ਕਰਜ਼ਾਈ ਹੋ ਗਿਆ। ਅੱਛਾ। ਕਿਉਂਕਿ ਕੋਈ ਸੰਦ ਬਣਾਏ, ਉਹਨਾਂ ਵਾਂਗੂ ਦੇਖ ਕੇ ਅਸੀਂ ਵੀ ਹਿਸਾਬ ਕਿਤਾਬ ਨਾਲ ਕੀਤਾ ਵੀ ਕਿੱਧਰ ਨੂੰ ਜਾਂਦਾ, ਹਿਸਾਬ ਕੀ ਹੈ, ਸਾਡੇ ਕੋਲ ਕੁਝ ਬਚਦਾ ਵੀ ਹੈ ਜਾਂ ਨਹੀਂ। ਜਦੋਂ 6 ਕਿਉਂਕਿ ਜਿਹੜੀ ਹੈਗੀ ਸੀ ਦੇਣ ਲੈਣ ਬਜ਼ੁਰਗਾਂ ਕੋਲੇ ਸੀ, ਉਹ ਜਦੋਂ ਮੈਨੂੰ ਪਤਾ ਲੱਗਿਆ ਵੀ ਅਸੀਂ ਇੱਥੇ ਪਹੁੰਚ ਗਏ, 6 ਲੱਖ ਦਾ ਕਰਜ਼ਾ ਹੋ ਗਿਆ ਜੁੰਮੇ, ਤੇ ਮੈਂ ਸੋਚਿਆ ਵੀ ਇਹ ਜੋ ਅਸੀਂ ਜਿਹੜਾ ਸਾਡਾ ਇਹ ਖੇਤੀ ਦਾ ਮਾਡਲ ਹੈ ਜੋ ਮੈਂ ਅਡੋਪਟ ਕਰਿਆ, ਇਹ ਗਲਤ ਹੈ। ਅੱਛਾ। ਕਿਉਂਕਿ ਇਹ 'ਚ ਬਚਦਾ ਕੁਝ ਰਿਹਾ ਨਹੀਂ, ਪੱਲਿਓਂ ਪੈ ਰਿਹਾ। ਜੇ ਇਸ ਨੂੰ ਹੋਰ ਅੱਗੇ ਵਧਾਵਾਂਗੇ ਤਾਂ ਹੋਰ ਕਰਜ਼ੇ ਹੁੰਦੇ ਤੁਰੇ ਜਾਵਾਂਗੇ। ਅਖੀਰ ਨੂੰ ਇਹ ਪੋਜੀਸ਼ਨ ਆ ਜਾਊਗੀ ਵੀ ਜ਼ਮੀਨ ਵੇਚਣੀ ਪੈ ਜਾਣੀ ਹੈ। ਬਿਲਕੁਲ, ਕਰਜ਼ਾ ਵਧ ਰਿਹਾ ਰੋਜ਼। ਤੇ ਫਿਰ ਮੈਂ ਸੋਚਿਆ ਵੀ ਸਾਨੂੰ ਕੋਈ ਰਸਤਾ ਹੋਰ ਅਖਤਿਆਰ ਕਰਨਾ ਪੈਣਾ। ਮੇਰੇ ਕੋਲ ਫਿਰ ਇਹੀ ਰਸਤਾ ਸੀ ਵੀ ਮੈਂ ਜਿਹੜੇ ਬਾਹਰੋਂ ਆਊਟਪੁੱਟ ਹੈ ਖੇਤੀ ਦੇ ਵਿੱਚ ਮੈਂ ਉਹ ਬੰਦ ਕਰ ਦਿਆਂ। ਮਤਲਬ ਜਿਹੜੇ ਖਰਚੇ ਹੁੰਦੇ ਆ ਉਹ ਘਟਾਈਏ। ਖਰਚੇ ਘਟਾਈਏ ਤੇ ਇਨਕਮ ਵਧਾਈਏ। ਉਹਦੇ ਵਿੱਚ ਮੈਨੂੰ ਇਹੀ ਪਤਾ ਲੱਗਿਆ ਵੀ ਅਸੀਂ ਜੇ ਖਰਚੇ ਘਟਾਉਣੇ ਨੇ ਤਾਂ ਸਾਨੂੰ ਜਿਹੜਾ ਅਸੀਂ ਬਾਹਰੋਂ ਲੈ ਕੇ ਪਾਉਂਦੇ ਹਾਂ ਯੂਰੀਆ, ਡਾਇਆ, ਸਪਰੇਆਂ ਵਗੈਰਾ, ਇਹਨੂੰ ਬੰਦ ਕਰੋ। ਇਹ ਤੋਂ ਬਿਨਾਂ ਖੇਤੀ ਸ਼ੁਰੂ ਕਰੋ, ਉਹਦੇ ਵਿੱਚ ਕਾਫੀ ਫਾਇਦੇ ਹੋਣਗੇ। ਚਲੋ ਅਚਾਨਕ ਮੈਂ ਅਜੇ ਸੋਚ ਰਿਹਾ ਸੀ, ਮੈਨੂੰ ਇੱਕ ਕੋਈ
ਵਰਕਸ਼ਾਪ ਅਟੈਂਡ ਕਰਨ ਦਾ ਮੌਕਾ ਮਿਲ ਗਿਆ। ਮੇਰੇ ਕਿਸੇ ਦੋਸਤ ਨੇ ਮੈਨੂੰ ਬੁਲਾ ਲਿਆ। ਅੱਛਾ। ਭਵਾਨੀਗੜ੍ਹ ਇੱਕ ਮੀਟਿੰਗ ਹੋਈ, ਕੁਦਰਤੀ ਖੇਤੀ ਤੇ ਵਰਕਸ਼ਾਪ ਸੀਗੀ ਚੱਲਦੀ। ਅਸੀਂ ਉਹ ਅਟੈਂਡ ਕੀਤੀ ਤੇ ਮੈਂ ਆਪਣਾ ਮਨ ਬਣਾ ਕੇ ਮੈਂ ਇੱਧਰ ਖੇਤੀ ਸ਼ੁਰੂ ਕਰਤੀ। ਉਹਦੇ ਵਿੱਚ ਫਿਰ ਪਰਿਵਾਰਕ ਵਿਰੋਧ ਹੋਣਾ ਸ਼ੁਰੂ ਹੋ ਗਿਆ। ਅੱਛਾ। ਜਦੋਂ ਅਸੀਂ ਖੇਤੀ ਸ਼ੁਰੂ ਕਰੀ, ਫਸਲ ਮਾੜੀ ਰਹਿ ਗਈ ਸਾਡੀ, ਕਿਉਂਕਿ ਮੈਨੂੰ ਵੀ ਜਾਣਕਾਰੀ ਨਹੀਂ ਸੀ। ਇਹ ਕਈ ਵਾਰ ਆਪਣੇ ਨਾ ਲੋਕ ਵੀ ਤੇ ਘਰ ਦੇ ਵੀ ਐਂ ਕਹਿਣ ਲੱਗ ਜਾਂਦੇ ਵੀ ਆ ਗਿਆ ਵੱਡਾ ਵਿਗਿਆਨੀ, ਹੁਣ ਇਹ ਨਵੇਂ ਤਰੀਕੇ ਨਾਲ ਹਾਂ, ਮੈਨੂੰ ਵਿਗਿਆਨੀ ਵੀ ਕਹਿੰਦੇ ਆ, ਡਾਕਟਰ ਵੀ ਕਹਿੰਦੇ ਆ, ਅੰਗਰੇਜ਼ ਵੀ ਕਹਿੰਦੇ ਆ, ਕਾਫੀ ਮੇਰੇ ਨਾਂ ਲੋਕਾਂ ਨੇ ਰੱਖੇ ਹੋਏ ਨੇ ਵੱਖਰੇ ਵੱਖਰੇ, ਜਿਹਾ ਜਿਹਾ ਜਿਹਨੂੰ ਠੀਕ ਲੱਗਦਾ ਕਹਿ ਜਾਂਦਾ। ਜਾਣੀ ਉਦੋਂ ਦੀ ਪਿਰਤ ਪਈ ਹੈ। ਤੁਹਾਡੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਤਾਂ ਇੰਜ ਲੱਗਦਾ ਹੋਊਗਾ ਵੀ ਯਾਰ ਕਿਤੇ ਗਲਤ ਪੈਰ ਤਾਂ ਨਹੀਂ ਪੱਟ ਲਿਆ? ਨਹੀਂ, ਮੈਨੂੰ ਪਤਾ ਸੀ ਵੀ ਮੈਂ ਕਿਉਂਕਿ ਮੈਂ ਤਜਰਬਾ ਦੇਖ ਚੁੱਕਿਆ ਸੀ ਨਾ। ਅੱਛਾ, ਲੋਕਾਂ ਨੇ ਕੀਤਾ ਹੋਇਆ? ਨਹੀਂ, ਆਪਣਾ ਕਰਿਆ, ਮੇਰੇ ਨਾਲ ਆਪਣੇ ਨਾਲ ਬੀਤੀ ਨਾ। ਮੈਂ 6 ਲੱਖ ਦਾ ਕਰਜਾਈ। ਅੱਛਾ, ਹਾਂ, ਇਹ ਤਜਰਬਾ ਦੇਖ ਲਿਆ ਸੀ ਵੀ ਰਸਾਇਣਕ ਨਾਲ ਕਿਹੜਾ ਫਾਇਦਾ ਕੋਈ ਵੀ ਫਾਇਦਾ ਕੀ ਹੈ। ਤੇ ਫਿਰ ਹੋਰਾਂ ਦਾ ਵੀ ਦੇਖਿਆ ਵੀ ਇਹ ਵੀ ਇਸੇ ਕਰਕੇ ਹੋ ਰਹੇ ਨੇ। ਚਲੋ ਉੱਥੋਂ ਫਿਰ ਮੈਂ ਸਾਰਾ ਖੇਤ ਸ਼ੁਰੂ ਕਰਤਾ। ਜਦ ਫਸਲ ਮਾੜੀ ਰਹੀ ਤੇ ਪਰਿਵਾਰਕ ਵਿਰੋਧ ਸ਼ੁਰੂ ਹੋਇਆ। ਵਿਰੋਧ ਵੀ ਇੰਨਾ ਕੁ ਸ਼ੁਰੂ ਹੋਇਆ, ਰਿਸ਼ਤੇਦਾਰ ਇਕੱਠੇ ਹੋਏ, ਮੈਨੂੰ 6 ਮਹੀਨੇ ਘਰ ਛੱਡਣਾ ਪਿਆ। ਅੱਛਾ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਮੈਂ ਜੇ ਖੇਤੀ ਕਰੂੰ ਤਾਂ ਇਹੀ ਕਰੂੰਗਾ ਕੁਦਰਤੀ, ਨਹੀਂ ਕਰਦਾ ਨਹੀਂ। ਫਿਰ ਮੇਰੇ ਕੋਲ ਆਪਸ਼ਨ ਬਹੁਤ ਹੈਗੀਆਂ, ਮੈਨੂੰ ਕੰਮ ਕਈ ਆਉਂਦੇ ਸੀਗੇ ਜ਼ਿੰਦਗੀ ਦੇ ਵਿੱਚ, ਮੈਂ ਕਈ ਕੰਮ ਸਿੱਖੇ। ਫਿਰ ਕਿੱਥੇ ਰਹੇ 6 ਮਹੀਨੇ? 6 ਮਹੀਨੇ ਮੈਂ ਪਟਿਆਲੇ ਡੇਅਰੀ ਫਾਰਮ ਸ਼ੁਰੂ ਕਰ ਲਿਆ ਜਾ ਕੇ। ਅੱਛਾ। ਲੋਕਾਂ ਨੂੰ ਕੰਮ ਸ਼ੁਰੂ ਕਰਨਾ ਔਖਾ ਹੁੰਦਾ, ਮੈਨੂੰ ਛੱਡਣਾ ਔਖਾ ਹੋਇਆ ਡੇਅਰੀ ਫਾਰਮ। ਅੱਛਾ। ਕਿਉਂਕਿ ਫਿਰ ਘਰੋਂ ਕਹਿੰਦੇ ਬੇਟੇ ਦਾ ਵਿਆਹ ਆ ਗਿਆ, ਕਹਿੰਦੇ ਵੀ ਤੂੰ ਆ ਜਾ ਵਾਪਸ। ਮੈਂ ਕਿਹਾ ਵੀ ਮੈਂ ਵਾਪਸ ਆਊਂਗਾ ਤਾਂ ਮੈਂ ਕੁਦਰਤੀ ਖੇਤੀ ਕਰੂੰ। ਕਹਿੰਦੇ ਥੋੜ੍ਹੀ ਕਰ ਲੈ। ਮੈਂ ਕਿਹਾ ਕਿੰਨੀ ਕਰਾਂ? ਅੱਧੀ ਕਰ ਲਵਾਂ? ਕਹਿੰਦੇ ਅੱਧੀ ਕਰ ਲੈ। ਮੈਂ 6 ਮਹੀਨੇ ਅੱਧੀ ਕਰੀ। ਅਗਲੇ ਸਾਲ ਫਿਰ ਸਾਰਾ ਖੇਤ ਸ਼ੁਰੂ ਕਰਤਾ। 6 ਕਿੱਲੇ ਨੇ ਮੇਰੇ ਕੋਲ, 6 ਦੇ 6 ਹੀ ਹੁਣ ਮੇਰੇ ਕੋਲ ਆਰਗੈਨਿਕ ਨੇ, ਤਕਰੀਬਨ 13 ਸਾਲਾਂ ਤੋਂ। ਅੱਛਾ। ਸ਼ੁਰੂ ਤਾਂ ਮੈਨੂੰ 15 ਸਾਲ ਤੋਂ ਕੀਤੀ ਹੋਈ ਹੈ। ਹੌਲੀ ਹੌਲੀ ਖੇਤ ਆਰਗੈਨਿਕ ਹੁੰਦਾ। ਹੌਲੀ ਹੌਲੀ ਖੇਤ ਆਰਗੈਨਿਕ ਹੁੰਦਾ। ਤੇ ਉਸ ਦੇ ਵਿੱਚ ਲੋਕਾਂ ਨੇ ਵੀ ਕਿਹਾ, ਘਰਦਿਆਂ ਨੇ ਵੀ ਕਿਹਾ, ਮੈਨੂੰ ਬਾਅਦ 'ਚ ਵੀ ਕਹਿੰਦੇ ਰਹੇ ਵੀ ਤੂੰ ਇਸ ਰਸਤੇ 'ਤੇ ਚੱਲ ਤਾਂ ਪਿਆ, ਪਰ ਆਪਣੀ ਜ਼ਮੀਨ ਵਿਕੂਗੀ। ਤੇ ਉਹੀ ਅੱਜ ਕਹਿੰਦੇ ਨੇ ਵੀ ਜੇ ਆਪਾਂ ਇਹ ਰਸਤਾ ਨਾ ਅਖਤਿਆਰ ਕਰਦੇ, ਆਪਣੀ ਜ਼ਮੀਨ ਵਿਕ ਜਾਂਦੀ, ਫਿਰ ਵਿਕ ਜਾਣੀ ਸੀ। ਜਾਣੀ ਇੰਨਾ ਕੁ ਫਰਕ ਪੈ ਗਿਆ। ਤੇ ਸ਼ੁਰੂਆਤ ਦੇ ਵਿੱਚ ਤਾਂ ਬਾਪੂ ਹੋਰ ਘਾਟੇ ਵੀ ਪਏ ਹੋਣਗੇ। ਉਹ ਜਿਵੇਂ ਤੁਸੀਂ ਦੱਸਿਆ ਵੀ 6-7 ਲੱਖ ਕਰਜ਼ਾ ਹੋ ਗਿਆ ਸੀ, ਫਿਰ ਕਰਜ਼ਾ ਵਧਿਆ ਕਿ ਫਿਰ ਘਟਣਾ ਸ਼ੁਰੂ ਹੋਇਆ? ਨਹੀਂ, ਉਹ ਇੱਕੋ ਦਮ ਘਟਣਾ ਸ਼ੁਰੂ ਨਹੀਂ ਹੋਇਆ, ਪਹਿਲਾਂ ਵੱਧਦਾ ਹੀ ਗਿਆ। ਅੱਛਾ, ਆਰਗੈਨਿਕ ਨਾਲ ਵੀ ਵੱਧਦਾ? ਆਰਗੈਨਿਕ ਨਾਲ ਵੀ ਵਧਣਾ ਸ਼ੁਰੂ ਹੋਇਆ, ਕਿਉਂਕਿ ਇਨਕਮ ਤਾਂ ਮੇਰੀ ਜਿਹੜੀ ਜਿੰਨੀ ਕੁ ਹੁੰਦੀ ਸੀ ਕੈਮੀਕਲ 'ਚ, ਉਹਦੇ ਨਾਲੋਂ ਵੀ ਘਟ ਗਈ। ਸਹੀ ਗੱਲ। ਉਹਦਾ ਇੰਟਰਸਟ ਪੈ ਰਿਹਾ ਸੀਗਾ, ਵਿਆਜ ਪੈ ਰਿਹਾ ਸੀ। ਤੇ ਉਸ ਤੋਂ ਬਾਅਦ ਅਸੀਂ 2011 ਦੇ ਵਿੱਚ ਸਾਡੇ ਨਾਭੇ ਨਾ ਖੇਤੀ ਵਿਰਾਸਤ ਨਾਂ ਦੀ ਇੱਕ NGO ਬਣੀ ਹੋਈ ਸੀ। ਉਹਦੇ ਵਿੱਚ ਚੰਡੀਗੜ੍ਹ ਤੋਂ ਇੱਕ KVIC ਦਾ ਇੱਕ ਡਿਪਾਰਟਮੈਂਟ, ਖਾਦੀ ਬੋਰਡ ਵਾਲਿਆਂ ਦਾ KVIC, ਉਸ ਦਾ ਇੱਕ ਮੁਲਾਜ਼ਮ ਆਉਂਦਾ ਹੁੰਦਾ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ। ਉਹ ਗੋਬਰ ਗੈਸ ਤੇ ਹੋ ਰਿਹਾ ਜਾਂ ਕੁਛ ਤੇ ਬਾਰੇ ਚਾਨਣਾ ਪਾਉਂਦੇ ਹੁੰਦੇ ਆਪਣਾ। ਉਹਨਾਂ ਨੇ ਸਾਨੂੰ 2011 ਦੇ ਵਿੱਚ ਚੰਡੀਗੜ੍ਹ ਇੱਕ ਨੇਟਰ ਨਾਂ ਦੀ ਸੰਸਥਾ 26 ਸੈਕਟਰ ਦੇ ਵਿੱਚ, ਉਹ 2 ਦਿਨ ਦਾ ਕੋਈ ਆਰਗੈਨਿਕ ਵਰਕਸ਼ਾਪ ਕਰਾਉਂਦੇ ਹੁੰਦੇ ਆਪਣੇ ਸੰਸਥਾ ਦੇ ਵਿੱਚ। ਸਾਨੂੰ ਉੱਥੇ ਪਹਿਲੀ ਵਾਰੀ ਸਟਾਲ ਲਾਇਆ ਸੀ 2011 'ਚ, ਉਸ ਸ਼ਰਮਾ ਜੀ ਰਾਹੀਂ। ਉਹ ਉਦੋਂ ਚੌਥਾ ਸਾਲ ਲਗਭਗ ਚੱਲ ਪਿਆ ਸੀ। ਹਾਂ, ਚੌਥਾ ਸਾਲ, 5ਵਾਂ ਹੀ ਹੋ ਗਿਆ ਸੀ, 5ਵਾਂ ਸਾਲ ਸੀਗਾ। ਚਲੋ ਸਾਡੇ ਕੋਲ 2 ਆਈਟਮਾਂ ਸੀ, ਗੁੜ ਸ਼ੱਕਰ ਤੇ ਉਹਦੀ ਆਪਾਂ ਜਿਹੜੀ ਟਿੱਕੀ ਬਣਾ ਲੈਂਦੇ ਆ, ਇਹ ਸੀਗੀ ਸਾਡੇ ਕੋਲ। ਸਿਰਫ ਇੱਕੋ ਹੀ ਆਈਟਮ ਸੀ, ਜਾਣੀ ਗੰਨੇ ਦੀ ਸੀ। 2 ਦਿਨ ਅਸੀਂ ਉਹ ਸਟਾਲ ਲਾਇਆ ਉੱਥੇ। ਚਲੋ ਸਾਨੂੰ ਉਹਦਾ ਵਧੀਆ ਰਿਸਪੌਂਸ ਮਿਲਿਆ। ਜਿੰਨਾ ਅਸੀਂ ਸਮਾਨ ਗੁੜ ਸ਼ੱਕਰ ਆਪਣਾ ਲੈ ਕੇ ਗਏ, ਸਾਡਾ ਸਾਰੇ ਦਾ ਸਾਰਾ ਵਿਕ ਗਿਆ। ਅਸੀਂ ਦੁਬਾਰੇ ਸ਼ਾਮ ਨੂੰ ਖਤਮ ਹੋ ਗਿਆ, ਦੁਬਾਰੇ ਫੇਰ ਲੈ ਕੇ ਗਏ ਇੱਥੋਂ ਆ ਕੇ, ਅਗਲੇ ਦਿਨ ਉਹ ਵੀ ਵਿਕ ਗਿਆ। ਚਲੋ ਸਾਨੂੰ ਫਿਰ ਇਹ ਹੋਇਆ ਵੀ ਅਸੀਂ ਮਾਰਕੀਟ ਲੱਭੀਏ ਹੁਣ ਆਪਣੀ। ਅੱਛਾ। ਬਿਜਲੀ ਦਾ ਕੰਮ ਕਰਨ ਕਰਕੇ ਮੈਂ 12-14 ਸਾਲ ਬਿਜਲੀ ਦਾ ਕੰਮ ਕੀਤਾ। ਮੇਰੀ ਡਿਪਾਰਟਮੈਂਟ ਨਾਲ ਵੀ ਹੋਰ ਵੀ ਬਾਹਰ ਅੰਦਰ ਜਾਣ ਪਛਾਣ, ਦੋਸਤੀ ਮਿੱਤਰਤਾ ਬਹੁਤ ਸੀਗੀ। ਮੈਨੂੰ ਮਾਰਕੀਟ ਦੀ ਕੋਈ ਜ਼ਿਆਦਾ ਸਮੱਸਿਆ ਨਹੀਂ ਆਈ। ਅੱਛਾ। ਇਹਦੇ ਵਿੱਚ ਮੇਨ ਸਮੱਸਿਆ ਆਮ ਲੋਕਾਂ ਨੂੰ ਮਾਰਕੀਟਿੰਗ ਦੀ ਆਉਂਦੀ ਹੈ। ਉਹੀ ਗੱਲ ਕਹਿਣ ਲੱਗਿਆ ਸੀ ਵੀ ਆਪਾਂ ਨੂੰ ਕਿਸਾਨਾਂ ਨੂੰ ਪੈਦਾ ਤਾਂ ਕਰਨਾ ਆਉਂਦਾ, ਵੇਚਣਾ ਨਹੀਂ ਆਉਂਦਾ। ਵੇਚਣਾ ਆਉਣ ਤੋਂ ਇਲਾਵਾ ਉਹਦੇ ਵੱਸ ਦਾ ਰੋਗ ਵੀ ਹੈ ਨਹੀਂ ਇਕੱਲੇ ਬੰਦੇ ਦੇ। ਜਾਂ ਤਾਂ ਗਰੁੱਪ ਬਣਾ ਕੇ ਅਸੀਂ ਕੰਮ ਕਰੀਏ, ਸਾਡੇ ਵੇਚਣ ਵਾਲੇ ਬੰਦੇ ਵੱਖਰੇ ਹੋਣ, ਪੈਕਿੰਗ ਪ੍ਰੋਸੈਸਿੰਗ ਸਫਾਈ ਵਾਲੇ ਵੱਖਰੇ ਹੋਣ, ਤੇ ਪੈਦਾ ਕਰਨ ਵਾਲੇ ਸਾਡੇ ਵੱਖਰੇ ਹੋਣ ਗਰੁੱਪ ਦੇ ਵਿੱਚ। ਅਸੀਂ ਉਹ ਗਰੁੱਪ ਬਣਾ ਕੇ ਅਸੀਂ ਆਪਣੇ ਹੀ ਬੰਦੇ ਉਹਨਾਂ 'ਚ ਭਾਵੇਂ ਤਨਖਾਹ 'ਤੇ ਰੱਖ ਲਈਏ, ਜਿਹੜੇ ਕੰਮ ਕਰਦੇ, ਜਿਹਨੇ ਸੇਲ ਕਰਨੀ ਉਹਨੂੰ ਕਮਿਸ਼ਨ ਦਈਏ ਜਾਂ ਉਹਨੂੰ ਤਨਖਾਹ ਦਈਏ, ਇਹਨੇ ਪੈਕਿੰਗ ਪ੍ਰੋਸੈਸਿੰਗ ਕਰਨੀ ਆ ਉਹਨੂੰ ਉਸ ਹਿਸਾਬ ਨਾਲ ਪੇਮੈਂਟ ਕੀਤੀ ਜਾਵੇ। ਉਸ ਢੰਗ ਨਾਲ ਤਾਂ ਕੋਈ ਦਿੱਕਤ ਨਹੀਂ।
ਪਰ ਜੇ ਇਕੱਲਾ ਬੰਦਾ ਕਹੇ ਵੀ ਮੈਂ ਹੀ ਪੈਕਿੰਗ ਕਰੂੰਗਾ, ਮੈਂ ਪ੍ਰੋਸੈਸਿੰਗ ਕਰੂੰਗਾ, ਸਫਾਈ ਵੀ ਕਰੂੰਗਾ, ਪੈਦਾ ਵੀ ਕਰੂੰ, ਵੇਚੂੰ ਵੀ, ਉਹ ਸੰਭਵ ਨਹੀਂ ਹੈਗਾ। ਚਲੋ ਮੇਰਾ ਉਹਨਾਂ ਕਰਕੇ ਦੋਸਤੀ ਕਰਕੇ ਮੇਰਾ ਮਾਰਕੀਟਿੰਗ ਦਾ ਕੰਮ ਸ਼ੁਰੂ ਹੋ ਗਿਆ। ਮਾਰਕੀਟਿੰਗ ਦਾ ਸ਼ੁਰੂ ਹੋਇਆ, ਚਲੋ ਇਨਕਮ ਆਉਣੀ ਸ਼ੁਰੂ ਹੋ ਗਈ। ਇਨਕਮ ਆਉਣੀ ਸ਼ੁਰੂ ਹੋਈ ਤੇ ਘਰਦਿਆਂ ਦਾ ਸਾਥ ਵੀ ਸ਼ੁਰੂ ਹੋ ਗਿਆ ਫਿਰ ਉਹਦੇ ਨਾਲ। 2015 ਤੱਕ ਅਸੀਂ ਹਰ ਸਾਲ ਉੱਥੇ ਮਾਰਕੀਟਿੰਗ ਲਾਉਂਦੇ ਸੀ। ਕਿੱਥੇ, ਕਿਹੜੀ ਜਗ੍ਹਾ? ਨੀਟਰ ਦੇ ਵਿੱਚ। ਅੱਛਾ। ਉਹੀ 2 ਦਿਨ ਅਸੀਂ ਲਾਉਣੇ, ਫਿਰ ਸਾਡੇ ਕੋਲ ਹੌਲੀ ਹੌਲੀ ਸਮਾਨ ਵਧਾਉਣਾ ਸ਼ੁਰੂ ਕਰਤਾ ਸੀ। ਵੈਰਾਈਟੀ ਕਰਦੀ, ਸਾਨੂੰ ਉੱਥੇ ਪਤਾ ਲੱਗ ਗਿਆ ਵੀ ਲੋਕਾਂ ਦੀ ਡਿਮਾਂਡ ਕੀ ਹੈ। ਉਹਦੇ ਹਿਸਾਬ ਨਾਲ ਅਸੀਂ ਪੈਦਾਵਾਰ ਵਧਾ ਲਈ ਆਪਣੀ। ਤੁਸੀਂ ਉੱਥੇ ਸਾਲ ਬਾਅਦ ਹੀ ਲਾਉਂਦੇ ਸੀ ਜਾਂ ਉਦੋਂ ਹੋਰ ਵੀ ਕਿਤੇ ਲਾਉਂਦੇ ਸੀ? ਨਹੀਂ, ਅਸੀਂ ਫਿਲਹਾਲ ਜਾਂ ਘਰੋਂ ਵਿਕਦਾ ਸੀ। ਅੱਛਾ, ਘਰੋਂ ਲੈ ਜਾਂਦੇ ਸੀ? ਘਰੋਂ ਲੈ ਜਾਂਦੇ ਸੀ, ਜਿਹੜੇ ਜਿਵੇਂ ਨਾਭੇ ਦੇ ਲੋਕ ਨੇ ਜਾਂ ਹੋਰ ਮੇਰੇ ਦੋਸਤ ਮਿੱਤਰ ਸੀਗੇ ਜਿਹੜੇ ਉਰਾਂ ਪਰਾਂ ਤੋਂ ਵੀ, ਉਹ ਘਰੋਂ ਲੈ ਜਾਂਦੇ ਸੀ ਮੇਰੇ ਤੋਂ। ਕਈਆਂ ਨੂੰ ਮੈਂ ਛੱਡਿਆ ਆਉਣਾ। ਤੇ 2015 ਦੇ ਵਿੱਚ ਨੇਟਰ ਨੇ ਸਾਨੂੰ, ਕਾਫੀ ਕਿਸਾਨ ਸੀਗੇ ਜਿਹੜੇ ਉੱਥੇ 2015 ਦੇ ਵਿੱਚ ਉਹਨਾਂ ਨੇ ਇੱਕ ਮੇਲਾ ਕਰਾਇਆ ਸੀ ਆਰਗੈਨਿਕ ਦਾ, ਪੂਰੇ ਇੰਡੀਆ ਦੇ ਵਿੱਚ ਉੱਥੇ ਕਿਸਾਨ ਇਕੱਠੇ ਕਰੇ ਉਹਨਾਂ ਨੇ। ਅਸੀਂ ਵੀ ਸਟਾਲ ਲਾਇਆ ਉੱਥੇ ਆਪਣਾ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਮਾਰਕੀਟ ਵਾਸਤੇ ਇੱਕ ਦਿਨ ਨਿਸ਼ਚਿਤ ਕਰਤਾ ਵੀ ਹਰ ਸ਼ੁੱਕਰਵਾਰ ਤੁਸੀਂ ਸਾਡੇ ਸੰਸਥਾ ਦੇ ਵਿੱਚ ਆ ਕੇ ਆਪਣੀ ਮਾਰਕੀਟਿੰਗ ਕਰਿਆ ਕਰੋ, ਸਮਾਨ ਲਿਆ ਕੇ। ਅੱਛਾ, ਹਫ਼ਤਾਵਾਰੀ ਕਰਤਾ? ਹਫ਼ਤਾਵਾਰੀ ਸਾਨੂੰ ਮਾਰਕੀਟਿੰਗ ਉੱਥੇ ਉਹਨਾਂ ਨੇ ਦੇਤੀ। ਉਹਦੇ ਵਿੱਚ ਅਸੀਂ ਉਸ ਟਾਈਮ 6 ਕਿਸਾਨ ਸੀਗੇ ਸਾਰੀ ਗਿਣਤੀ ਦੇ ਜਦੋਂ ਅਸੀਂ ਸ਼ੁਰੂ ਕਰਿਆ। ਚਲੋ 2 ਮਹੀਨੇ ਉੱਥੇ ਕੰਮ ਚੱਲਿਆ, ਪੋਲੀਟੀਕਲ ਪ੍ਰੈਸ਼ਰ ਪੈ ਗਿਆ, ਕੋਈ ਵਿੱਚੋਂ ਸਮੱਸਿਆ ਖੜੀ ਹੋ ਗਈ, ਸਾਨੂੰ ਉੱਥੋਂ ਬੰਦ ਕਰਤਾ। ਉਹ ਅਸੀਂ ਨਾਲ ਟੈਕਨੀਕਲ ਤਾਂ ਇਹੀ ਹੋਊਗਾ, ਦੂਜਿਆਂ ਦਾ ਨਹੀਂ ਵਿਕਦਾ ਹੋਣਾ? ਨਹੀਂ, ਕੋਈ NGO ਸੀਗੀ, ਉਹ ਵੀ ਆਰਗੈਨਿਕ ਦੇ ਕੰਮ ਕਰਦੀ, ਉਹਦੇ ਨਾਲ ਕੋਈ ਸਮੱਸਿਆ ਉਹਨਾਂ ਦੀ ਆਪਣੀ ਸੀ, ਪਰ ਉਹ 'ਚ ਬਲੀ ਕਿਸਾਨਾਂ ਦੀ ਦਿੱਤੀ ਗਈ। ਚਲੋ ਉਸ ਤੋਂ ਬਾਅਦ ਅਸੀਂ ਨਾਲ ਟੈਕਨੀਕਲ ਕਾਲਜ ਹੈ, ਸਾਨੂੰ ਉਹਨਾਂ ਨੇ ਜਗ੍ਹਾ ਦੇਤੀ। ਅੱਛਾ। ਅਸੀਂ 1 ਸਾਲ ਫਿਰ ਮਾਰਕੀਟਿੰਗ ਉੱਥੇ ਕੀਤੀ। ਸ਼ੁੱਕਰਵਾਰ ਨੂੰ? ਅਸੀਂ ਸ਼ੁੱਕਰਵਾਰ ਨੂੰ ਹੀ ਕਰਦੇ ਰਹੇ ਉੱਥੇ ਵੀ। ਫਿਰ ਸਾਡੇ ਨਾਲ ਕੁਝ 2-3 ਕਿਸਾਨ ਹੋਰ ਵੱਧ ਗਏ, ਅਸੀਂ 10 ਕਿਸਾਨ ਹੋ ਗਏ ਉੱਥੇ ਜਾ ਕੇ। ਉਹ ਜਿੰਨਾ ਚਿਰ ਉਹ ਪ੍ਰਿੰਸੀਪਲ ਰਿਹਾ ਉਹਨਾਂ ਚਿਰ ਸਾਡਾ ਕੰਮ ਠੀਕ ਚੱਲਿਆ। ਸਾਲ ਬਾਅਦ ਉਹ ਪ੍ਰਿੰਸੀਪਲ ਰਿਟਾਇਰ ਹੋ ਗਿਆ, ਨਵੀਂ ਪ੍ਰਿੰਸੀਪਲ ਉੱਥੇ ਲੇਡੀ ਆ ਗਈ, ਉਹਨੇ ਸਾਡਾ ਬੋਰੀਆ ਬਿਸਤਰਾ ਉਹਨੇ ਇਕੱਠਾ ਕਰਾਤਾ, ਉਹਨੇ ਚਕਾਤਾ ਕੰਮ। ਫਿਰ ਅਸੀਂ ਫੋਰੈਸਟ ਡਿਪਾਰਟਮੈਂਟ ਤੋਂ ਉੱਥੇ ਲੇਕ ਦੇ ਨਾਲ ਜਗ੍ਹਾ ਲੈ ਲਈ। ਅੱਛਾ। ਉਹ ਜਾਣੀ 2016-17 ਦੇ ਸ਼ੁਰੂ 'ਚ ਅਸੀਂ ਉੱਥੇ ਚਲੇ ਗਏ। ਉਸ ਤੋਂ ਬਾਅਦ ਸਾਡਾ ਅੱਜ ਤੱਕ ਉੱਥੇ ਉਹ ਮਾਰਕੀਟ ਚੱਲ ਰਹੀ ਹੈ। ਉੱਥੇ ਕਿਹੜੇ ਦਿਨ? ਉੱਥੇ ਸ਼ਨੀਵਾਰ। ਅਸੀਂ ਉਹ ਦਿਨ ਸ਼ੁੱਕਰਵਾਰ ਵਾਲਾ ਚੱਕ ਕੇ, ਕਿਉਂਕਿ ਲੋਕ ਕਸਟਮਰ ਸੀਗੇ ਜਿਹੜੇ ਉਹ ਕਹਿੰਦੇ ਸੀ ਵੀ ਸਾਨੂੰ ਡਿਊਟੀ ਤੋਂ ਆਉਣਾ ਔਖਾ, ਤੁਸੀਂ ਸ਼ਨੀਵਾਰ ਕਰ ਲਓ। ਅਸੀਂ ਸ਼ਨੀਵਾਰ ਕਰ ਲਿਆ, ਉਹਦੇ ਨਾਲ ਸਾਡਾ ਕਸਟਮਰ ਵੀ ਵਧਿਆ। ਬਾਕੀ ਘੁੰਮਣ ਘੁਮਾਉਣ ਵਾਲੇ ਵੀ ਆਉਂਦੇ ਘੁੰਮਣ ਘੁਮਾਉਣ ਵਾਲੇ ਵੀ ਆਉਣ ਲੱਗ ਗਏ। ਅਸੀਂ ਫਿਰ WhatsApp ਗਰੁੱਪ ਬਣਾ ਕੇ ਆਪਣਾ ਦਾਇਰਾ ਵਧਾ ਲਿਆ। ਕਿਸਾਨ ਵੀ ਸਾਡੇ ਨਾਲ ਹੋਰ ਵੀ ਕਿਸੇ ਦਿਨ ਮੰਡੀ ਲਾਉਣੇ ਉੱਥੇ, ਜਿਵੇਂ ਸ਼ੁੱਕਰਵਾਰ ਸ਼ਨੀਵਾਰ ਹੈ ਜਾਂ ਕਿਸੇ ਹੋਰ? ਸ਼ਨੀਵਾਰ ਉੱਥੇ ਲੱਗਦੀ ਹੈ, ਬੁੱਧਵਾਰ ਅਸੀਂ ਗੁਰਦੁਆਰਾ ਸਾਹਿਬ 44 ਸੈਕਟਰ ਬਾਗ ਸ਼ਹੀਦਾਂ ਉੱਥੇ ਮਾਰਕੀਟ ਲਾਉਂਦੇ ਆ। ਸਾਨੂੰ ਹੁਣ ਅਸੀਂ ਮੋਹਾਲੀ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਵੀ ਪਰਮਿਸ਼ਨ ਲਈ ਹੋਈ ਹੈ, ਪਰ ਅਸੀਂ ਆਹ ਮਾਹੌਲ ਕਰਕੇ ਹਜੇ ਸ਼ੁਰੂ ਨਹੀਂ ਕੀਤੀ। ਅੱਛਾ। ਇੱਕ ਬਾਪੂ ਇਹਦੇ 'ਚ ਚਲੋ ਠੀਕ ਹੈ, ਆਪਾਂ ਕਰ ਤਾਂ ਲੈਂਦੇ ਹਾਂ, ਪਰ ਕਿਤੇ ਨਾ ਕਿਤੇ ਜਾ ਕੇ ਕੀਟਨਾਸ਼ਕਾਂ ਦੀ ਲੋੜ ਪੈਂਦੀ ਆ ਆਪਾਂ ਨੂੰ, ਜਾਂ ਕਿਸੇ ਤੇਲੇ ਤੂਲੇ ਦੀ ਵੀ ਸਪਰੇਅ ਕਰਨੀ ਪੈਂਦੀ ਹੈ ਜਾਂ ਇਹੋ ਜਿਹਾ ਕੁਛ। ਉਹ ਫਿਰ ਤੁਸੀਂ ਕਿਵੇਂ ਉਹਦਾ ਕਿਵੇਂ ਹੱਲ ਕਰਦੇ ਹੋ? ਦੇਖੋ, ਪਹਿਲੀ ਗੱਲ ਤਾਂ ਉਹਦੇ ਵਿੱਚ ਇਹ ਹੈ ਵੀ ਕੁਦਰਤ ਨੇ ਇੱਕ ਸਿਸਟਮ ਪੈਦਾ ਕਰਿਆ ਸੀ ਬਹੁਤ ਵਧੀਆ, ਜਿਹਦੇ ਵਿੱਚ ਨਾ ਘਾਟ ਹੈ, ਨਾ ਬਾਧ ਹੈ, ਨਾ ਬਾਧ ਘਾਟ ਹੋਤ ਹੈ। ਉਹਨੇ ਹਰ ਚੀਜ਼ ਬੈਲੈਂਸ ਬਣਾਈ ਹੋਈ ਸੀ। ਜੇ ਸਾਡੇ ਕੋਲੇ ਤੇਲਾ ਆਉਂਦਾ ਤਾਂ ਉਹਨੂੰ ਖਾਣ ਵਾਲੇ ਵੀ ਉੱਥੇ ਜੀਵ ਜੰਤੂ ਆਉਂਦੇ ਆ। ਬਿਲਕੁਲ। ਕੋਈ ਵੀ ਜਾਣੀ ਪੈਸਟ ਅਟੈਕ ਆਉਂਦਾ ਹੈ, 2 ਕਿਸਮ ਦੇ ਕੀਟ ਨੇ, ਇੱਕ ਮਾਸਾਹਾਰੀ ਨੇ, ਇੱਕ ਸ਼ਾਕਾਹਾਰੀ ਨੇ। ਜਿਹੜੇ ਸ਼ਾਕਾਹਾਰੀ ਨੇ ਉਹ ਸਾਡੀ ਫਸਲ ਨੂੰ ਖਾਂਦੇ ਨੇ, ਉਹ ਰਸ ਚੂਸਣ ਵਾਲੇ ਆ ਜਾਂਦੇ ਆ, ਤੇ ਜਿਹੜੇ ਫਰੂਟ ਖਾਂਦੇ ਆ, ਫਲ ਖਾਂਦੇ ਆ, ਉਹ ਆ ਜਾਂਦੇ ਆ, ਤੇ ਬਾਕੀ ਜਿਹੜੇ ਪੱਤੇ ਖਾਂਦੇ ਆ। ਦੂਸਰੀ ਸ਼੍ਰੇਣੀ ਮਾਸਾਹਾਰੀ ਦੀ ਹੈ, ਉਹ ਉਹਨਾਂ ਨੂੰ ਖਾਂਦੀ ਹੈ। ਉਹ ਉਹਨਾਂ ਨੂੰ ਖਾਂਦੇ ਆ, ਠੀਕ ਹੈ। ਹਾਂ, ਬਿਲਕੁਲ। ਕੁਦਰਤ ਨੇ ਆਪਣਾ ਜਿਹੜਾ ਬੈਲੈਂਸ ਬਣਾਇਆ ਹੋਇਆ ਉਹਨੇ ਉਹ 'ਚ ਵੱਧ ਘੱਟ ਹੋਣ ਨਹੀਂ ਦੇਣੀ। ਬਿਲਕੁਲ ਸਹੀ ਗੱਲ। ਅਸੀਂ ਉਹ ਬੈਲੈਂਸ ਵਿਗਾੜਤਾ, ਉਹਦੇ ਕਰਕੇ ਸਾਨੂੰ ਸਪਰੇਆਂ ਦੀ ਲੋੜ ਪਈ। ਕਿਉਂਕਿ ਪਹਿਲਾਂ ਕੋਈ ਸਪਰੇਅ ਨਹੀਂ ਸੀ ਹੁੰਦੀ, ਕਿਸੇ ਵੀ ਫਸਲ 'ਤੇ ਕੋਈ ਸਪਰੇਅ ਜਾਣਦਾ ਹੀ ਨਹੀਂ ਸੀ। ਪਰ ਜਿਵੇਂ ਜਿਵੇਂ ਅਸੀਂ ਖਾਦਾਂ ਦੀ ਵਰਤੋਂ ਸ਼ੁਰੂ ਕੀਤੀ ਤੇ ਹਰਬੀਸਾਈਡ ਦੀ ਵਰਤੋਂ ਸ਼ੁਰੂ ਕੀਤੀ, ਉਹਦੇ ਨਾਲ ਫਿਰ ਥੋੜ੍ਹੀਆਂ ਸਪਰੇਆਂ ਸ਼ੁਰੂ ਕਰਨੀਆਂ ਪੈ ਗਈਆਂ ਕਈ ਸਾਲਾਂ ਬਾਅਦ। ਸਹੀ ਗੱਲ, ਬਿਲਕੁਲ। ਜਾਣੀ ਅਸੀਂ ਖਾਦਾਂ ਸ਼ੁਰੂ ਕਰੀਆਂ 70 ਦੇ ਨੇੜੇ ਤੇੜੇ, ਤੇ ਸਪਰੇਆਂ ਜਿਹੜੀਆਂ ਹੋਈਆਂ ਸ਼ੁਰੂ ਪੈਸਟੀਸਾਈਡ 'ਤੇ ਉਹ 85 ਦੇ ਨੇੜੇ ਤੇੜੇ ਜਾ ਕੇ ਜ਼ਿਆਦਾ ਹੋਈਆਂ। ਬਿਲਕੁਲ। 80 ਤੱਕ ਤਾਂ ਬਿਲਕੁਲ ਨਹੀਂ ਸੀਗਾ ਕੁਛ।
ਪਹਿਲਾਂ ਤਾਂ ਆਪਾਂ ਨੂੰ ਇਹ ਲੱਗਦਾ ਸੀ, ਜ਼ਹਿਰ ਲੱਗਦਾ ਸੀਗਾ ਵੀ ਆਪਾਂ ਕਾਹਤੋਂ ਇਹ ਛਿੜਕ ਰਹੇ ਹਾਂ ਆਪਣੀ, ਕਿਉਂਕਿ ਖਾਣਾ ਆਪਾਂ ਇਹ ਪਹਿਲਾਂ ਸੀਗਾ, ਪਰ ਬਾਅਦ ਚ ਪੈਸੇ ਦੀ ਚਕਾਚੌਂਧ ਦੇ ਵਿੱਚ ਅਸੀਂ ਇੰਨੇ ਉਲਝ ਗਏ ਵੀ ਅਸੀਂ ਪਰਛਾਵੇਂ ਦੇ ਪਿੱਛੇ ਭੱਜ ਲਏ। ਹੁਣ ਪਰਛਾਵਾਂ ਅੱਗੇ ਭੱਜੀ ਜਾਂਦਾ, ਅਸੀਂ ਪਿੱਛੇ ਭੱਜੀ ਜਾਂਦੇ ਹਾਂ। ਬਿਲਕੁਲ, ਉਹਦਾ ਅਸੀਂ ਹੱਲ ਨਹੀਂ ਸੋਚਦੇ ਵੀ ਇਹਨੂੰ ਫੜਨਾ ਕਿਵੇਂ ਹੈ। ਤੁਸੀਂ ਫੜਿਆ ਜਾ ਸਕਦਾ। ਤੁਸੀਂ ਵੀ ਆਪਦੀਆਂ ਜਿੱਦਾਂ ਦੇਸੀ ਜਾਂ ਆਰਗੈਨਿਕ ਦਵਾਈਆਂ ਤਿਆਰ ਕਰਦੇ ਹੋ? ਹਾਂ, ਉਹ ਜੇ ਸਾਨੂੰ ਸਮੱਸਿਆ ਕੋਈ ਜੇ ਆਉਂਦੀ ਵੀ ਹੈ ਤਾਂ ਉਹਦੇ ਸਾਰੇ ਹੱਲ ਹੈਗੇ ਆ। ਸਾਰੇ ਹੱਲ ਹੈਗੇ? ਸਾਰੇ ਹੱਲ ਹੈ, ਕੋਈ ਵੀ ਸਮੱਸਿਆ ਆ ਜੇ। ਮਤਲਬ ਐ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ ਵੀ ਯਾਰ ਇੱਥੇ ਤੇ ਸੁੰਡੀ ਪੈ ਜੂ ਜਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਸੁੰਡੀ ਨੂੰ ਆਉਣ ਹੀ ਨਾ ਦਈਏ। ਅੱਛਾ, ਅਸੀਂ ਉਹਨੂੰ ਪਹਿਲਾਂ ਆਉਣ ਤੋਂ ਪਹਿਲਾਂ ਕੰਟਰੋਲ ਕਰਦੇ ਹਾਂ। ਅੱਛਾ, ਵੀ ਪਹਿਲਾਂ ਉਹ ਮੱਛਰ ਹੁੰਦਾ ਹੈ ਨਾ? ਪਹਿਲਾਂ ਪਤੰਗਾ ਆਉਂਦਾ। ਹਾਂ, ਪਤੰਗਾ ਹੁੰਦਾ ਪਹਿਲਾਂ। ਸੁੰਡੀ ਤਾਂ ਦੇਖੋ ਸਾਡੇ ਖੇਤਾਂ ਦੇ ਵਿੱਚ ਹੀ ਬੈਠੀ ਹੁੰਦੀ ਹੈ। ਇਹਦਾ ਵੀ ਇੱਕ ਜੀਵਨ ਚੱਕਰ ਆ, ਉਹਨੂੰ ਸਮਝਣ ਦੀ ਲੋੜ ਹੈ। ਜੇ ਉਹ ਜੀਵਨ ਚੱਕਰ ਕਿਸਾਨ ਦੇ ਜਿਹੜੇ ਸਮਝ 'ਚ ਆ ਗਿਆ, ਉਹ ਸਪਰੇਅ ਆਪੇ ਹੀ ਛੱਡ ਜਾਂਦਾ। ਪਿਊਪਾ ਖੇਤ ਦੇ ਵਿੱਚ ਹੀ ਹੁੰਦਾ ਸਾਡੇ। ਜੇ ਅਸੀਂ ਫਸਲ ਬੀਜਦੇ ਹਾਂ ਉਦੋਂ ਪਤੰਗਾ ਨਿਕਲ ਆਉਂਦਾ। ਫਿਰ ਉਹ ਮੇਲ ਫੀਮੇਲ ਹੁੰਦੇ ਨੇ, ਫਿਰ ਉਹ 'ਚੋਂ ਆਂਡੇ ਦਿੰਦੇ ਆ, ਫਿਰ ਉਹ 'ਚੋਂ ਸੁੰਡੀ ਨਿਕਲਦੀ ਆ, ਉਹ ਖਾ ਕੇ 5-7 ਦਿਨ ਦੀ ਉਹਦੀ ਜ਼ਿੰਦਗੀ ਹੁੰਦੀ ਆ। ਉਸ ਤੋਂ ਬਾਅਦ ਉਹ ਫਿਰ ਪਿਊਪੇ 'ਚ ਤਬਦੀਲ ਹੋ ਜਾਂਦੀ ਹੈ। ਅਸੀਂ ਜਦੋਂ ਸਪਰੇਅ ਕਰਦੇ ਹਾਂ ਉਦੋਂ ਨੂੰ ਤਾਂ ਨੁਕਸਾਨ ਕਰਕੇ ਆਪਣਾ ਪੀਪੇ ਦੇ ਵਿੱਚ ਬਦਲ ਚੁੱਕੀ ਹੁੰਦੀ ਹੈ। ਸਾਡੀ ਸਪਰੇਅ ਦਾ ਕੋਈ ਫਾਇਦਾ ਨਹੀਂ। ਸਾਡੀ ਸਪਰੇਅ ਦਾ ਪੈਸਾ ਖਰਾਬ ਕਰਨ ਤੇ ਟਾਈਮ ਖਰਾਬ ਕਰਨ ਤੇ ਜ਼ਹਿਰ ਪਾਉਣਾ। ਪਿਛਲੇ ਸਾਲ ਹੀ ਮੈਂ ਮੇਰੇ ਛੋਟੇ ਭਾਈ ਨੂੰ ਮੈਂ ਕਾਹਦੀ ਸਪਰੇਅ ਕਰਨ ਲੱਗਿਆ ਝੋਨੇ ਤੇ, ਕਹਿੰਦਾ ਪੱਤਾ ਲਪੇਟ ਸੁੰਡੀ ਦੀ। ਮੈਂ ਕਿਹਾ ਢੋਲੀ ਲਾ ਕੇ ਰੱਖ, ਮੈਨੂੰ ਪੱਤਾ ਲਪੇਟ ਸੁੰਡੀ ਦਿਖਾ ਕੱਢ ਕੇ ਕਿੱਥੇ ਹੈ। ਕਹਿੰਦਾ ਆ ਦੇਖ ਕਿੰਨੇ ਪੱਤੇ ਖਾਦੇ ਪਏ। ਮੈਂ ਖਾਦੇ ਛੱਡ ਤੂੰ, ਮੈਨੂੰ ਸੁੰਡੀ ਦਿਖਾ ਜਿਹਦੀ ਸਪਰੇਅ ਕਰਨ ਲੱਗੇ। ਉਹ 10 ਮਿੰਟ ਘੁੰਮਦਾ ਰਿਹਾ ਖੇਤ ਦੇ ਵਿੱਚ, ਮੈਂ ਵੀ ਨਾਲ ਉਹਦੇ, ਇੱਕ ਵੀ ਸੁੰਡੀ ਨਹੀਂ ਲੱਭੀ। ਮੈਂ ਕਿਹਾ ਦੱਸ ਕਿੱਥੇ ਹੈ ਸੁੰਡੀ? ਉਹ ਖਾ ਕੇ ਤੁਰ ਗਈ। ਉਹਦਾ ਆਪਣਾ ਕੰਮ ਕਰ ਗਈ, ਤੈਨੂੰ ਬਾਅਦ 'ਚ ਪਤਾ ਲੱਗਿਆ। ਇਸ ਕਰਕੇ ਸਾਨੂੰ ਉਹਦਾ ਪਤਾ ਹੁੰਦਾ ਵੀ ਇਹਨੇ ਆਉਣਾ ਕਦੋਂ ਹੈ। ਅਸੀਂ ਉਦੋਂ ਇੰਤਜ਼ਾਮ ਕਰਦੇ ਹਾਂ ਉਹਦਾ। ਅੱਛਾ, ਉਹ ਕਿਵੇਂ ਕਰਦੇ ਹੋ ਤੁਸੀਂ? ਕਈ ਢੰਗ ਹੈਗੇ ਨੇ। ਜਿਵੇਂ ਜਦੋਂ ਮੈਂ ਝੋਨਾ ਲਾਉਂਦਾ ਸੀ, ਮੈਨੂੰ ਪਤਾ ਵੀ ਜਦੋਂ 20 ਦਿਨ ਦਾ ਝੋਨਾ ਹੋ ਗਿਆ, ਉਹ 20 ਦਿਨ ਦੇ ਝੋਨੇ 'ਤੇ ਉਹਦੀ ਸੁੰਡੀ ਦੇ ਅੰਡੇ ਆ ਜਾਣਗੇ ਤੇ 27-28 ਦਿਨ ਦੀ ਫਸਲ 'ਤੇ ਉਹ ਸੁੰਡੀ ਪੈਦਾ ਹੋ ਜੂ। ਅਸੀਂ 20 ਦਿਨ ਦੀ ਜਦੋਂ ਫਸਲ ਹੋਈ, ਉਹ ਝੋਨਾ ਦੀ ਫਸਲ ਹੋਈ, ਉਹਨੂੰ ਪਾਣੀ ਦਾ ਖੇਤ ਭਰਿਆ ਚੰਗੀ ਤਰ੍ਹਾਂ। ਇੱਕ ਮੇਰੇ ਕੋਲ 3 ਫੁੱਟ ਦੀ ਸੁਹਾਗੀ ਬਣਾਈ ਹੋਈ ਹੈ। ਅਸੀਂ ਉਹ ਸੁਹਾਗੀ ਉਹਦੇ ਉੱਤੇ ਫੇਰ ਦੇਣੀ ਹੈ। ਅੱਛਾ, ਝੋਨੇ ਦੇ ਖੇਤ 'ਚ। ਉਹਦੇ ਨਾਲ ਸਾਡੇ ਨਦੀਨ ਕੰਟਰੋਲ ਹੋ ਜਾਂਦੇ ਤੇ ਨਾਲੇ ਸਾਡੀ ਉਹ ਸੁੰਡੀ ਦੇ ਅੰਡੇ ਸੀ ਜਿਹੜੇ ਸਾਰੇ ਉਹ ਪਾਣੀ 'ਚ ਝੜ ਕੇ ਉਹ ਖਤਮ ਹੋ ਜਾਂਦੇ। ਅਸੀਂ ਕਦੇ ਵੀ ਨਹੀਂ ਸਪਰੇਅ ਕਰੀ ਝੋਨੇ ਤੋਂ। ਅੱਛਾ, ਅਸੀਂ ਉਹ 2 ਵਾਰੀ ਉਹ ਫੇਰਦੇ ਸੀਗੇ। ਉਹਦੇ ਨਾਲ ਟੇਲਰਿੰਗ ਵੱਧ ਜਾਂਦੀ, ਨਾਲੇ ਕੱਖਾਂ ਦੀ ਕੰਟਰੋਲ ਹੋ ਜਾਂਦਾ, ਨਾਲੇ ਸੁੰਡੀ ਤੋਂ ਕੰਟਰੋਲ ਹੋ ਜਾਂਦਾ। ਮੈਂ ਥੋੜੀ ਜਿਹੀ ਗੱਲ ਕਰਦਾ ਬਾਪੂ, ਤੁਹਾਡੀ ਪੜ੍ਹਾਈ ਕਿੰਨੀ ਹੈ? ਪੜ੍ਹਾਈ ਮੇਰੀ +2। ਤੇ ਹੁਣ ਤੁਸੀਂ ਕਹੋਗੇ ਉਦੋਂ +2 ਹੁੰਦੀ ਨਹੀਂ ਸੀ। ਨਹੀਂ, ਮੈਂ ਇਹ ਨਹੀਂ ਕਹਿੰਦਾ, ਮੈਂ ਤਾਂ ਇਹੀ ਗੱਲ ਨਹੀਂ, ਪੁੱਛੋ ਨਾ, ਸਵਾਲ ਪੁੱਛਣ ਵਾਲੇ +2 ਤਾਂ ਉਹਨਾਂ ਦਿਨਾਂ 'ਚ ਹੈ ਨਹੀਂ ਸੀ ਜਦੋਂ ਮੈਂ ਪੜ੍ਹਿਆ। ਅੱਛਾ, ਜਾਣੀ ਮੈਂ 12 ਪੜ੍ਹਿਆ। ਕਹਿਣ ਦਾ ਭਾਵ ਇਹ ਆ ਵੀ +2 ਵੀ 12 ਹੀ ਹੈ ਤੇ ਮੈਂ ਵੀ 12 ਹੀ ਪੜ੍ਹਿਆ। ਉਦੋਂ ਮੈਂ ਪ੍ਰੈਪ ਕਰੀ, ਫਸਟ ਈਅਰ ਕੀਤੀ, ਉਸ ਤੋਂ ਬਾਅਦ ਮੈਂ ਪੜ੍ਹਾਈ ਛੱਡਤੀ। ਚਲੋ 12 ਹੀ ਹੋ ਗਈ। ਨਹੀਂ, ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੀਆਂ ਤੁਸੀਂ ਗੱਲਾਂ ਕਰੀ ਜਾਂਦੇ ਹੋ, ਇਹ ਵਿਗਿਆਨੀਆਂ ਵਾਲੀਆਂ ਗੱਲਾਂ ਹੈ ਜਿਨ੍ਹਾਂ ਨੇ PhDਆਂ ਕੀਤੀਆਂ ਹੁੰਦੀਆਂ। ਤੇ ਆਹ ਜਿਹੜੀ ਅਸਲ ਤਾਂ ਜਿਹੜੀ PhD ਉਹੀ ਹੈ ਨਾ ਜਿਹੜਾ ਤੁਸੀਂ ਖੋਜਾਂ ਕਰਦੇ ਹੋ, ਤੁਸੀਂ ਰੋਜ਼ ਖੋਜਾਂ ਕਰਦੇ ਹੋਵੋਗੇ। ਨਹੀਂ, PhD ਵੱਖਰੀ ਚੀਜ਼ ਹੈ, ਪ੍ਰੈਕਟੀਕਲ ਹੈ ਜਿਹੜਾ ਉਹ ਵੱਖਰੀ ਚੀਜ਼ ਹੈ। ਵੱਖਰੀ ਚੀਜ਼ ਹੈ, ਉਹੀ ਮੈਂ ਕਹਿਣਾ ਚਾਹੁੰਦਾ। ਥਿਓਰੀਟੀਕਲ ਤੇ ਪ੍ਰੈਕਟੀਕਲ ਦਾ ਦੋਨਾਂ ਦਾ, ਜਾਂ ਤਾਂ ਦੋਨੇ ਚੀਜ਼ਾਂ ਹੋਣ ਤਾਂ ਕੰਮ ਚੱਲਦਾ। ਜਾਂ ਫਿਰ ਤੁਹਾਡੇ ਕੋਲ ਪ੍ਰੈਕਟੀਕਲ ਹੀ ਇੰਨਾ ਜ਼ਿਆਦਾ ਹੋਵੇ, ਥਿਓਰੀਟੀਕਲ ਦੀ ਤੁਹਾਨੂੰ ਥਿਊਰੀ ਦੀ ਲੋੜ ਨਾ ਪਵੇ। ਹੁਣ ਸਾਡੇ ਕੋਲ ਪ੍ਰੈਕਟੀਕਲ ਹੈ, ਸਾਨੂੰ ਥਿਊਰੀ। ਮੈਂ ਬਿਜਲੀ ਦਾ ਕੰਮ ਕਰਿਆ, ਮੈਂ ਕੋਈ ITI ਨਹੀਂ ਕਰੀ, ਕੁਛ ਨਹੀਂ ਕਰਿਆ, ਕੋਈ ਜਾਣਕਾਰੀ ਨਹੀਂ ਮੈਨੂੰ। ਥਿਊਰੀ ਮੈਨੂੰ ਬਿਲਕੁਲ ਨਹੀਂ ਆਉਂਦੀ ਬਿਜਲੀ ਦੀ। ਪਰ ਮੈਂ ਇਲੈਕਟ੍ਰੀਸ਼ੀਅਨ, ਸੀਨੀਅਰ ਇਲੈਕਟ੍ਰੀਸ਼ੀਅਨ ਰਿਹਾ ਇੰਡਸਟਰੀ ਦੇ ਵਿੱਚ। ਬਿਲਕੁਲ, 15 ਬੰਦਿਆਂ ਦਾ ਗਰੁੱਪ ਮੇਰੇ ਥੱਲੇ ਕੰਮ ਕਰਦਾ ਸੀ। ਬਿਲਕੁਲ, ਸ਼ੂਗਰ ਮਿਲ ਦੇ ਜਿਹੜੇ ਸੀਗੇ ਇਲੈਕਟ੍ਰੀਸ਼ੀਅਨ, ਉਹਨਾਂ ਦੇ ਕੰਮ ਕੜੇ ਹੋਏ ਅਸੀਂ ਕੱਢ ਕੇ ਆਉਂਦੇ ਹੁੰਦੇ। ਬਾਪੂ, ਆਪਾਂ ਕਿਹੜੀਆਂ ਫਸਲਾਂ ਲਾਉਣੇ ਆ ਪੂਰੇ ਸਾਲ ਦੇ ਵਿੱਚ? ਪੂਰੇ ਸਾਲ ਦੇ ਵਿੱਚ ਮੈਂ ਤਕਰੀਬਨ, ਮੈਂ ਗਿਣਾ ਦੇਣਾ ਤੁਹਾਨੂੰ, ਤੁਸੀਂ ਗਿਣ ਲਿਓ। ਜਿਵੇਂ ਹੁਣ ਆਹ ਸੀਜ਼ਨ ਚੱਲ ਰਿਹਾ ਹੈ, ਹੁਣ ਇਸ ਟਾਈਮ ਮੇਰੇ ਕੋਲ ਮੂੰਗੀ, ਮਾਂ, ਇਹ ਖੜੇ ਆ ਖੇਤ ਦੇ ਵਿੱਚ, ਤੇ ਮਿਰਚਾਂ। ਅੱਛਾ, ਖਰਬੂਜਾ ਵੀ ਲਾਇਆ ਹੋਇਆ, ਟਿੰਡਾ ਵੀ ਲਾਇਆ ਹੋਇਆ, ਮੱਕੀ ਵੀ ਲਾਈ ਹੈ। ਆਹ 10 ਦਿਨ 'ਚ ਹੁਣ ਅਸੀਂ ਰੌਣੀ ਕਰੀ ਸੀ, ਪਰਸੋਂ ਬਾਰਿਸ਼ ਹੋ ਗਈ, ਜਦੋਂ ਰੌਣੀ ਬੱਤਰ ਆ ਗਈ, ਉਹਦੇ ਵਿੱਚ ਅਸੀਂ ਮਾਂ ਬੀਜਣੇ ਨੇ ਦੁਬਾਰਾ, ਉਹ ਤਾਂ ਅਗਲੇ ਮਹੀਨੇ ਬੀਜਾਂਗੇ। ਪਰ ਹੁਣ ਅਸੀਂ ਮੱਕੀ ਬੀਜਾਂਗੇ, ਹੋਰ ਉਹਦੇ ਜਵਾਰ ਬੀਜਾਂਗੇ, ਬਾਜਰਾ ਬੀਜਾਂਗੇ, ਅਰਹਰ ਲਾਵਾਂਗੇ, ਤਿਲ ਲਾਵਾਂਗੇ।
ਅੱਛਾ। ਇਹ ਫਸਲਾਂ ਜਾਣੀ 9-10 ਕਿਸਮ ਦੀਆਂ ਫਸਲਾਂ ਸਾਡੀਆਂ ਸਾਉਣੀ 'ਚ ਹੋਣਗੀਆਂ। ਹਾੜੀ ਦੇ ਵਿੱਚ ਸਾਡੇ ਕੋਲ ਕਣਕ ਹੁੰਦੀ ਹੈ ਤੇ ਜੌਂ, ਮਸਰੀ, ਛੋਲੇ, ਅਲਸੀ, ਯਾਨੀ ਜੋ ਵੀ ਉਹ ਸਿਆਲ ਦੀਆਂ ਫਸਲਾਂ ਆਪਣੇ ਪੰਜਾਬ 'ਚ ਪਿਛਲੇ ਸਮਿਆਂ 'ਚ ਹੁੰਦੀਆਂ ਸੀ, ਅਸੀਂ ਉਹ ਤਕਰੀਬਨ ਉਹ ਸਾਰੀਆਂ ਪੈਦਾ ਝੋਨਾ ਬੰਦ ਕਰਤਾ? ਝੋਨਾ ਬੰਦ ਕਰਿਆ ਹੋਇਆ। ਝੋਨਾ ਤਾਂ ਬਿਲਕੁਲ ਹੀ ਤੁਸੀਂ, ਕਿਉਂਕਿ ਜਿਹੜੀ ਮੇਰੀ ਸੋਚ ਹੈ ਵੀ ਝੋਨਾ ਆਇਆ ਪੰਜਾਬ ਦੇ ਵਿੱਚ, ਇਹ ਪੰਜਾਬ ਵਾਸਤੇ ਗੈਰ ਕੁਦਰਤੀ ਫਸਲ ਹੈ। ਇਹਨੇ ਆ ਕੇ ਇੱਕ ਵਾਰੀ ਸਾਨੂੰ ਬੜਾ ਹੁਲਾਰਾ ਦਿੱਤਾ, ਪਰ ਉਸ ਹੁਲਾਰੇ ਤੋਂ ਬਾਅਦ ਹੁਣ ਮੈਂ ਸ਼ੁਰੂ ਤੋਂ ਹੀ ਇਹ ਮਹਿਸੂਸ ਕਰ ਰਿਹਾ ਵੀ ਜਦੋਂ ਝੋਨਾ ਜਾਊਗਾ ਤੇ ਪੰਜਾਬ ਵੀ ਖਤਮ ਹੋਊਗਾ ਉਦੋਂ ਨੂੰ। ਇਹ ਤਾਂ ਨਿਚੋੜ ਤਾਂ ਪੰਜਾਬ ਤਾਂ ਨਹੀਂ ਝੋਨੇ ਨੇ, ਕੁਛ ਨਹੀਂ ਬਚਿਆ। ਅੱਜ ਸਾਡੇ ਕੋਲ ਸਿਰਫ ਕੋਠੀਆਂ ਨੇ, ਉਹ ਵੀ ਹਾਊਸਫੈਡ ਤੋਂ ਲੋਨ ਲੈ ਕੇ ਬਣੀਆਂ ਹੋਈਆਂ ਜਾਂ ਬੈਂਕਾਂ ਤੋਂ। ਦਿਖਾਵਾ ਹੀ ਹੈ ਸਾਡੇ ਕੋਲ, ਢੋਲ ਦੇ ਪੋਲ ਵਾਂਗੂ ਵਿੱਚੋਂ ਖਾਲੀਆਂ, ਢੋਲ ਹੈਗਾ। ਉਹ ਪੋਜੀਸ਼ਨ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ। ਹੁਣ ਸਾਡਾ ਧਰਨਾ ਲੱਗਿਆ ਵੀ ਅਸੀਂ ਫਸਲ ਬਚਾਉਣੀ ਹੈ ਤੇ ਨਸਲ ਬਚਾਉਣੀ ਹੈ, ਪਰ ਸਾਡੀ ਫਸਲ ਤੇ ਨਸਲ ਤਾਂ ਖਤਮ ਹੋ ਚੁੱਕੀ ਹੈ ਨਾ, ਉਹ ਬਚਾਉਣ ਦਾ ਸਵਾਲ ਤਾਂ ਰਿਹਾ ਹੀ ਨਹੀਂ। ਹੁਣ ਤਾਂ ਅਸੀਂ ਉਹਨੂੰ ਕਰਨਾ ਵੀ ਅਸੀਂ ਇਹਨੂੰ ਪੁਨਰ ਸਰਜੀਤ ਕਿਵੇਂ ਕਰਨਾ। ਬਿਲਕੁਲ, ਬਚਾਉਣ ਦਾ ਮਸਲਾ ਤਾਂ ਖਤਮ ਹੋ ਲਿਆ। ਬਾਪੂ ਸਾਰੇ ਆਪਾਂ ਚਾਹੁੰਦੇ ਹਾਂ ਮੈਂ ਆਰਗੈਨਿਕ ਖਾਵਾਂ, ਤੇ ਫਿਰ ਪੈਦਾ ਕਿਉਂ ਨਹੀਂ ਕਰਦੇ? ਮੁੱਦਾ ਇੱਥੇ ਹਰੇਕ ਚਾਹੁੰਦਾ ਹੈ, ਇਹ ਤਾਂ ਤੁਸੀਂ ਥੋੜਾ ਤਜਰਬਾ ਹੋ ਰਿਹਾ। ਕਹਿੰਦਾ ਅਗਲਾ ਹਰੇਕ ਇਹੀ ਕਹਿੰਦਾ ਨਾ ਵੀ ਭਗਤ ਸਿੰਘ ਤਾਂ ਜੰਮੇ ਪਰ ਗੁਆਂਢੀਆਂ ਦੇ ਜੰਮੇ, ਹੈ ਨਾ। ਬਿਲਕੁਲ ਸਹੀ ਗੱਲ ਹੈ। ਮੈਂ ਕਹਿੰਦਾ ਵੀ ਮੈਨੂੰ ਕੰਮ ਨਾ ਕਰਨਾ ਪਵੇ, ਮੈਨੂੰ ਖਾਣ ਪੀਣ ਵਾਸਤੇ ਵਧੀਆ ਆਈਟਮਾਂ ਚਾਹੀਦੀਆਂ ਨੇ। ਪਰ ਸਾਨੂੰ ਕਿਸੇ ਵੀ ਕੌਮ ਵਾਸਤੇ, ਕਿਸੇ ਸਮਾਜ ਵਾਸਤੇ, ਕਿਸੇ ਦੇਸ਼ ਵਾਸਤੇ, ਭਾਵੇਂ ਉਹ ਪਰਿਵਾਰ ਹੈ, ਉਹਨੂੰ ਸਰਵਾਈਵ ਕਰਨ ਵਾਸਤੇ, ਉਹਦੀ ਤਰੱਕੀ ਵਾਸਤੇ ਉਹਨੂੰ ਕਿਰਤ ਨਾਲ ਜੁੜਨਾ ਪੈਣਾ ਕਿਤੇ ਨਾ ਕਿਤੇ ਆ ਕੇ। ਇਸੇ ਕਰਕੇ ਸਾਨੂੰ ਗੁਰੂ ਸਾਹਿਬ ਨੇ ਕਿਰਤ ਨਾਲ ਜੋੜਿਆ। ਸਾਡਾ ਪਹਿਲਾ ਸਿਧਾਂਤ ਹੈ ਜਿਹੜਾ ਉਹ ਕਿਰਤ ਹੈ। ਬਿਲਕੁਲ, ਗੁਰੂ ਸਾਹਿਬ ਨੇ ਪਿਛਲੀ ਉਮਰ 'ਚ ਜਾ ਕੇ, ਵੈਸੇ ਤਾਂ ਸ਼ੁਰੂ ਤੋਂ ਹੀ ਉਹ ਕਰਦੇ ਰਹੇ ਕਿਰਤ। ਗੁਰੂ ਨਾਨਕ ਨੇ ਪਿਛਲੀ ਉਮਰ 'ਚ ਵੀ 17 ਸਾਲ ਕਰਤਾਰਪੁਰ ਸਾਹਿਬ ਜਾ ਕੇ ਖੇਤੀ ਕੀਤੀ। ਬਿਲਕੁਲ, ਹਾਲਾਂਕਿ ਉਹਨਾਂ ਨੂੰ ਖੇਤੀ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਰਾਏ ਬਲਾਰ ਨੇ ਸੈਂਕੜੇ ਮਰੱਬੇ ਜ਼ਮੀਨ ਉਹਨਾਂ ਦੇ ਨਾਂ ਕਰਾਤੀ। ਉਹ ਵੀ ਸਾਡੇ ਵਾਂਗੂ ਠੇਕੇ ਤੇ ਚੜ੍ਹ ਸਕਦੇ ਸੀਗੇ, ਬੈਠ ਕੇ ਖਾ ਲੈਂਦੇ। ਬਿਲਕੁਲ, ਪਰ ਉਹਨਾਂ ਨੇ ਕਿਰਤ ਦੇ ਸਿਧਾਂਤ ਨੂੰ, ਇਹਦੀ ਮਹਾਨਤਾ ਦਰਸਾਉਣ ਵਾਸਤੇ ਨਾ 17 ਸਾਲ ਆਪ ਖੇਤੀ ਕੀਤੀ। ਨਾਲ ਦੂਸਰਾ ਸਿਧਾਂਤ ਇਹ ਪੱਕਾ ਕਰਿਆ, ਸਿੱਖ ਗੁਰੂ, ਗੁਰੂ ਸਿੱਖ ਹੈ। ਜੋ ਸੰਗਤ ਦਰਸ਼ਨਾਂ ਨੂੰ ਉੱਥੇ ਜਾਂਦੀ ਸੀ ਕਰਤਾਰਪੁਰ ਨੂੰ ਕਹਿੰਦੇ ਸੀ ਗੁਰੂ ਖਡੂਰ ਸਾਹਿਬ ਹੈ, ਉੱਥੇ ਜਾਓ। ਆਪੇ ਗੁਰੂ ਚੇਲੇ ਦਾ ਉਹਨਾਂ ਨੇ ਉਹ ਸਿਧਾਂਤ ਵੀ ਉੱਥੇ ਪੱਕਾ ਕਰਿਆ। ਬਿਲਕੁਲ, ਗੁਰੂ ਨਾਨਕ ਸਿੱਖ ਬਣ ਗਿਆ, ਗੁਰੂ ਅੰਗਦ ਸਾਹਿਬ ਬਣ ਗਏ। ਸਾਨੂੰ ਗੁਰੂ ਸਾਹਿਬ ਨੇ ਸਾਡੀ ਜ਼ਿੰਦਗੀ ਨਾ ਜਿਉ ਕੇ ਦੱਸੀ ਹੈ, ਸਾਨੂੰ ਰਸਤਾ ਦਿੱਤਾ ਵੀ ਤੁਸੀਂ ਜ਼ਿੰਦਗੀ ਇਸ ਢੰਗ ਨਾਲ ਜਿਉਣੀ ਹੈ। ਪਰ ਅਸੀਂ, ਸਾਡੇ ਪ੍ਰਚਾਰਕਾਂ ਨੇ, ਕਥਾਵਾਚਕਾਂ ਨੇ ਇਹਨੂੰ ਜੰਤਰਾਂ ਮੰਤਰਾਂ 'ਚ ਪਾਤਾ ਜਾਂ ਤਾਂ ਕਰਾਮਾਤਾਂ 'ਚ ਵਾੜਤਾ। ਮੈਂ ਗੁਰੂ ਨਾਨਕ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਿਗਿਆਨੀ ਮੰਨਦਾ, ਜਿਹਨੇ ਸਾਨੂੰ, ਸਾਡੇ ਕਥਾਵਾਚਕਾਂ ਨੇ ਕੀ ਕਰਿਆ ਵੀ ਬਾਬੇ ਨਾਨਕ ਨੇ ਮੱਝਾਂ ਚਾਰਦੇ ਨੇ ਖੇਤ ਉਜਾੜਤਾ, ਉਦੋਂ ਬਾਅਦ ਹਰਾ ਭਰਾ ਕਰਕੇ ਦਿਖਾਤਾ, ਕਰਾਮਾਤ 'ਚ ਵਾੜਤਾ ਮਸਲਾ। ਪਰ ਅਸਲ ਦੇ ਵਿੱਚ ਕੀ ਸੀ ਵੀ ਉਹਨਾਂ ਨੇ ਸਾਨੂੰ ਇੱਕ ਕਨਸੈਪਟ ਦਿੱਤਾ ਵੀ ਜੇ ਕਿਸੇ ਫਸਲ ਨੂੰ ਕਿਸੇ ਖਾਸ ਸਮੇਂ 'ਤੇ ਜਾਂ ਉਹਦੇ ਵਿੱਚ ਪਸ਼ੂ ਫੇਰ ਦਿਓ, ਜਾਂ ਉਹਨੂੰ ਉੱਪਰੋਂ ਤੋੜ ਦਿਓ, ਵੱਢ ਦਿਓ, ਪ੍ਰੂਨਿੰਗ ਕਰ ਦਿਓ, ਜਿਹਨੂੰ ਅੱਜ ਨਵੇਂ ਭਾਸ਼ਾ ਵਰਤ ਲਈ ਆਪਾਂ, ਇਹਦੀ ਪ੍ਰੂਨਿੰਗ ਕਰ ਦਿਓ, ਤੇ ਉਹ ਫਸਲ ਦਾ ਝਾੜ ਵੱਧ ਜਾਂਦਾ ਤੇ ਉਹਦਾ ਫਟਾਰਾ ਵੱਧ ਜਾਂਦਾ। ਉਹਨਾਂ ਨੇ ਤਾਂ ਸਾਨੂੰ ਤਜਰਬਾ ਦਿੱਤਾ, ਅਸੀਂ ਉਹਨੂੰ ਕਰਾਮਾਤ 'ਚ ਵਾੜਤਾ, ਅਸੀਂ ਉਹ ਤੋਂ ਸੇਧ ਨਹੀਂ ਲਈ। ਸਾਡੀ ਇਹ ਤਰਾਸਦੀ ਹੈ ਸਾਡੇ ਪ੍ਰਚਾਰਕਾਂ ਦੀ, ਜਿੰਨੇ ਵੀ ਸਾਡੇ ਕਿਸੇ ਵੀ, ਉਰੇ ਦੇਖੋ ਮੇਰੇ ਹਿਸਾਬ 'ਚ ਵੀ 10,000 ਸਾਡੇ ਬ੍ਰਹਮ ਗਿਆਨੀ ਤੁਰਿਆ ਫਿਰਦਾ ਪੰਜਾਬ 'ਚ। ਕਥਾਵਾਚਕ, ਰਾਗੀ, ਢਾਡੀ ਦਾ ਤਾਂ ਪਤਾ ਨਹੀਂ ਕਿੰਨੇ ਕਿੰਨੇ। ਸਿੱਖ ਘੱਟ ਨੇ, ਇਹਨਾਂ ਦੀ ਗਿਣਤੀ ਜ਼ਿਆਦਾ ਹੈ। ਪਰ ਕੌਮ ਦਿਨੋਂ ਦਿਨ ਥੱਲੇ ਨੂੰ ਜਾਈ ਜਾਂਦੀ ਹੈ। ਉਹਦੇ ਪਿੱਛੇ ਰੀਜ਼ਨ ਕੀ ਹੈ? ਇਹ ਤਾਂ ਨਹੀਂ ਕਿ ਵੀ ਆਪਾਂ ਜਿਵੇਂ ਆਪਣੇ ਮੂਲ ਨਾਲੋਂ ਟੁੱਟ ਗਏ। ਮੇਰੇ ਹਿਸਾਬ ਨਾਲ ਮੂਲ ਨਾਲੋਂ ਬਿਲਕੁਲ ਆ ਖੇਤੀਬਾੜੀ ਦੇ ਵਿੱਚ ਤਾਂ ਸਿੱਧੇ ਤੌਰ ਤੇ ਆਪਾਂ ਆਪਣੇ ਮੂਲ ਨਾਲ ਟੁੱਟ ਗਏ। ਨਹੀਂ, ਪਹਿਲਾਂ ਸਾਡਾ ਸਿਧਾਂਤ ਕਿਰਤ ਦਾ ਅਸੀਂ ਛੱਡਤੀ, ਟੁੱਟ ਗਏ। ਅੱਜ ਕੱਲ੍ਹ ਤਾਂ ਮੈਨੂੰ ਐਂ ਲੱਗਦਾ ਬਾਪੂ ਵੀ ਪੂਰੇ ਸਾਲ ਦੇ ਵਿੱਚ ਲਗਭਗ 1.5-2 ਮਹੀਨੇ ਹੀ ਆਪਾਂ ਜਿਹੜਾ ਕਿਸਾਨ ਹੁੰਦਾ ਉਹ ਕੰਮ 'ਚ ਰੁੱਝਿਆ ਹੁੰਦਾ, ਬਾਕੀ ਸਮਾਂ ਤਾਂ ਵਿਹਲੇ ਹੀ ਹੁੰਦਾ, ਕਿਉਂਕਿ ਮਸ਼ੀਨੀਕਰਨ ਹੋ ਗਿਆ ਪੂਰਾ ਹੀ। ਨਹੀਂ, ਕਿਸਾਨ ਦੇਖੋ, ਜਿਵੇਂ ਅੱਜ ਆਪਾਂ ਗੱਲ ਕਰੀਏ, ਮੇਰੇ ਪਿੰਡ ਦੀ ਮੈਂ ਗੱਲ ਕਰਦਾ, ਬਾਹਰ ਦਾ ਨਹੀਂ ਆਪਾਂ ਕਰਦੇ, 12 ਦਿਨ 'ਚ ਵਾਢੀ ਮੁੱਕ ਗਈ। ਹਾਂ ਬਿਲਕੁਲ,
ਵਾਢੀ ਵੀ ਮੁੱਕ ਗਈ, ਤੂੜੀ ਵੀ ਮੁੱਕ ਗਈ, ਹੋ ਗਏ ਵਿਹਲੇ। ਨਵੇੜ ਲਿਆ ਕੰਮ। 12-15 ਦਿਨ ਸਾਡੇ ਲੱਗਣਗੇ ਝੋਨਾ ਲਾਉਣ ਨੂੰ। ਬਿਲਕੁਲ 12-15 ਅੱਗੇ ਵੱਢਣ ਤੇ ਲਾ ਲਓ। ਯਾਨੀ ਅਸੀਂ 30 ਤੋਂ 35 ਦਿਨ ਕੰਮ ਕਰਦੇ ਹਾਂ। ਉਹ ਵੀ ਅਸੀਂ ਕੰਮ ਉਹ ਨਹੀਂ ਕਰਦੇ ਜਿਵੇਂ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ। ਉਹਦਾ ਕੰਬਾਈਨ ਨੇ ਜੀ ਝੋਨਾ ਵੱਢਤਾ, ਟਰਾਲੀ 'ਚ ਪਾਇਆ, ਸਿੱਧਾ ਮਾਰਕੀਟ ਦੇ ਵਿੱਚ ਗਿਆ, ਭਈਏ ਝੋਨਾ ਲਾ ਗਏ। ਸਪਰੇਅ ਅਸੀਂ ਕਿਰਾਏ ਤੇ ਕਰਾ ਲਈ, ਰੇਹ ਕਿਰਾਏ ਤੇ ਪਵਾ ਲਿਆ। ਅਸੀਂ ਕੀ ਕਰਿਆ ਦੱਸੋ? ਅਸੀਂ ਤਾਂ ਜੇ ਨਾਉਂ ਦੇ ਜ਼ਿਮੀਂਦਾਰ ਹਾਂ। ਜਦੋਂ ਮੇਰੇ ਵਰਗਾ ਕੋਈ ਬਜ਼ੁਰਗ ਉੱਥੇ ਨਾਭੇ ਫਲਾਈਓਵਰ ਲਵੇ ਜਾ ਕੇ ਗੰਨੇ ਦਾ ਜੂਸ ਪੀਂਦਾ ਨਾ, ਰੇਹੜੀ ਵਾਲੇ ਤੋਂ ਲੈ ਕੇ ਫਿਰ ਮੁੱਛਾਂ ਨੂੰ ਵੱਟ ਦੇ ਕੇ ਕਰਕੇ ਖੰਗੂਰਾ ਮਾਰ ਕੇ ਉਹਨੂੰ ਪੈਸੇ ਦੇ ਕੇ ਤੁਰਦਾ, ਮੈਂ ਫਿਰ ਹੈਰਾਨ ਹੋਣਾ ਨਾ ਵੀ ਇਹ ਕਿਸਾਨ ਕਹਾਉਂਦਾ ਆਪਣੇ ਆਪ ਨੂੰ। ਅਸੀਂ ਤਾਂ ਗੰਨਾ ਨਹੀਂ ਸਾਡੇ ਖੇਤ 'ਚ ਹੈਗਾ। ਰਸੋਈ ਦੇ ਵਿੱਚ ਅੱਜ ਸਾਡੇ ਕੋਲੇ ਕਣਕ ਤੋਂ ਬਿਨਾਂ ਸਾਡੇ ਖੇਤ 'ਚੋਂ ਕੀ ਆਉਂਦਾ? ਕੁਛ ਨਹੀਂ ਆਉਂਦਾ ਨਾ। ਸਾਡੇ ਕੋਲ ਸਬਜ਼ੀ ਵੀ ਬਾਜ਼ਾਰੋਂ ਆਉਂਦੀ ਹੈ। ਬਾਕੀ ਸਾਰਾ ਕੁਝ ਸਾਡਾ ਚੁੱਲ੍ਹੇ ਦੀ ਜੋ ਲੋੜਾਂ ਨੇ ਉਹ ਸਾਰੀਆਂ ਬਾਜ਼ਾਰੋਂ ਆਉਂਦੀਆਂ ਨੇ। ਦੂਸਰੇ ਅਸੀਂ ਕਹਿੰਦੇ ਅਸੀਂ ਅੰਨਦਾਤੇ ਹਾਂ। ਕਿੱਥੋਂ ਅਸੀਂ ਅੰਨਦਾਤੇ? ਇਸ ਤਾਂ ਮੰਗਤੇ ਬਣ ਗਏ। ਜਦੋਂ ਮੈਂ ਸਾਰਾ ਕੁਝ ਬਾਜ਼ਾਰੋਂ ਖਰੀਦ ਕੇ ਲਿਆਉਂਗਾ ਮੈਂ ਅੰਨਦਾਤਾ ਥੋੜ੍ਹਾ ਰਹਿ ਗਿਆ। ਫਿਰ ਅੰਨ ਕਿਹੜਾ ਮੇਰਾ ਕੁਆਲਿਟੀ ਦਾ? ਜ਼ਹਿਰ ਹੈ ਨਿਰੀ। ਉਹ ਵੀ ਜ਼ਹਿਰ ਹੈ। ਉਹ ਵੀ ਨਿਰੀ ਜ਼ਹਿਰ ਹੈ। ਬਿਲਕੁਲ ਸਹੀ ਗੱਲ। ਇਹ ਕੀ ਕਾਰਨ ਹੋ ਸਕਦਾ ਇਹਦੇ ਪਿੱਛੇ? ਜਿਵੇਂ ਪਹਿਲਾਂ ਤਾਂ ਸਾਰਾ ਪਰਿਵਾਰ ਜਿਹੜਾ ਉਹ ਖੇਤੀਬਾੜੀ 'ਚ ਹੁੰਦਾ ਸੀ, ਹੁਣ ਇਹ ਤਾਂ ਨਹੀਂ ਕਿਤੇ ਕਿ ਪਰਿਵਾਰ ਇੱਕ ਹਿਸਾਬ ਨਾਲ ਟੁੱਟ ਹੀ ਗਿਆ, ਕੋਈ ਨੌਕਰੀ ਲੱਗ ਜਾਂਦਾ, ਕੋਈ ਕਿਤੇ ਜਾ ਵੜਦਾ, ਕੋਈ ਕਿਤੇ ਜਾ ਵੜਦਾ, ਵੀ ਇਕੱਲਾ ਬੰਦਾ ਕਿੱਥੇ ਨਹੀਂ ਖੇਤੀ ਸੰਭਾਲ ਸਕਦਾ। ਇਹਦੇ ਵਿੱਚ ਜੋ ਮੈਨੂੰ ਲੱਗਿਆ ਰੀਜਨ, ਮੇਨ ਰੀਜਨ ਜਿਹੜਾ ਲੱਗਿਆ ਵੀ ਕਾਰਪੋਰੇਟ ਸੈਕਟਰ ਦਾ ਜ਼ਿਆਦਾ ਹੱਥ ਹੈ। ਉਹਨਾਂ ਨੂੰ ਬਿਜ਼ਨਸਮੈਨ ਨੂੰ ਚਾਹੀਦੀ ਹੈ ਮਾਰਕੀਟ, ਮੁਨਾਫਾ ਕਮਾਉਣ ਵਾਸਤੇ। ਤੇ ਉਹਨਾਂ ਨੇ ਦੇਖਿਆ ਵੀ ਅਸੀਂ ਪੈਸਾ ਕਿਵੇਂ ਕਮਾ ਸਕਦੇ ਹਾਂ। ਜਦੋਂ ਦੂਸਰੀ ਸੰਸਾਰ ਜੰਗ ਖਤਮ ਹੋ ਗਈ ਤੇ ਜਿਹੜੀਆਂ ਅਸਲਾ ਫੈਕਟਰੀ ਸੀਗੀਆਂ ਸਾਰੀਆਂ ਬੰਦ ਹੋ ਗਈਆਂ। ਹੁਣ ਇੰਨਾ ਵੱਡਾ ਇੰਨਾ ਸਰਮਾਇਆ ਲੱਗਿਆ ਹੋਇਆ ਉਹ ਬੰਦ ਕਰਕੇ ਤਾਂ ਰਾਜੀ ਨਹੀਂ। ਕਿਸੇ ਦਾ ਅਚਾਨਕ ਵਪਾਰ ਠੱਪ ਹੋ ਜੇ ਉਹ ਹੱਥ ਪੈਰ ਮਾਰਦਾ ਨਾ ਵੀ ਹੁਣ ਅਸੀਂ ਕੀ ਕਰੀਏ, ਕਿੱਥੋਂ ਪੈਸਾ ਕਮਾਈਏ। ਉਹਨਾਂ ਨੇ ਫਿਰ ਅਚਾਨਕ ਕੋਈ ਉਹਨਾਂ ਦਾ ਇੱਕ ਬੰਦਾ ਤੁਰਿਆ ਫਿਰਦਾ ਕਿਸੇ ਫੈਕਟਰੀ 'ਚ ਬੰਦ ਪਈ ਦੇ ਵਿੱਚ ਜਦੋਂ ਗਿਆ ਤੇ ਉਹਨੂੰ ਉੱਥੇ ਉਸ ਕਿਸੇ ਢੇਰ ਦੇ ਵਿੱਚ ਨਾ ਜਿਹੜਾ ਉਹਨਾਂ ਦਾ ਬਰੂਦ ਬਣਾਉਂਦੇ ਆ, ਅਮੂਨੀਸ਼ਨ ਤਿਆਰ ਕਰਦੇ, ਉਹਦੇ ਢੇਰ ਦੇ ਉੱਤੇ ਇੱਕ ਬੂਟਾ ਮਿਲਿਆ ਬੜਾ ਵਧੀਆ। ਉਹਦੇ ਦਿਮਾਗ 'ਚ ਫਿਰ ਉੱਥੋਂ ਆਈ ਵੀ ਜੇ ਅਸੀਂ ਇਸ ਸਿਸਟਮ ਨੂੰ ਇਧਰ ਖੇਤੀ ਵਾਲੇ ਪਾਸੇ ਵਰਤੀਏ ਤੇ ਦੂਸਰਾ ਇਹ ਹੈ ਵੀ ਖੇਤੀ ਦੇ ਵਿੱਚ ਲਗਾਤਾਰ ਕਮਾਈ ਹੈ। ਕਿਉਂਕਿ ਇਹਨੇ ਖਾਣ ਬਿਨਾਂ ਵੀ ਸਰਨਾ ਨਹੀਂ ਜਿੰਨਾ ਚਿਰ ਜ਼ਿੰਦਗੀ ਚੱਲਦੀ ਹੈ। ਢਿੱਡ ਦਾ ਭਰਨਾ ਹੀ, ਢਿੱਡ ਦਾ ਭਰਨਾ ਹੈ ਤੇ ਉਹਦੇ ਵਿੱਚ ਉਹਨਾਂ ਚਿਰ ਹੀ ਕਮਾਈ ਵੀ ਹੈ। ਫਿਰ ਸਹੀ ਗੱਲ। ਉਹਨਾਂ ਨੇ ਫਿਰ ਉਹ ਕਾਰਖਾਨਿਆਂ ਦਾ ਮੂੰਹ ਇੱਧਰ ਨੂੰ ਮੋੜਤਾ ਐਗਰੀ ਪ੍ਰੋਡਕਟ ਬਣਾਉਣ 'ਤੇ। ਅਸੀਂ ਹੌਲੀ ਹੌਲੀ ਫਿਰ ਸਹੂਲਤਾਂ ਦੇ ਸੁੱਖਾਂ ਦੇ ਆਦੀ ਹੋ ਗਏ। ਜਦੋਂ ਸਾਨੂੰ ਨਦੀਨਨਾਸ਼ਕ ਆਇਆ ਅਸੀਂ ਦੇਖਿਆ ਬੜਾ ਨਜ਼ਾਰਾ ਆ ਗਿਆ। ਕੰਮ ਹੀ ਘਟ ਗਿਆ। ਕੰਮ ਘਟ ਗਿਆ ਜੀ, ਸਾਡੀ ਲੇਬਰ ਇੰਨੀ ਬਚ ਗਈ, ਸਾਡੇ ਕੋਲ ਬਚਤ ਹੋਣੀ ਸ਼ੁਰੂ ਹੋ ਗਈ। ਯਾਨੀ ਅਸੀਂ ਕੈਲਕੂਲੇਸ਼ਨ ਕਰਨੀ ਸ਼ੁਰੂ ਕਰਤੀ। ਮੋਹ ਟੁੱਟ ਗਿਆ ਸਾਡਾ ਉੱਧਰੋਂ ਮੋਹ ਟੁੱਟ ਗਿਆ। ਫਿਰ ਜਦੋਂ ਕੈਲਕੂਲੇਸ਼ਨਾਂ ਕਰੀਆਂ ਵੀ ਸਾਨੂੰ ਜੇ ਅਸੀਂ ਇੰਨੇ ਪੈਸੇ ਲਾਉਂਦੇ ਹੁਣ ਸਾਡੇ ਇੰਨੇ ਬਚ ਗਏ। ਕਿਉਂਕਿ 200 ਉਦੋਂ 150 ਰੁਪਏ ਦੀ ਦਵਾਈ ਸੀਗੀ ਕਿ ਜਿਹੜੀ ਨਦੀਨਨਾਸ਼ਕ ਦੀ ਕਿੱਲੇ 'ਚ ਪਾਈ ਵੀ ਹੱਥੀਂ ਪੱਟਦੇ ਤਾਂ 2000 ਰੁਪਈਆ ਲੱਗਦਾ, ਉੱਥੇ 150 ਨਾਲ ਕੰਮ ਚੱਲ ਗਿਆ। ਫਿਰ ਅਸੀਂ ਉੱਥੇ ਹਿਸਾਬੀ ਕਿਤਾਬੀ ਬਣ ਗਏ। ਹਿਸਾਬੀ ਕਿਤਾਬੀ ਬਣਨ ਨਾਲ ਫਿਰ ਅਸੀਂ ਇੱਥੇ ਤੱਕ ਹਿਸਾਬੀ ਕਿਤਾਬੀ ਬਣ ਗਏ ਵੀ ਇੱਕ ਬਿੱਗੇ ਦੇ ਝੋਨੇ ਨਾਲ ਤਾਂ ਸਾਡੇ ਸਾਰਾ ਰਸੋਈ ਦਾ ਸਮਾਨ ਆ ਜਾਊਗਾ, ਛੱਡੋ ਪਰੇ, ਬਾਜ਼ਾਰੋਂ ਲਿਆਵਾਂਗੇ ਝੋਨਾ ਲਾ ਦਿਓ। ਹਾਲਾਂਕਿ ਅਸੀਂ ਖਾਣਾ ਨਹੀਂ। ਸਹੀ ਗੱਲ। ਆਪਾਂ ਕਿਹੜਾ ਖਾਂਦੇ ਆ ਪੰਜਾਬ 'ਚ? ਚੌਲ ਤਾਂ ਕੋਈ ਆਮ ਖਾਦੇ ਨਹੀਂ ਨਾ ਜਾਂਦੇ ਬਾਪੂ। ਹਿਸਾਬਾਂ ਕਿਤਾਬਾਂ ਨੇ ਤਾਂ ਪਸ਼ੂ ਘਰੋਂ ਕੱਢਤੇ। ਹਿਸਾਬ ਕਿਤਾਬ 'ਚ ਜਦੋਂ ਦਾ ਕਿਸਾਨ ਪੈ ਗਿਆ, ਕਿਉਂਕਿ ਇਹਨੂੰ ਤਾਂ ਬਿਜ਼ਨਸ ਬਣਾ ਲਿਆ ਸੀ। ਬਿਜ਼ਨਸ ਦੇ ਵਿੱਚ ਫਿਰ ਘਾਟੇ ਵੀ ਹੁੰਦੇ ਨੇ, ਵਾਧੇ ਵੀ ਹੁੰਦੇ ਨੇ। ਉਹ ਦਿਮਾਗ ਦੇ ਸਿਰ 'ਤੇ ਤੁਹਾਡੇ ਦੇ। ਸਹੀ ਗੱਲ। ਵੀ ਤੁਸੀਂ ਇਹਨੂੰ ਮੁਨਾਫੇ 'ਚ ਲਿਜਾ ਸਕਦੇ ਹੋ ਜਾਂ ਘਾਟੇ 'ਚ ਪਾ ਸਕਦੇ ਹੋ। ਜਦੋਂ ਕਿ ਬਿਜ਼ਨਸ ਹੈ ਨਹੀਂ, ਇਹ ਸਾਡੀ ਜ਼ਿੰਦਗੀ ਜਿਉਣ ਦਾ ਇੱਕ ਜ਼ਰੀਆ ਹੈ। ਇਹ ਹੁਣ ਤਾਂ ਜਿਹੜੇ ਮਾਂ ਪਿਓ ਉਹ ਵੀ ਕਹਿੰਦੇ ਆ ਵੀ ਆਪਦੇ ਜਵਾਕਾਂ ਨੂੰ ਇਹ ਕਹਿੰਦੇ ਆ ਵੀ ਖੇਤੀ 'ਚ ਕੁਛ ਨਹੀਂ ਹੈ। ਇਹ ਖਾਸ ਕਰਕੇ ਜਿਵੇਂ ਤੁਹਾਡੀ ਗੱਲ ਹੈ ਰਸਾਇਣਾ ਕਰਕੇ ਹੀ ਹੈ, ਕਿਉਂਕਿ ਕਰਜ਼ਈ ਹੋਏ। ਅਤੇ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਚਲੋ ਬੱਚਿਆਂ ਨੇ ਤਾਂ ਆਉਣਾ ਹੀ ਕਿੱਥੇ ਆ। ਪਹਿਲਾਂ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਉਹ ਵੀ ਖੇਤਾਂ 'ਚ ਕੰਮ ਕਰਦੀਆਂ ਸੀ। ਬੀਬੀਆਂ ਦੀ ਪਹਿਲਾਂ 40% ਸ਼ਮੂਲੀਅਤ ਸੀਗੀ ਖੇਤਾਂ ਦੇ ਵਿੱਚ। ਕਿ ਉਹਨਾਂ ਨੇ ਸਵੇਰੇ ਪਸ਼ੂਆਂ ਦੀਆਂ ਧਾਰਾਂ ਉਹਨਾਂ ਨੇ ਕੱਢਣੀਆਂ, ਗੋਹਾ ਕੂੜਾ ਸਿੱਟਣਾ, ਰੋਟੀ ਬਣਾਉਣੀ ਤੇ ਫਿਰ ਜਿੰਨੇ ਬੰਦੇ ਖੇਤ ਕੰਮ ਕਰਦੇ ਨੇ ਉਹਨਾਂ ਦੀ ਰੋਟੀ ਲੈ ਕੇ ਜਾਣੀ। ਫਿਰ ਦੁਪਹਿਰ ਦੀ ਰੋਟੀ ਲੈ ਕੇ ਜਾਣੀ।
ਹਾਂ ਬਿਲਕੁਲ। ਨਰਮੇ ਚੁਗਣੇ, ਕਪਾਹਾਂ ਚੁਗਣੀਆਂ, ਮੂੰਗਫਲੀਆਂ ਚੁਗਣੀਆਂ, ਇਹ ਉਹਨਾਂ ਦਾ ਹਿੱਸਾ ਸੀ। ਉਹਨੂੰ ਸਾਫ਼ ਸਫਾਈ ਕਰਨੀ ਉਹ ਉਹਨਾਂ ਦਾ ਕੰਮ ਸੀਗਾ। ਬਿਲਕੁਲ। ਸ਼ਾਮ ਨੂੰ ਧਾਰਾਂ ਵੀ ਕੱਢਣੀਆਂ, ਕਈ ਪਰਿਵਾਰਾਂ 'ਚ ਪੱਠੇ ਵੀ ਵੱਢਣੇ, ਜਿਨ੍ਹਾਂ ਕੋਲੇ ਕੰਮ ਜ਼ਿਆਦੇ ਸੀਗੇ, ਤੇ ਇਹਨਾਂ ਕੰਮ ਕਰਦੀਆਂ ਸੀ। ਜਦੋਂ ਅਸੀਂ ਆ ਗਏ ਇਸ ਹਰੀ ਕ੍ਰਾਂਤੀ ਦੇ ਦੌਰ 'ਚ, ਫਿਰ ਇਹਨਾਂ ਨੇ ਪਹਿਲਾਂ ਲੇਬਰ ਕੱਢੀ ਖੇਤ 'ਚੋਂ। ਉਹ ਲੇਬਰ ਦੇ ਨਾਲ ਸਾਡੀਆਂ ਜਿਹੜੀਆਂ ਔਰਤਾਂ ਸੀਗੀਆਂ, ਜਨਾਨੀਆਂ, ਉਹ ਨਿਕਲੀਆਂ ਨਾਲ, ਕਿਉਂਕਿ ਝੋਨੇ ਨੇ ਫਿਰ ਸਾਰੀਆਂ ਫਸਲਾਂ ਖਤਮ ਕਰਤੀਆਂ। ਇਕੱਲੇ ਹੀ ਇਹਨੇ ਸਰਦਾਰੀ ਮਨੋਪਲੀ ਬਣ ਗਈ ਇਹਦੀ। ਬਿਲਕੁਲ। ਜਦੋਂ ਬਾਕੀ ਦੀਆਂ ਫਸਲਾਂ ਖਤਮ ਹੋ ਗਈਆਂ ਤੇ ਔਰਤਾਂ ਦਾ ਕੰਮ ਖਤਮ ਹੋ ਗਿਆ ਖੇਤ 'ਚੋਂ। ਬਿਲਕੁਲ। 1972 ਦੇ ਵਿੱਚ ਇੱਕ ਗਾਣਾ ਆਇਆ ਸੀ ਕਿਸੇ ਉਸ ਦਾ ਦੋ ਗਾਣਾ, ਉਹ ਗਾਉਂਦਾ, ਕਹਿੰਦਾ ਵੀ ਉੱਠ ਕੇ ਪਕਾ ਦੇ ਰੋਟੀਆਂ, ਕਾਹਤੋਂ ਪਈਆਂ ਮੂੰਗੀਆਂ ਤਾਣੀ। ਤੇ ਅੱਗੋਂ ਜਵਾਬ ਮਿਲਦਾ ਵੀ ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ, ਤੀਵੀਆਂ ਦਾ ਰਾਜ ਹੋ ਗਿਆ। ਇੰਦਰਾ ਗਾਂਧੀ ਉਦੋਂ ਪ੍ਰਧਾਨ ਮੰਤਰੀ ਬਣੀ ਸੀ। ਅੱਛਾ। ਮੈਨੂੰ ਲੱਗਦਾ ਵੀ ਉਸ ਬੰਦੇ ਨੇ ਜਿਹਨੇ ਇਹ ਗਾਣਾ ਲਿਖਿਆ, ਉਹਨੂੰ ਵੀ ਨਹੀਂ ਪਤਾ ਹੋਣਾ ਮੈਂ ਕਿੰਨੀ ਵੱਡੀ ਆਉਣ ਵਾਲੇ ਸਮੇਂ ਦੀ ਇੱਕ ਸੱਚਾਈ ਲਿਖ ਰਿਹਾ। ਅਸੀਂ ਉਹ ਚੱਕੀ ਵੀ ਛੱਡਤੀ, ਚੁੱਲ੍ਹਾ ਵੀ ਛੱਡਤਾ, ਸਾਰਾ ਕੁਝ ਹੀ ਛੱਡਤਾ। ਦੁੱਧ ਰਿੜਕਣ ਨੂੰ ਮਧਾਣੀਆਂ ਮਸ਼ੀਨੀ ਹੋ ਗਈਆਂ, ਚੁੱਲ੍ਹਾ ਦੀ ਥਾਵੇਂ ਗੈਸ ਆ ਗਏ, ਤੇ ਇਸ ਗੀਜ਼ਰ ਆ ਗਏ, ਯਾਨੀ ਕੰਮ ਘਟ ਗਿਆ। ਕੰਮ ਘਟਣ ਨਾਲ ਸਾਡੇ ਖਾਣੇ ਬਦਲ ਗਏ। ਅਸੀਂ ਵਿਹਲੜ ਹੋ ਗਏ। ਜੇ ਅਸੀਂ ਕਹੀਏ ਵੀ ਪੰਜਾਬ ਦੇ ਵਿੱਚ ਇੰਨੀ ਬੇਰੁਜ਼ਗਾਰੀ ਹੈ, ਬੇਰੁਜ਼ਗਾਰੀ ਨਹੀਂ ਹੈਗੀ, ਵਿਹਲੜਪਣ ਹੈ। ਸਹੀ ਗੱਲ। ਜੇ ਬੇਰੁਜ਼ਗਾਰੀ ਹੋਵੇ ਤਾਂ ਇੱਥੇ ਇੰਨਾ ਭਈਆ ਕੀ ਕਰਨਾ ਹੋਵੇ। ਤੁਸੀਂ ਕਦੇ ਹਿਸਾਬ ਲਾਇਓ ਵੀ ਪੰਜਾਬ ਦਾ ਜਿਸ ਪੈਸੇ ਨੇ ਵਿਕਾਸ ਕਰਨਾ ਸੀ ਪੰਜਾਬ ਦਾ, ਉਹ ਇੱਕ ਮਹੀਨੇ ਦੇ ਵਿੱਚ ਕਿੰਨਾ ਪੈਸਾ ਸਾਡਾ ਬਾਹਰ ਜਾ ਰਿਹਾ। ਬਿਲਕੁਲ। ਜਿਹਨੇ ਸਾਡੇ ਵਿਕਾਸ ਤੇ ਖੜੋਤ ਲਾਤੀ। ਸਹੀ ਗੱਲ ਹੈ। ਅਸੀਂ ਕਹਿੰਦੇ ਸਾਡੇ ਕੋਲ ਬੇਰੁਜ਼ਗਾਰੀ ਹੈ, ਕੰਮ ਅਸੀਂ ਨਹੀਂ ਕਰਨਾ, ਲੋਕਾਂ ਤੋਂ ਕਰਾਉਣਾ, ਅਸੀਂ ਬੇਰੁਜ਼ਗਾਰ ਆਪੇ ਹੀ ਬਣ ਗਏ। ਵੈਸੇ ਤਾਂ ਵਿਹਲੇ ਆ ਨਾ। ਫਿਰ ਖੇਤੀ ਸੈਕਟਰ ਇੱਕ ਇਹੋ ਜਿਹਾ ਹੈ ਵੀ ਜਿਹੜਾ ਸਭ ਤੋਂ ਵੱਧ ਰੁਜ਼ਗਾਰ ਇਹਦੇ ਵਿੱਚ ਹੈ। 80% ਪਬਲਿਕ ਨੂੰ ਇਹ ਰੁਜ਼ਗਾਰ ਦੇਣ ਦੇ ਸਮਰੱਥ ਹੈ। ਉਹ ਠੀਕ ਹੈ ਵੀ ਸਾਡੀਆਂ ਜਿਹੜੀਆਂ ਵਿਲਾਸਤਾਵਾਂ ਨੇ, ਇੱਛਾਵਾਂ ਨੇ, ਉਹਨਾਂ ਨੂੰ ਨਾ ਤਾਂ ਨਹੀਂ ਖੇਤੀ ਪੂਰਾ ਕਰ ਸਕਦੀ, ਪਰ ਅਸੀਂ ਜ਼ਿੰਦਗੀ ਬੜੀ ਵਧੀਆ ਢੰਗ ਨਾਲ ਜੀ ਸਕਦੇ ਹਾਂ ਜੇ ਅਸੀਂ ਆਪਣੀਆਂ ਲਾਲਸਾਵਾਂ ਮਾਰ ਲਈਏ। ਪਰ ਸਾਨੂੰ ਲਾਲਸਾਵਾਂ ਖਰਾਬ ਕਰ ਰਹੀਆਂ ਨੇ। ਬਾਪੂ ਜਿਵੇਂ ਮੇਰੇ ਤੁਹਾਡੀ ਗੱਲ 'ਚ ਇੱਕ ਗੱਲ ਯਾਦ ਆਈ ਵੀ ਆਪਾਂ ਕੰਮ ਕਰਨਾ ਘਟ ਗਏ ਹਾਂ। ਜਿਵੇਂ ਤੁਸੀਂ ਇੱਥੇ ਚੰਡੀਗੜ੍ਹ ਜਾ ਕੇ ਵੇਚਦੇ ਹੋ ਸਭ ਕੁਛ, ਹੈ ਨਾ। ਅਤੇ ਅੱਜ ਕੱਲ੍ਹ ਤਾਂ ਆਪਣੇ ਜਿਹੜੇ ਮੁੰਡੇ ਆ ਉਹਨਾਂ ਨੂੰ ਇਹ ਕੰਮ ਕਰਨਾ ਐਂ ਲੱਗਦਾ ਕਿ ਯਾਰ ਅਸੀਂ ਥੋੜ੍ਹੀ ਇਹ ਕੰਮ ਕਰਾਂਗੇ। ਹਾਂ, ਉਹ ਸ਼ਾਨ ਦੇ ਉਲਟ ਸਮਝਦੇ ਸਾਡੇ ਉਸ ਦਾ। ਉਹ ਇੱਕ ਮਾਹੌਲ ਅਸੀਂ ਬਣਾਤਾ, ਉਹਦੇ ਜ਼ਿੰਮੇਵਾਰ ਅਸੀਂ ਹਾਂ। ਅਸੀਂ ਜਦੋਂ ਪੜ੍ਹਦੇ ਸੀ, ਸਾਨੂੰ ਪਹਿਲਾਂ ਕਹਿੰਦੇ ਹੁੰਦੇ ਜਦੋਂ ਪੜ੍ਹ ਕੇ ਆਉਣਾ ਨਾ, ਯਾਰ ਰੋਟੀ ਪਈ ਆ, ਦੁੱਧ ਪਿਆ, ਖਾਓ ਪੀਓ, ਉਦੋਂ ਬਾਅਦ ਆਹ ਕੰਮ ਕਰਨਾ, ਆਥਣੇ ਪੜ੍ਹਿਓ। ਹੁਣ ਅਸੀਂ ਬੱਚਿਆਂ ਨੂੰ ਕਹਿੰਦੇ ਇਹਨੂੰ ਖੇਤ ਨਾ ਭੇਜੇ, ਇਹਨਾਂ ਦੀ ਪੜ੍ਹਾਈ ਖਰਾਬ ਹੋ ਜੂ। ਬੱਚਿਆਂ ਨੂੰ ਫਸਲਾਂ ਦਾ ਨਹੀਂ ਪਤਾ। ਮੈਂ ਇੱਕ ਵਾਰੀ ਇੱਥੇ ਤਿਲ ਬੀਜ ਲਏ ਸ਼ੁਰੂ 'ਚ, ਆ ਸਾਹਮਣੇ ਉਰੇ। ਅੱਛਾ। 30 35 ਸਾਲ ਤੱਕ ਦੀ ਉਮਰ ਦੇ ਜਿਹੜੇ ਬੰਦੇ ਸੀਗੇ, ਉਹ ਮੈਨੂੰ ਪੁੱਛਦੇ ਸੀ ਇੱਥੇ ਖੜ ਕੇ, ਆਹ ਕੀ ਬੀਜਿਆ, ਆਹ ਕੀ ਬੀਜਿਆ। ਅਗਲੇ ਸਾਲ ਮੈਂ ਕਪਾਹ ਬੀਜ ਲਈ, ਉਹਨਾਂ ਨੂੰ ਨਹੀਂ ਸੀ ਪਤਾ ਵੀ ਆਹ ਕੀ ਹੈ, ਆਹ ਕੀ ਫਸਲ ਬੀਜੀ ਹੈ ਬਈ। ਜਾਣੀ ਅਸੀਂ ਖੇਤੀ ਨਾਲੋਂ ਪੂਰੀ ਤਰ੍ਹਾਂ ਟੁੱਟ ਗਏ। ਤੋੜਨ ਦੇ ਵਿੱਚ ਯੋਗਦਾਨ ਮੈਂ ਤਾਂ ਇਹੀ ਸਮਝੂਗਾ ਵੀ ਜੇ ਮੇਰੇ ਬੱਚੇ ਟੁੱਟੇ ਨੇ ਤਾਂ ਮੇਰਾ ਯੋਗਦਾਨ ਜ਼ਿਆਦਾ ਹੈ। ਬੱਚੇ ਨੂੰ ਕੀ ਪਤਾ ਵੀ ਕੀ ਕਰਨਾ ਜਾਂ ਕੀ ਨਹੀਂ ਕਰਨਾ, ਉਹਨੂੰ ਤਾਂ ਅਸੀਂ ਦੱਸਣਾ ਨਾ। ਬਿਲਕੁਲ। ਅਸੀਂ ਜਦੋਂ ਉਹਨੂੰ ਤੋੜਨ ਤੇ ਲੱਗਿਆ ਵੀ ਨਹੀਂ ਖੇਤੀ ਘਾਟੇ ਬੰਦ ਧੰਦਾ ਜੀ, ਤੂੰ ਨੌਕਰੀ ਕਰ। ਗੁਰਬਾਣੀ 'ਚ ਨੌਕਰੀ ਨਖਿੱਧ ਹੈ, ਬਿਲਕੁਲ, ਗੁਰਮਤਿ ਦੇ ਵਿੱਚ। ਪਰ ਅਸੀਂ ਨੌਕਰੀ ਇੱਕ ਨੰਬਰ ਤੇ ਕਰ ਲਈ, ਉਹ ਇੱਕ ਨੰਬਰ ਤੇ ਕਿਰਤ ਰੱਖਦੀ ਹੈ, ਅਸੀਂ ਇੱਕ ਨੰਬਰ ਤੇ ਨੌਕਰੀ ਰੱਖ ਲਈ। ਪਿਛਲੇ ਹਫਤੇ ਵੀ ਸਾਡੀ ਇੱਕ ਇੰਟਰਵਿਊ ਹੋਈ, ਬੇਟੇ ਨੇ ਬੜਾ ਵਧੀਆ ਕੁਐਸਚਨ ਉਹਦਾ ਜਵਾਬ ਦਿੱਤਾ ਉਸ ਨੂੰ, ਚੈਨਲ ਵਾਲੇ ਨੂੰ, ਐਂਕਰ ਨੂੰ। ਉਹ ਕਹਿੰਦਾ ਵੀ ਅਸੀਂ ਆਪਦੇ ਖੇਤ 'ਚ ਕੰਮ ਕਰਦੇ ਸੀ ਮਾਲਕਾਂ, ਅਸੀਂ ਜਦੋਂ ਕਿਸੇ ਦੇ ਜਾ ਕੇ ਕੰਮ ਕਰਦੇ ਹਾਂ ਅਸੀਂ ਉੱਥੇ ਨੌਕਰ ਹਾਂ। ਜੇ ਸਾਡੀ ਨੌਜਵਾਨੀ ਜਿਹੜੀ ਬਾਹਰ ਜਾ ਕੇ ਨੌਕਰੀ ਕਰਦੀ ਹੈ, ਜੇ ਆਪਣੇ ਖੇਤਾਂ 'ਚ ਇੱਥੇ ਕੰਮ ਕਰ ਲਵੇ ਤੇ ਨਾਲੇ ਤਾਂ ਮਾਲਕ ਦੀ ਮਾਲਕ ਹੈ ਤੇ ਨਾਲੇ ਕੰਮ, ਇੱਥੇ ਕਿਹੜਾ ਪੈਸਾ ਨਹੀਂ ਬਣਦਾ। ਬਿਲਕੁਲ। ਇੱਥੇ ਸਾਡੇ ਲੋਕ ਕਹਿੰਦੇ ਨੇ ਦੇਖੋ ਜੀ ਸਾਡਾ ਸਿਸਟਮ ਨਹੀਂ ਵਧੀਆ, ਇਸ ਕਰਕੇ ਸਾਡੇ ਬੱਚੇ ਬਾਹਰ ਜਾ ਰਹੇ ਨੇ। ਸਿਸਟਮ ਖਰਾਬ ਕਿਹਨੇ ਕਰਿਆ? ਆਪਾਂ ਸਿਸਟਮ ਦਾ ਹਿੱਸਾ ਹੀ ਆ। ਅਸੀਂ ਵੀ ਤਾਂ ਸਿਸਟਮ ਦਾ ਹਿੱਸਾ, ਅਸੀਂ ਵੀ ਉਨੇ ਹੀ ਜ਼ਿੰਮੇਵਾਰ ਹਾਂ ਖਰਾਬ ਕਰਨ ਦੇ ਜਿੰਨਾ ਕੋਈ ਹੋਰ ਹੈ।
ਬਿਲਕੁਲ। ਪਰਿਵਾਰ ਦਾ ਬਾਪੂ ਪੂਰਾ ਤੁਹਾਨੂੰ ਹੁਣ ਇਸ ਟਾਈਮ ਪਰਿਵਾਰ ਦਾ ਪੂਰਾ ਸਹਿਯੋਗ ਹੈ? ਹਾਂ ਜੀ, ਪੂਰਾ ਸਹਿਯੋਗ ਹੈ। ਅੱਛਾ, ਤੁਸੀਂ ਦੱਸ ਰਹੇ ਸੀ ਪਹਿਲਾਂ ਹੀ ਮੈਨੂੰ ਵੀ ਉੱਥੇ ਜਾ ਕੇ ਮੱਕੀ ਦੀ ਰੋਟੀਆਂ ਦੇ ਸਾਗ ਵੀ ਖਵਾਉਣਾ ਚੰਡੀਗੜ੍ਹ ਦੇ ਲੋਕਾਂ ਨੂੰ। ਹਾਂ, ਅਸੀਂ 2017 ਦੇ ਵਿੱਚ ਸਰੋਂ ਦਾ ਸਾਗ ਤਾਂ ਮੈਂ ਖੈਰ 2016 ਚ ਸ਼ੁਰੂ ਕਰਿਆ ਸੀ ਇਕੱਲਾ ਵੇਚਣਾ। ਅੱਛਾ, ਬਣਾ ਕੇ ਪੂਰਾ? ਬਣਾ ਕੇ ਇੱਥੋਂ ਲੈ ਜਾਣਾ ਤੇ ਉੱਥੇ ਵੇਚਣਾ। ਤੇ ਫਿਰ ਅਗਲੇ ਸਾਲ ਵੀ ਮੈਂ 2016 ਚ ਸ਼ੁਰੂ ਕਰਿਆ ਸਾਗ, 2017 ਚ ਵੀ ਸਾਗ ਹੀ ਕਰਿਆ। ਅੱਧ ਦੇ ਵਿੱਚ ਜਾ ਕੇ ਮੈਨੂੰ ਕਿਸੇ ਮੇਰੇ ਸਾਥੀ ਨੇ ਰਾਏ ਦਿੱਤੀ, ਕਹਿੰਦਾ ਯਾਰ ਤੇਰੀ ਘਰ ਵਾਲੀ ਤੇਰੇ ਨਾਲ ਆਉਂਦੀ ਹੈ, ਤੁਸੀਂ ਇੱਥੇ ਮੱਕੀ ਦੀ ਰੋਟੀ ਬਣਾ ਲਿਆ ਕਰੋ ਲਿਆ ਕੇ। ਬਣਾਓ, ਤੁਸੀਂ ਬਣਾ ਸਕਦੇ ਹੋ। ਮੈਨੂੰ ਤਾਂ ਮੇਰੇ ਪਰਿਵਾਰ ਦਾ ਸਾਥ ਨਹੀਂ ਮੈਂ ਬਣਾ ਦੇਵਾਂ। ਅੱਛਾ, ਤੁਸੀਂ ਦੇਖੋ ਪਹਿਲ ਤੁਹਾਡੀ ਹੈ, ਜੇ ਤੁਸੀਂ ਨਹੀਂ ਕਰੋਗੇ ਫਿਰ ਮੈਂ ਕਰੂੰਗਾ। ਚਲੋ ਅਸੀਂ ਸਲਾਹ ਕਰੀ ਵਾਪਸੀ ਤੇ ਆਉਂਦੇ ਹੋਏ, ਮੈਂ ਕਿਹਾ ਵੀ ਇਹ ਫਲਾਣਾ ਬੰਦਾ ਐਂ ਕਹਿੰਦਾ ਸੀ ਸ਼ੇਰਗਿੱਲ, ਆਪਾਂ ਮੱਕੀ ਦੀ ਰੋਟੀ ਨਾਲ ਸ਼ੁਰੂ ਕਰਕੇ ਦੇਖੀਏ ਅਗਲੇ ਹਫਤੇ। ਚਲੋ ਅਸੀਂ ਜੇ ਜਿੱਕਾ ਕਰਦੇ ਕਰਦੇ ਅਸੀਂ ਚੁੱਲ੍ਹਾ ਲੈ ਗਏ ਚੱਕ ਕੇ, ਥਾਲ ਥੂਲ ਲੈ ਗਏ। ਅਸੀਂ ਗੁਰਦੁਆਰਾ ਸਾਹਿਬ ਤੋਂ ਥਾਲ ਮੰਗ ਲਿਆ ਵੀ ਚਲੋ ਪਹਿਲਾਂ ਕੰਮ ਦੇਖਦੇ ਹਾਂ, ਕੰਮ ਚਲਾ ਕੇ ਜੇ ਚੱਲ ਪਿਆ ਫਿਰ ਆਪਾਂ ਥਾਲ ਲੈ ਲਵਾਂਗੇ ਆਪਣੇ। ਤੇ ਸਾਡੀਆਂ 10 ਕੁ ਥਾਲੀਆਂ ਲੱਗੀਆਂ ਪਹਿਲੇ ਦਿਨ। ਅੱਛਾ, ਸਾਨੂੰ ਹੌਸਲਾ ਹੋ ਗਿਆ ਵੀ ਕੰਮ ਚੱਲੂਗਾ। ਹੌਲੀ ਹੌਲੀ ਲੋਕਾਂ ਨੂੰ ਪਤਾ ਵੀ ਲੱਗਦਾ। ਹਾਂ, ਲੋਕਾਂ ਨੂੰ ਪਤਾ ਲੱਗਦਾ ਗਿਆ। ਹੌਲੀ ਹੌਲੀ ਵੱਧਦੇ ਅਸੀਂ 30 ਕੁ ਥਾਲੀਆਂ ਤੇ ਪਹੁੰਚ ਗਏ ਰੋਜ਼। ਅੱਛਾ, ਹਫਤੇ ਜਾਣੀ 3 ਘੰਟੇ ਅਸੀਂ ਲਾਉਂਦੇ ਸੀ ਉੱਥੇ। 3 ਘੰਟੇ ਦਾ ਸਾਡਾ ਟਾਈਮ ਹੈ। ਅਸੀਂ 3 ਘੰਟਿਆਂ ਦੇ ਵਿੱਚ 30 ਥਾਲੀਆਂ ਸਾਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਅਗਲੇ ਸਾਲ ਫਿਰ ਵੱਧ ਗਈ ਗਿਣਤੀ, ਫਿਰ ਅਸੀਂ 80 ਤੱਕ ਜਾ ਪਹੁੰਚੇ। ਅੱਛਾ, ਇਹ ਸਾਡੇ ਕੋਲੇ ਤਕਰੀਬਨ ਅੱਧਾ ਪੌਣਾ ਘੰਟਾ ਵੀ ਕਈ ਵਾਰੀ ਨਾ ਲਾਈਨ 'ਚ ਲੱਗ ਕੇ ਫਿਰ ਰੋਟੀ ਮਿਲਦੀ ਸੀ। ਅੱਛਾ, ਇੰਨਾ ਰਸ਼ ਵੱਧ ਜਾਂਦਾ ਸੀ। ਬਿਲਕੁਲ। ਤੇ ਮੇਰਾ ਜ਼ਿਆਦਾ ਕਰਜ਼ਾ ਅਸਲ ਦੇ ਵਿੱਚ ਸਾਗ ਰੋਟੀ ਨਹੀਂ ਉਤਾਰਿਆ। ਅੱਛਾ, ਜਿਹੜਾ ਉਹ 10 ਲੱਖ ਹੋ ਗਿਆ ਸੀ, ਜਿਹੜਾ ਉਹ 10 ਲੱਖ ਹੋ ਗਿਆ ਸੀ, ਉਹ ਸਾਰੇ ਦਾ ਸਾਰਾ ਉਹ ਮੇਰਾ ਜਦੋਂ ਤੋਂ ਮੇਰੀ ਸਾਗ ਰੋਟੀ ਸ਼ੁਰੂ ਹੋਈ। ਕਿਉਂਕਿ ਪਹਿਲਾਂ ਤਾਂ ਮੇਰਾ ਖਰਚਾ ਚੱਲਦਾ ਸੀ ਜਾਂ ਥੋੜ੍ਹਾ ਬਹੁਤ ਘਟਦਾ ਸੀ, ਇਹ ਨਹੀਂ ਵੀ, ਪਰ ਉਹਨਾਂ ਨਹੀਂ ਸੀ ਘਟਦਾ। ਮੈਂ ਰਿਵਰਸ ਤਾਂ ਲਾਇਆ ਕਰਜ਼ੇ ਨੂੰ ਥੋੜ੍ਹਾ ਜਿਹਾ, ਪਰ ਉਸ ਹਿਸਾਬ ਨਾਲ ਨਹੀਂ ਲੱਗਿਆ ਵੀ ਜਿੰਨਾ ਰੋਟੀ ਨੇ ਲਾਇਆ। ਅੱਛਾ, 80 ਥਾਲੀਆਂ ਲੱਗ ਗਈਆਂ। 250 ਰੁਪਏ ਦੀ ਸਾਡੀ ਇੱਕ ਥਾਲੀ ਹੈ। 20,000 ਦੀ ਰੋਟੀ ਲੱਗ ਗਈ 3 ਘੰਟਿਆਂ 'ਚ। ਬਿਲਕੁਲ। ਉਸ ਤੋਂ ਬਾਅਦ 30-35 ਕਿਲੋ ਸਾਗ ਹੁੰਦਾ ਜਿਹੜਾ ਵੱਖਰਾ, ਜਿਹੜਾ ਅਸੀਂ ਇਕੱਲਾ ਵੇਚਦੇ ਸੀ। ਲੋਕ ਘਰਾਂ ਨੂੰ ਇਕੱਲਾ ਸਾਗ ਲੈ ਕੇ ਜਾਂਦੇ ਆ ਜਿਹੜੇ। ਹਾਂ, ਉਹ ਵੱਖਰੀ ਗੱਲ ਹੈ। ਤੇ 200 ਰੁਪਏ ਕਿਲੋ ਸਾਡਾ ਉਹ ਵਿਕਦਾ। 30-32 ਕਿਲੋ ਸਾਗ ਉਹ ਹੁੰਦਾ ਸਾਡੇ ਕੋਲ। 5-6 ਹਜ਼ਾਰ ਦਾ ਉਹ, ਯਾਨੀ 25,000 ਰੁਪਈਆ ਸਾਡਾ ਹਰ ਹਫਤੇ ਸਾਨੂੰ ਇਹ ਐਕਸਟਰਾ ਇਨਕਮ ਹੋਣੀ ਸ਼ੁਰੂ ਹੋ ਗਈ। ਅੱਛਾ, ਹੁਣ ਉਹਦੇ ਵਿੱਚ ਅਸੀਂ ਸਾਰੇ ਖਰਚੇ ਪੱਤੇ ਕੱਢ ਕੇ ਵੀ, ਜਟਕਾ ਹਿਸਾਬ ਲਾ ਕੇ ਵੀ, ਜੇ ਅਸੀਂ ਸਾਰੇ ਖਰਚੇ ਕੱਢ ਦਈਏ, ਗੱਡੀ ਦਾ ਖਰਚਾ ਵੀ ਕੱਢਤਾ, ਬੰਦਿਆਂ ਦਾ ਵੀ ਕੱਢਤਾ, ਸਮਾਨ ਦਾ ਵੀ ਕੱਢਤਾ, ਵੀ ਸਾਨੂੰ 15,000 ਦਾ ਬਚੇ ਗਿਆ। ਸਹੀ ਗੱਲ। 15 ਚੌਕਾ 60,000 ਰੁਪਈਆ ਮਹੀਨਾ ਸਾਡੀ ਐਕਸਟਰਾ ਇਨਕਮ ਹੋ ਗਈ। ਉਹਨੇ ਫਿਰ ਸਾਡਾ ਕਰਜ਼ਾ ਉਡਾਤਾ ਧਰ ਕੇ। ਅੱਛਾ, ਤੇ ਬਾਪੂ ਇੱਕ ਬੜੀ ਵਧੀਆ ਗੱਲ ਕੀਤੀ ਤੁਸੀਂ। ਜਿਹੜੇ ਲੋਕ ਅੱਜ ਕਹਿੰਦੇ ਆ ਵੀ ਇਹ ਨਹੀਂ ਕਰਨਾ ਚਾਹੀਦਾ, ਜਿਵੇਂ ਆਪਾਂ ਕਹਿੰਦੇ ਸ਼ਾਨ ਦੇ ਉਲਟਾ ਜਾਂ ਕੁਝ ਵੀ ਕੰਮ ਖੇਤੀ ਤੋਂ ਲੈ ਕੇ ਵੇਚਣ ਤੱਕ ਦਾ, ਤੁਸੀਂ ਜਿਹੜੇ ਨਹੀਂ ਕਹਿੰਦੇ ਆ ਉਹ ਤੁਸੀਂ ਉਹਨੂੰ ਹਾਂ ਪੱਖੀ ਕੀਤਾ ਵੀ ਇਹ ਮੈਂ ਕਰਨਾ ਹੈ, ਤੇ ਫੇਰ ਹੀ ਤੁਸੀਂ ਜਿਹੜਾ ਕਰਜ਼ਾ ਸੀ ਉਹ ਵੀ ਲਾਇਆ। ਅੱਜ ਇਹ ਬੜੀ ਕਮਾਲ ਦੀ ਗੱਲ ਹੈ ਵੀ ਜਦੋਂ ਉਸ ਤੋਂ ਬਾਅਦ ਦੇਖੋ ਮੇਰੇ ਕੋਲ ਸਾਰੇ ਸੰਦ ਖੜੇ ਆ ਬਣੇ। ਹਾਂ, ਮੈਂ ਦੇਖ ਰਿਹਾ ਟਰੈਕਟਰ ਵੀ ਹੈ, ਟਰਾਲੀ। ਪਹਿਲਾਂ ਮੇਰਾ ਮਕਾਨ ਵੀ ਕੱਚਾ ਸੀ। ਆ ਜਿੱਥੇ ਬੈਠੇ ਆ ਇਹ ਵੀ ਕੱਚਾ ਸੀਗਾ। ਚਲੋ ਇਹਦਾ ਅੱਜ ਵੀ ਕੱਚਿਆਂ ਵਰਗਾ ਹੀ ਹੈ। ਨਹੀਂ, ਮੈਂ ਉਹੀ ਗੱਲ ਕਹਿਣਾ ਚਾਹੁੰਦਾ, ਪਹਿਲਾਂ ਜਦੋਂ ਆਪਣੇ ਬਜ਼ੁਰਗ ਖੇਤੀ ਕਰਦੇ ਸੀ ਉਦੋਂ 20 ਮਣ ਕਣਕ ਹੁੰਦੀ ਸੀ ਕਿੱਲੇ ਦੀ, ਤਾਂ ਉਦੋਂ ਵੀ ਖੁਸ਼ ਸੀ। ਅੱਜ 20 ਕੁਇੰਟਲ ਹੋਣ ਲੱਗ ਗਈ, ਅੱਜ ਕੋਈ ਖੁਸ਼ ਨਹੀਂ ਹੈਗਾ। ਯਾਨੀ ਹਾਂ, ਮੈਂ ਉਸ ਹਿਸਾਬ ਨਾਲ ਜੇ ਆਪਾਂ ਲਾਈਏ ਵੀ ਖੁਸ਼ੀ ਦੇ ਹਿਸਾਬ ਨਾਲ ਆਪਾਂ ਮੰਨੀਏ ਕਿ ਸੰਤੁਸ਼ਟੀ ਜਿਹੜੀ ਹੁੰਦੀ ਹੈ ਬੰਦੇ, ਜਿਹੜੀ ਮਾਨਸਿਕ ਸੰਤੁਸ਼ਟੀ ਹੈ, ਉਸ ਹਿਸਾਬ ਨਾਲ ਮੈਂ ਸਮਝਦਾ ਹੁੰਨਾ ਵੀ ਸ਼ਾਇਦ ਮੈਂ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹਾਂ ਇਸ ਪੱਖ ਤੋਂ। ਕੀ ਬਾਤ ਹੈ। ਅੱਛਾ, ਆਪਣੀ ਨੀਂਦ ਸੌਂਦੇ ਆ। ਯਾਨੀ ਮਾਨਸਿਕ ਸੰਤੁਸ਼ਟੀ ਇੰਨੀ ਕੁ ਹੈ। ਪਿਛਲੀ ਵਾਰੀ ਅਸੀਂ ਖੇਤ ਆਪਣੇ ਖਾਲੀ ਵੀ ਛੱਡਦੇ ਹਾਂ। ਅੱਛਾ, ਲੋਕ 1 ਇੰਚ ਥਾਂ ਵਿਹਲਾ ਨਹੀਂ ਛੱਡਦੇ। ਲੋਕ ਤਾਂ ਔਰਾ ਨਹੀਂ ਛੱਡਦੇ ਜੀ, ਕੋਠੇ ਤੇ ਵੀ ਲਾਉਣ ਨੂੰ ਤਿਆਰ ਨੇ। ਸਹੀ ਗੱਲ ਹੈ। ਪਿਛਲੀ ਵਾਰੀ ਮੇਰੇ 3 ਕਿੱਲੇ ਖਾਲੀ ਰਹੇ ਨੇ ਸੌਣੀ ਦੇ ਵਿੱਚ, ਮੈਂ ਇਕੱਲੀ ਹਾੜੀ ਕਰੀ ਹੈ। ਅੱਛਾ, ਕੋਈ ਉਹ ਨਹੀਂ ਸੀ। 1 ਕਿੱਲਾ ਮੇਰਾ ਮਰ ਗਿਆ, ਪਾਣੀ ਆ ਗਿਆ ਉਹਦੇ ਵਿੱਚ। ਮੇਰੀ ਇੰਨੀ ਮੱਕੀ ਖੜੀ ਸੀ, ਜਵਾਰ ਖੜੀ ਸੀ, ਮਰ ਗਈ ਆ ਕੇ। ਠੀਕ ਹੈ, ਮਰ ਗਈ, ਆਪਾਂ ਅੱਗੇ ਕਣਕ ਬੀਜ ਲਾਂਗੇ ਤਾਂ ਕੀ ਹੈ।
ਤੇ ਉੱਥੇ ਮੇਰੀ ਕਣਕ ਮੇਰੇ ਘਰ ਪੂਰਾ ਕਰ ਗਈ, ਕਣਕ ਦਾ ਝਾੜ ਬਹੁਤ ਵੱਧ ਗਿਆ। ਸਬਰ ਹੀ ਨਹੀਂ ਰਿਹਾ ਬਾਪੂ ਹੁਣ ਤਾਂ ਮੈਨੂੰ ਲੱਗਦਾ। ਯਾਨੀ ਮੈਨੂੰ ਪ੍ਰਮਾਤਮਾ ਨੇ ਸਬਰ ਤੇ ਸੰਤੋਖ ਖੁੱਲੇ ਰੂਪ 'ਚ ਦਿੱਤਾ ਹੈ। ਬਿਲਕੁਲ ਉਹੀ ਹੈ ਜਿਹਦੇ ਕੋਲ ਉਹਦੇ ਨਾਲ ਹੀ ਮੈਨੂੰ ਮਾਨਸਿਕ ਸੰਤੁਸ਼ਟੀ ਮਿਲੀ ਹੋਈ ਹੈ, ਕਿਉਂਕਿ ਇਹਨਾਂ ਦਾ ਆਪਸ 'ਚ ਸੰਬੰਧ ਹੈ ਸਾਰਿਆਂ ਦਾ। ਬਿਲਕੁਲ। ਆਪਾਂ ਹੁਣ ਕੁਦਰਤ ਨੂੰ ਬਹੁਤ ਜ਼ਿਆਦਾ, ਰੱਬ ਨੂੰ ਬਹੁਤ ਗਾਲਾਂ ਕੱਢਦੇ ਆ ਵੀ ਇਹਨੇ ਮੀਂਹ ਪਾਤਾ, ਇਹਨੇ ਉਹ ਕਰਤਾ, ਇਹਨੇ ਫਲਾਨਾ ਕਰਤਾ, ਇਹਨੇ ਧਮਕਾ ਕਰਤਾ। ਉਹ ਵੀ ਤਾਂ ਇੱਕ ਚੱਕਰ ਆ ਉਹਦਾ, ਰੱਬ ਉੱਪੇ ਚਲਾਉਂਦਾ। ਨਹੀਂ ਦੇਖੋ, ਕੁਦਰਤ ਜੋ ਕੁਝ ਕਰਦੀ ਹੈ ਉਹ ਠੀਕ ਕਰਦੀ ਹੈ। ਉਹਨੂੰ ਜਦੋਂ ਅਸੀਂ ਸਾਡੇ ਆਪਣੇ ਅਕੋਰਡਿੰਗ ਦੇਖਦੇ ਆ ਨਾ, ਫਿਰ ਉਦੋਂ ਉਹ ਗਲਤ ਲੱਗਦਾ ਸਾਨੂੰ। ਬਿਲਕੁਲ। ਮੈਂ ਉਹਨੂੰ ਆਪਣੇ ਅਕੋਰਡਿੰਗ ਨਹੀਂ ਦੇਖਦਾ, ਮੈਂ ਉਹਨੂੰ ਦੇਖਦਾ ਵੀ ਉਹਨੇ ਜੋ ਕਰਨਾ ਉਹਨੇ ਸਹੀ ਕਰਨਾ ਹੈ। ਇਹ ਜੇ ਹੋਇਆ, ਮੇਰਾ ਖੇਤ ਨੀਵਾਂ ਦੀ ਪਾਣੀ ਆ ਕੇ ਖੜੂਗਾ ਤਾਂ ਨੇਚਰਲ ਹੀ ਹੈ, ਮਰੂਗੀ ਉੱਥੇ ਜਿਹੜੀ ਕੋਈ ਫਸਲ ਹੋਊਗੀ ਉਹਨੇ ਮਰਨਾ ਹੀ ਮਰਨਾ ਹੈ। ਜੇ ਮੈਂ ਦੁਖੀ ਹੋਵਾਂ ਜਾਂ ਮੇਰੀ ਤਾਂ ਫਸਲ ਮਰ ਗਈ, ਫਿਰ ਕਿਹੜਾ ਮੈਨੂੰ ਕੁਝ ਮਿਲ ਜੂ ਉੱਥੋਂ। ਬਿਲਕੁਲ ਬਿਲਕੁਲ। ਤੁਸੀਂ ਮਾਨਸਿਕ ਸੰਤੁਸ਼ਟੀ ਤੁਸੀਂ ਆਪੇ ਆਪਣੀ ਪੈਦਾ ਕਰਨੀ ਹੈ, ਬਾਹਰੋਂ ਤਾਂ ਤੁਹਾਨੂੰ ਕਿਤੋਂ ਮਿਲਣੀ ਨਹੀਂ। ਮੇਰੇ ਖੇਤ 'ਚ ਪਾਣੀ ਆ ਗਿਆ, ਫਸਲ ਮਰ ਗਈ, ਠੀਕ ਆ ਵੀ ਕੋਈ ਗੱਲ ਨਹੀਂ, ਜੇ ਪਾਣੀ ਆਇਆ ਤਾਂ ਮਰੀ ਹੈ ਇਹ, ਹੋਰ ਵੀ ਅਗਲੇ ਅੱਜ 2 ਮਹੀਨਿਆਂ ਨੂੰ ਬੀਜ ਲਵਾਂਗੇ। ਆਪਦੀ ਹੋਈ ਹੈ। ਜਿਹੜਾ ਕੁੰਭ ਦਾ ਮੇਲਾ 12 ਸਾਲ ਬਾਅਦ ਆਉਣਾ, 2 ਮਹੀਨੇ ਬਾਅਦ ਫਿਰ ਅਗਲੀ ਫਸਲ ਆ ਗਈ, ਫਿਰ ਬੀਜ ਲਓ। ਬਿਲਕੁਲ। ਇੱਕ ਬਾਪੂ ਆਪਾਂ ਆਖਰੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਚਾਹਣਾ ਵੀ ਇਹਦਾ ਹੱਲ ਕੀ ਹੋ ਸਕਦਾ, ਕਿਉਂਕਿ ਇੰਨਾ ਜ਼ਿਆਦਾ ਰਸਾਇਣ ਪਾਉਣ ਲੱਗ ਗਏ ਆਪਾਂ ਨੂੰ ਇਹ ਹੋ ਗਿਆ ਵੀ ਜਿੰਨਾ ਵੱਧ ਤੋਂ ਵੱਧ ਝਾੜ ਲਈਏ, ਸਾਨੂੰ ਜ਼ਮੀਨਾਂ ਤੱਕ ਕੋਈ ਮਤਲਬ ਨਹੀਂ ਰਿਹਾ ਵੀ ਉਸ ਜ਼ਮੀਨ ਖਰਾਬ ਹੁੰਦੀ ਆ ਹੋਵੇ, ਕਿਸੇ ਦੀ ਸਿਹਤ ਖਰਾਬ ਹੁੰਦੀ ਆ ਹੋਵੇ, ਸਾਨੂੰ ਕਮਾਈ ਆਉਣੀ ਚਾਹੀਦੀ ਆ। ਇਹ ਲਾਲਚ ਦਾ ਹੱਲ ਕਿਵੇਂ ਹੋ ਸਕਦਾ ਵੀ ਖੁਸ਼ ਵੀ ਰਹਿ ਸਕੀਏ ਆਪਾਂ, ਕਿਉਂਕਿ ਪੈਸੇ ਕਮਾਉਣ ਨਾਲੋਂ ਖੁਸ਼ ਰਹਿਣਾ ਜ਼ਿਆਦਾ ਜ਼ਰੂਰੀ ਹੈ। ਦੇਖੋ, ਅੱਜ ਅਸੀਂ ਸਾਡਾ ਜੋ ਟੀਚਾ ਹੈ ਉਹ ਇੱਕੋ ਹੀ ਰਹੇਗਾ ਵੀ ਅਸੀਂ ਪੈਸਾ ਕਮਾਉਣਾ ਹੈ। ਉਸ ਦੇ ਵਿੱਚ ਨਾ ਕੋਈ ਅਸੀਂ ਰਿਸ਼ਤੇਦਾਰੀ ਦੇਖੀ ਹੈ, ਨਾ ਮਿੱਤਰ ਦੋਸਤੀ ਯਾਰੀ ਦੋਸਤੀ ਦੇਖਣੀ ਹੈ, ਨਾ ਕੁਛ ਨਹੀਂ। ਜਾਨੀ ਸਾਡੇ ਸਾਰੇ ਰਿਸ਼ਤੇ ਵੀ ਖਤਮ ਨੇ, ਟੋਟਲੀ ਚੀਜ਼ਾਂ ਉਹ ਪੈਸੇ ਪਿੱਛੇ ਖਤਮ ਨੇ। ਅੱਜ ਸਾਡਾ ਇੱਕੋ ਹੀ ਨਿਸ਼ਾਨਾ ਪੈਸਾ। ਜੇ ਇਹਦਾ ਹੱਲ ਅਸੀਂ ਸੋਚੀਏ, ਵੈਸੇ ਬੜਾ ਗੰਭੀਰ ਮਸਲਾ ਇਹੋ ਜਿਹਾ ਤੁਸੀਂ ਸਵਾਲ ਖੜਾ ਕੀਤਾ ਹੈ ਵੀ ਇਹਦਾ ਹੱਲ ਜੇ ਮੈਂ ਦੱਸਾਂ ਵੀ ਮੇਰੇ ਇਕੱਲੇ ਦੇ ਵੱਸ ਦਾ ਰੋਗ ਵੀ ਹੈ ਨਹੀਂ। ਇਹ ਪੂਰੇ ਪੰਜਾਬ ਨੂੰ ਸਿਰ ਜੋੜ ਕੇ, ਅੱਜ ਪੰਜਾਬ ਇੰਨੀ ਗੰਭੀਰ ਹਾਲਤ ਦੇ ਵਿੱਚੋਂ ਲੰਘ ਰਿਹਾ ਹੈ, ਜਿਵੇਂ ਹੁਣ ਉਧਰ ਅਸੀਂ ਧਰਨਾ ਵੀ ਲਾਈ ਬੈਠੇ ਹਾਂ। ਮੇਰੀ ਜਿਹੜੀ ਸੋਚ ਹੋਈ ਸੀ ਵੀ ਅਸੀਂ ਉਹ ਧਰਨਾ ਲਾਉਣ ਦੀ ਬਜਾਏ ਜਿਹੜਾ ਇਕੱਠ ਉੱਥੇ ਕਰਿਆ ਅਸੀਂ ਸਾਡੇ ਪਿੰਡਾਂ 'ਚ ਕਰਦੇ। ਅਸੀਂ ਇੱਥੇ ਬੈਠ ਕੇ ਸੋਚਦੇ ਵੀ ਅਸੀਂ ਕੀ ਸੀਗੇ, ਪਿੱਛੋਂ ਤੁਰਦੇ ਆਪਣੇ ਭੂਤਕਾਲ ਤੋਂ ਵਰਤਮਾਨ 'ਤੇ ਆਉਂਦੇ ਵੀ ਅਸੀਂ ਉੱਥੋਂ ਇੱਧਰ ਨੂੰ ਕਿਵੇਂ ਆਏ, ਕਿੱਥੇ ਕਿੱਥੇ ਸਾਤੋਂ ਕਮੀਆਂ ਰਹੀਆਂ, ਕਿਆ ਤੁਧ ਖੱਟਿਆ ਕਹਾਂ ਗਵਾਇਆ, ਉਹਦੇ ਵਿਚਾਰ ਕਰਦੇ ਤੇ ਫਿਰ ਉਹਦੇ ਹੱਲ ਨੂੰ ਤਲਾਸ਼ਦੇ। ਅੱਜ ਸਾਨੂੰ ਲੋੜ ਹੈ ਇਸ ਢੰਗ ਨਾਲ ਬੈਠਣ ਦੀ। ਹੁਣ ਜਿੰਨਾ ਕੁ ਮੇਰਾ ਦਿਮਾਗ ਕੰਮ ਕਰਦਾ, ਮੈਨੂੰ ਤਾਂ ਇਹ ਵੀ ਜੇ ਅਸੀਂ ਸਾਡੇ ਕੋਲ ਬੜਾ ਵਧੀਆ ਟਾਈਮ ਕੁਦਰਤ ਨੇ ਦਿੱਤਾ ਸੀ ਸਾਨੂੰ, ਆਹ ਖੇਤੀ ਬਿੱਲਾਂ ਨੂੰ ਲਾਗੂ ਆਉਣ ਦੇ ਨਾਲ, ਵੀ ਪੰਜਾਬ ਸਾਰਾ ਜੇ ਫੈਸਲਾ ਲੈ ਲੈਂਦਾ ਵੀ ਅਸੀਂ ਤਾਂ ਜੀ ਆਰਗੈਨਿਕ ਖੇਤੀ ਸ਼ੁਰੂ ਕਰਾਂਗੇ, ਅਸੀਂ ਰੇਹ ਨਹੀਂ ਖਰੀਦਣਾ, ਅਸੀਂ ਸਪਰੇਅ ਨਹੀਂ ਖਰੀਦਣੀ, ਅਸੀਂ ਕੁਛ ਨਹੀਂ ਖਰੀਦਣਾ, ਅਸੀਂ ਤੇਲ ਵੀ ਘੱਟ ਤੋਂ ਘੱਟ ਖਰੀਦਾਂਗੇ, ਅਸੀਂ ਆਪਣੇ ਚੁੱਲ੍ਹੇ ਤੇ ਬਾਜ਼ਾਰ 'ਚੋਂ ਕੁਛ ਲੈ ਕੇ ਨਹੀਂ ਆਉਣਾ, ਇਹ ਸਾਰਾ ਕੁਝ ਆਪਣਾ ਘਰੇ। ਸਿੱਧੇ ਤੌਰ ਤੇ ਅੰਬਾਨੀ ਅਡਾਨੀਆਂ ਦੀ ਰੋਟੀ ਬੰਦ ਸੀ, ਸਾਰਾ ਕੁਝ ਹੀ ਬੰਦ ਹੈ। ਸਰਕਾਰਾਂ ਤਾਂ ਸਾਡੇ ਬਾਹਰ 'ਚ ਆਉਂਦੀਆਂ, ਅਸੀਂ ਉਹਦੇ ਬਾਹਰ 'ਚ ਬੈਠੇ ਹਾਂ। ਇਹ ਤਾਂ ਸਾਡੀ ਸੋਚ ਕਰਕੇ। ਜੇ ਅੱਜ ਅਸੀਂ ਸਾਰਾ ਕੁਝ ਛੱਡਦੇ ਹਾਂ, ਅਸੀਂ ਕੁਦਰਤੀ ਖੇਤੀ ਵਾਲੇ ਪਾਸੇ ਆ ਜਾਂਦੇ ਹਾਂ, ਇਹਦੇ ਵਿੱਚ 2 ਚੀਜ਼ਾਂ ਨੇ। ਪਹਿਲੀ ਗੱਲ ਤਾਂ ਇਹ ਵੀ ਸਾਨੂੰ ਸਰਕਾਰ ਉਹੀ ਜਿਹੀ ਚੁਣਨੀ ਪਊਗੀ ਜਿਹੜੇ ਪੰਜਾਬ ਦੇ ਪੱਖ ਬਾਰੇ ਸੋਚੇ। ਹਾਲੇ ਤੱਕ ਸਾਨੂੰ ਕੋਈ ਐਸੀ ਸਰਕਾਰ ਨਹੀਂ ਮਿਲੀ। ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਰਤੀ ਹੈ, ਔਖਾ ਕੰਮ ਇਹ। ਨਹੀਂ ਦੇਖੋ, ਕੰਮ ਔਖਾ ਕੋਈ ਨਹੀਂ ਹੁੰਦਾ ਜੇ ਤੁਹਾਡੀ ਜਨੂਨ ਹੈ ਨਾ, ਤੁਹਾਡੇ ਮਨ 'ਚ ਤਮੰਨਾ ਕਰਨ ਦੀ, ਤਾਂ ਕੋਈ ਕੰਮ ਔਖਾ ਨਹੀਂ ਹੁੰਦਾ। ਹਾਂ, ਪਰ ਉਹ ਆਪਣੇ ਹੁਣ ਉਹ ਇੱਕੇ ਨਹੀਂ ਨਾ ਰਹੇ ਬਾਪੂ ਅਸਲ 'ਚ। ਉਹ ਇੱਕੇ ਲਿਆਉਣ, ਜਦੋਂ ਅਸੀਂ ਕੁਝ ਕਰਨਾ ਹੈ। ਮੈਂ ਮਰ ਰਿਹਾ, ਸਭ ਨੂੰ ਪਤਾ ਆਪਾਂ ਵੀ ਆਪਾਂ ਮਰਨ ਕਿਨਾਰੇ ਹਾਂ, ਪੰਜਾਬ ਬਰਬਾਦ ਹੈ ਬਿਲਕੁਲ। ਇਹਨੂੰ ਬਚਾਉਣ ਵਾਸਤੇ ਫਿਰ ਸਾਨੂੰ ਏਕਾ ਵੀ ਤਾਂ ਕਰਨਾ ਪੈਣਾ। ਬਿਲਕੁਲ ਕਰਨਾ ਪੈਣਾ, ਸਾਨੂੰ ਕੁਝ ਕੁਰਬਾਨੀਆਂ ਵੀ ਕਰਨੀਆਂ ਪੈਣਗੀਆਂ। ਉਹ ਕੋਈ ਨਹੀਂ ਵੀ ਅਸੀਂ ਉਹ ਗਲ ਦੇ ਕੇ ਕੁਰਬਾਨੀ ਕਰਨੀ ਹੈ। ਬਾਕੀ ਇਹ ਗੱਲ ਸਹੀ ਵੀ ਏਕਾ ਕਰਨਾ ਔਖਾ ਵੀ ਨਹੀਂ। ਹੁਣ ਉੱਥੇ ਆਪਾਂ ਇੱਕ ਹੀ ਹੋਏ ਬੈਠੇ, ਉੱਥੇ ਵੀ ਤਾਂ ਇੱਕ ਹੀ ਹੈ ਸਾਡਾ, ਇੱਕ ਆ ਸਾਡਾ ਉੱਥੇ ਵੀ, ਅਸੀਂ ਇੱਥੇ ਵੀ ਕਰ ਸਕਦੇ ਹਾਂ। ਸਿਰਫ ਸੋਚ ਬਦਲਣ ਦੀ ਲੋੜ ਹੈ ਥੋੜੀ ਜਿਹੀ, ਵੀ ਅਸੀਂ ਇਹਨੂੰ ਕਿਵੇਂ, ਜੇ ਹੁਣ ਅੱਜ MSP ਉਹ ਲਾਗੂ ਹੋ ਜਾਂਦੀ ਹੈ, ਸਾਨੂੰ MSP ਤਾਂ 1970 ਦੀ ਮਿਲ ਰਹੀ ਹੈ, ਤੇ ਅਸੀਂ ਰੱਸੇ ਕਿਉਂ ਪਾਉਂਦੇ ਹਾਂ ਗਲਾਂ 'ਚ? ਅਸੀਂ ਤਾਂ ਉਸੇ ਸਿਸਟਮ ਨੂੰ ਹੀ ਚਾਲੂ ਰੱਖਣ ਵਾਸਤੇ ਬੈਠੇ ਹਾਂ ਨਾ। ਉੱਥੇ ਵੀ ਅਸੀਂ ਰੱਸੇ ਹੀ ਪਾਉਣੇ ਨੇ, ਅਸੀਂ ਰੱਸੇ ਕੱਢਣ ਵਾਸਤੇ ਨਹੀਂ ਸੋਚਣ ਲੱਗੇ। ਜਦੋਂ ਅਸੀਂ ਇਸ ਪੱਖ ਤੋਂ ਸੋਚਾਂਗੇ, ਸਾਨੂੰ ਪਹਿਲਾਂ ਜਿਵੇਂ ਮੈਂ ਕਿਹਾ ਵੀ ਸਰਕਾਰਾਂ ਸਾਨੂੰ ਉਹੇ ਹਿਸਾਬ ਨਾਲ ਚੁਣਨੀਆਂ ਪੈਣਗੀਆਂ ਜੋ ਪੰਜਾਬ ਬਾਰੇ ਸੋਚਣ।
ਅਸੀਂ ਸਾਡੀ ਫਸਲ ਪੈਦਾ ਕਰਕੇ ਆਰਗੈਨਿਕ ਅਸੀਂ ਐਕਸਪੋਰਟ ਕਰੀਏ, ਉਹਦੀ ਮੰਗ ਵੀ ਵਧੂਗੀ। ਉਹਦੀ ਮੰਗ ਵੀ ਵਧੂਗੀ। ਅੱਜ ਲੋੜ ਹੈ, ਹੂੰ ਸਮੇਂ ਦੇ ਮੁਤਾਬਕ ਸਾਨੂੰ ਬਦਲਣਾ ਚਾਹੀਦਾ, ਕਿਉਂਕਿ ਵਕਤ ਵਿਚਾਰੇ ਸੋ ਬੰਦਾ ਹੋਏ। ਜੇ ਅਸੀਂ ਅੱਜ ਸਮੇਂ ਮੌਕੇ ਦੀ ਨਜ਼ਾਕਤ ਦੇਖਦੇ ਹਾਂ ਤਾਂ ਇਹਦੀ ਬਹੁਤ ਜ਼ਿਆਦਾ ਮੰਡੀ ਹੈ। ਕਾਰਪੋਰੇਟ ਸੈਕਟਰ ਵੀ ਤਾਂ ਹੀ ਇਧਰ ਨੂੰ ਭੱਜ ਰਿਹਾ, ਉਹਨੇ ਵੀ ਸਾਤੋਂ ਆਰਗੈਨਿਕ ਖੇਤੀ ਉਹ ਕਰਾਉਣੀ ਹੈ। ਬਿਲਕੁਲ। ਕੈਮੀਕਲ ਉਹਨੇ ਵੀ ਨਹੀਂ ਕਰਨਾ, ਉਹਨੇ ਫਿਰ ਵੇਚਣਾ ਆਪਣੇ ਹਿਸਾਬ ਨਾਲ ਹੈ। ਇੱਕ ਤਾਂ ਇਹ ਆ ਵੀ ਅਸੀਂ ਸਾਰਾ ਕੁਝ ਇਹ ਛੱਡ ਕੇ ਅਸੀਂ ਇਹ ਮੰਨ ਕੇ ਚੱਲੀਏ ਵੀ ਸਾਡੀਆਂ ਆਹ ਕਾਰਾਂ ਕੋਠੀਆਂ ਸਾਡੀ ਇਹ ਜਾਇਦਾਦ ਨਹੀਂ ਹੈਗੀ। ਸਾਡੀ ਜਾਇਦਾਦ ਹੈ ਸਾਡੀ ਨਸਲ ਆਉਣ ਵਾਲੀ, ਬਿਲਕੁਲ, ਜਿਹੜੀ ਖਤਰੇ 'ਚ ਹੈ। ਦੇਖੋ 10 ਜੀਵਨ ਆਧਾਰੀ ਲੋੜਾਂ ਨੇ, ਧਰਤੀ, ਪੌਣ ਪਾਣੀ, ਸਾਡੀ ਧਾਰਮਿਕਤਾ, ਸਾਡੀ ਆਰਥਿਕਤਾ, ਸਾਡੀ ਸਮਾਜਿਕਤਾ, ਸਾਡਾ ਸੱਭਿਆਚਾਰ, ਸਾਡੀ ਬੋਲੀ, ਇਹ ਜਿਹੜੀਆਂ ਜੀਵਨ ਆਧਾਰੀ ਲੋੜਾਂ ਨੇ, ਇਹ ਸਾਰੀਆਂ ਦੀਆਂ ਸਾਰੀਆਂ 10 ਚੀਜ਼ਾਂ ਸਾਡੀਆਂ ਖਤਰੇ 'ਚ ਨੇ। ਸਾਡੀ ਧਰਤੀ ਵੀ ਖਤਰੇ 'ਚ ਹੈ। ਬਿਲਕੁਲ ਸਹੀ ਗੱਲ ਹੈ। ਸਾਡਾ ਪੌਣ ਪਾਣੀ ਵੀ ਸਾਡੇ ਕੁਦਰਤੀ ਸੋਮੇ ਵੀ ਖਤਰੇ 'ਚ ਨੇ, ਬੋਲੀ ਵੀ ਖਤਰੇ 'ਚ, ਸਾਡੀ ਸਾਰਾ ਕੁਝ ਖਤਰੇ 'ਚ ਹੈ ਟੋਟਲ। ਪਰ ਸਾਨੂੰ ਹਲੇ ਸਮਝ ਨਹੀਂ ਆਈ। ਸਹੀ ਗੱਲ ਹੈ। ਮੈਂ ਕਈ ਵਾਰੀ ਲਿਖਦਾ ਹੁੰਨਾ, ਫੇਸਬੁੱਕ ਤੇ ਵੀ ਪਾ ਦੇਈਦਾ। ਇੱਕ ਵਾਰੀ ਮੈਂ ਇੱਕ ਆਰਟੀਕਲ ਲਿਖਿਆ, ਕੀ ਬਾਤ ਹੈ। ਅੱਛਾ। 2014-11 ਦੇ ਵਿੱਚ ਮੈਨੂੰ ਕੋਈ ਤੁਹਾਡੇ ਵਰਗਾ ਮਿੱਤਰ ਆ ਕੇ ਕਹਿਣ ਲੱਗਾ, ਕਹਿੰਦੇ ਮੇਰੇ ਕਈ ਅਖਬਾਰ ਵਾਲੇ ਜਾਣ ਪਛਾਣ ਵਾਲੇ ਨੇ, ਗੱਲਾਂ ਬਾਤਾਂ ਕਰਦੇ ਕਹਿੰਦੇ ਜਿਵੇਂ ਤੁਸੀਂ ਗੱਲਾਂ ਕਰਦੇ ਹੋ, ਕਹਿੰਦੇ ਵੀ ਸਾਨੂੰ ਇਹੋ ਜਿਹੇ ਲੇਖ ਚਾਹੀਦੇ ਨੇ ਪੰਜਾਬ ਦੀ ਹਾਲਾਤ ਤੇ, ਤੁਸੀਂ ਲੇਖ ਲਿਖ ਦਿਓ ਕੋਈ। ਮੈਂ ਯਾਰ ਜੇ ਮੈਂ ਲੇਖ ਲਿਖਤਾ ਕਿਸੇ ਨੇ ਨਹੀਂ ਛਾਪਣਾ। ਕਹਿੰਦਾ ਮੈਂ ਛਪਾਊਂਗਾ। ਮੈਂ ਉਹਨੂੰ ਲੇਖ ਲਿਖ ਕੇ ਦੇਤਾ, ਉਹ ਪੂਰੀਆਂ ਅਖਬਾਰਾਂ ਕੋਲੇ ਪਹੁੰਚ ਗਿਆ। ਜਲੰਧਰ ਦੀਆਂ, ਚੰਡੀਗੜ੍ਹ ਦੀਆਂ, ਜੋ ਵੀ ਅਖਬਾਰਾਂ ਜਿੰਨੀਆਂ ਵੀ ਹੈਗੀਆਂ ਸਾਰਿਆਂ ਕੋਲੇ ਪਹੁੰਚ ਗਿਆ। ਸਾਰਿਆਂ ਨੇ ਹੱਥ ਖੜੇ ਕਰਤੇ ਛਾਪਣ ਤੋਂ ਵੀ ਅਸੀਂ ਨਹੀਂ ਛਾਪਦੇ। ਉਹ ਕਹਿੰਦੇ ਜੀ ਇਹ 4 ਲਾਈਨਾਂ ਕਟਾ ਦਿਓ, ਕੱਟ ਦਿਓ, ਫਿਰ ਅਸੀਂ ਛਾਪ ਦਿੰਦੇ ਹਾਂ। ਉਹ ਮੈਨੂੰ ਫੋਨ ਕਰਿਆ ਕਰੇ ਵੀ ਉਹ ਆਹ ਕਹਿੰਦੇ ਨੇ ਵੀ ਆਹ 4 ਲਾਈਨਾਂ ਕੱਟ ਦਿਓ। ਮੈਂ ਇਹਨਾਂ ਨੂੰ ਕਿਹਾ ਇਹੀ 4 ਛਾਪ ਦਿਓ, ਬਾਕੀ ਛੱਡ ਦਿਓ। ਐਡਾ ਬੜਾ ਲੇਖ ਲਿਖੋਗੇ ਤੁਸੀਂ। 4 ਲੈਣਾ ਹੈ ਕੀ ਸੀ? 4 ਲਾਈਨਾਂ ਸੀਗੀਆਂ। ਮੈਂ ਉਹਦੇ ਵਿੱਚ ਇਹ ਕੁਐਸਚਨ ਕਰਿਆ ਸੀ ਵੀ ਇੱਕ ਮਿਹਨਤਕਸ਼ ਕੌਮ ਨਾਲ ਜਾਣ ਬੁੱਝ ਕੇ ਮਿਸ ਕੇ ਸਾਜ਼ਿਸ਼ ਦੇ ਅਧੀਨ ਇੱਕ ਮਿਹਨਤਕਸ਼ ਤਬਕੇ ਨੂੰ ਉਸ ਦੇ ਖਾਤਮੇ ਵੱਲ ਤੋਰ ਦਿੱਤਾ ਗਿਆ, ਜਿਹਦੇ ਜ਼ਿੰਮੇਵਾਰ ਸਾਡੇ ਇਹ ਸਰਕਾਰਾਂ, ਸਾਡੀਆਂ ਯੂਨੀਵਰਸਿਟੀਆਂ ਤੇ ਸਾਡੀ ਅਫਸਰਸ਼ਾਹੀ ਹੈ। ਬਿਲਕੁਲ। ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਇਹ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਇਸ ਕਰਕੇ ਹਰੀ ਕ੍ਰਾਂਤੀ ਦੇ ਜਿੰਨੇ ਵੀ ਸੂਤਰਧਾਰ ਨੇ ਉਹਨਾਂ ਦੇ ਸਾਰਿਆਂ ਤੇ ਅੰਤਰਰਾਸ਼ਟਰੀ ਅਦਾਲਤ ਦੇ ਵਿੱਚ ਇਸ ਪੱਖ ਤੋਂ ਮੁਕੱਦਮਾ ਚੱਲਣਾ ਚਾਹੀਦਾ। ਅੱਛਾ। ਬਿਲਕੁਲ। ਉਹ ਕਹਿੰਦੇ ਆਹ ਕੱਟ ਦਿਓ। ਮੈਂ ਉਹਨੂੰ ਕਹਾਂ ਵੀ ਉਹਨੂੰ ਕਹੇ ਵੀ ਆਹੀ ਛਾਪ ਦੇ, ਬਾਕੀ ਸਾਰਾ ਛੱਡ ਦੇ। ਕਿਸੇ ਨੇ ਨਹੀਂ ਛਾਪਿਆ। ਜਿਹੜੇ ਬੜੀਆਂ ਬੜੀਆਂ ਡਿੰਗਾਂ ਮਾਰਦੇ ਨੇ ਨਾ ਪੱਤਰਕਾਰ ਜਾਂ ਪ੍ਰੈਸ ਵਾਲੇ, ਅਸੀਂ ਪੰਜਾਬ ਪੱਖੀਆਂ, ਪੰਜਾਬ ਦੀ ਆਵਾਜ਼ ਵੀ ਕਹਿੰਦੇ ਨੇ ਕਈ ਆਪਦੇ ਆਪ ਨੂੰ, ਸਮਝੇ ਗਏ ਹੋਵੋਗੇ ਤੁਸੀਂ। ਉਹ ਜਾਂਦੇ ਵੀ ਹੱਥ ਖੜੇ ਹੋ ਗਏ। ਪਰ ਤੁਹਾਡੇ ਅਸੀਂ ਬੋਲ ਨਹੀਂ ਕੱਟਦੇ, ਅਸੀਂ ਤੁਹਾਡੇ ਬੋਲ ਹੀ ਰੱਖਾਂਗੇ। ਤੇ ਉਹ ਮੈਨੂੰ ਕਹਿੰਦੇ, ਫਿਰ ਮੇਰੇ ਕਿਸੇ ਮਿੱਤਰ ਨੇ ਆਪਣਾ ਖਾਲਸਾ ਫਤਿਹਨਾਮਾ ਇੱਕ ਮੈਗਜ਼ੀਨ ਛਪਦਾ ਅੰਮ੍ਰਿਤਸਰ ਸਾਹਿਬ ਤੋਂ, ਉਹਦੇ ਕੋਲੇ ਭੇਜਤਾ। ਉਹਨੇ ਮੈਨੂੰ ਫੋਨ ਕਰਿਆ, ਕਹਿੰਦਾ ਜੀ ਤੁਸੀਂ ਮੈਨੂੰ ਆਰਟੀਕਲ ਭੇਜਿਆ। ਮੈਂ ਕਿਹਾ ਵੀ ਤੁਸੀਂ ਕੌਣ ਬੋਲਦੇ ਹੋ? ਕਹਿੰਦਾ ਫਲਾਣਾ ਬੋਲਦਾ। ਮੈਂ ਤਾਂ ਨਹੀਂ ਭੇਜਿਆ। ਕਹਿੰਦੇ ਆਹ ਨਾਂ ਤੇ ਆਹ ਸਰਲੇਖ ਤੇ ਆਇਆ ਹੋਇਆ। ਮੈਂ ਕਿਹਾ ਵੀ ਠੀਕ ਹੈ, ਲਿਖਿਆ ਤਾਂ ਮੈਂ ਹੀ ਹੈ। ਚਲੋ ਮੇਰੇ ਕਿਸੇ ਮਿੱਤਰ ਦੋਸਤ ਨੇ ਭੇਜਤਾ, ਹੁਣ ਤੁਸੀਂ ਦੱਸੋ ਕੀ ਚਾਹੁੰਦੇ ਹੋ? ਕਹਿੰਦੇ ਅਸੀਂ ਇਹਨੂੰ ਛਾਪਣਾ ਚਾਹੁੰਦੇ ਹਾਂ। ਮੈਂ ਵੀ ਤੁਹਾਡੇ ਮੈਗਜ਼ੀਨ ਦੇ ਮਿਆਰ ਦੇ ਵਿੱਚ ਆਉਂਦਾ ਹੈ ਤਾਂ ਛਾਪ ਦਿਓ। ਉਹ ਕਹਿੰਦੇ ਅਸੀਂ ਇਹਦੇ ਵਿੱਚ ਕੁਝ ਕੱਟਣਾ ਚਾਹੁੰਦੇ ਹਾਂ। ਮੇਰਾ ਵੀ ਦਿਮਾਗ ਉਦੋਂ ਹੀ ਘੁੰਮਿਆ। ਮੈਂ ਵੀ ਇਹ ਵੀ ਉਹੀ 4 ਲਾਈਨਾਂ ਕੱਟੂ। ਮੈਂ ਉਹਨੂੰ ਕਿਹਾ, ਮੈਂ ਵੀ ਤੂੰ ਐਂ ਕਰ ਵੀ ਮੈਂ ਇਹ ਭੇਜਿਆ ਸੀ ਅਖਬਾਰ ਵਾਸਤੇ, ਅਖਬਾਰ ਨੇ ਕਿਸੇ ਨੇ ਛਾਪਿਆ ਨਹੀਂ। ਹੁਣ ਇਹ ਮੈਗਜ਼ੀਨ ਦਾ ਮਿਆਰ ਇਹਦਾ ਇਸ ਪੇਜ ਪਹਿਰੇ ਤੋਂ ਲੈ ਕੇ ਪਿਛਲਾ ਜਿੰਨਾ ਹਿੱਸਾ ਸਾਰਾ ਕੱਟ ਦੇ, ਉਹ ਤੇਰੇ ਮੈਗਜ਼ੀਨ ਦੇ ਮਿਆਰ 'ਚ ਨਹੀਂ ਆਉਣਾ। ਕਹਿੰਦਾ ਮੈਂ ਵੀ ਇਹੀ ਕੱਟਣਾ, ਮੈਂ ਹੋਰ ਤਾਂ ਨਹੀਂ ਕੁਛ ਕੱਟਣਾ। ਕਹਿੰਦਾ ਨਾ। ਮੈਂ ਫਿਰ ਇਹ ਕੱਟ ਦੇ ਬਾਕੀ ਦਾ ਹਿੱਸਾ। ਪਹਿਲਾਂ ਮੈਨੂੰ ਐਸੀ ਵੀ ਉਹ ਵੀ ਆਹੀ 4 ਲਾਈਨਾਂ ਕਟਾਊਗਾ। ਉਹਨੇ ਛਾਪਤਾ। ਅੱਛਾ। ਛਾਪਿਆ। ਫਿਰ ਮੇਰੇ ਕੋਲ ਕਈ ਮੈਗਜ਼ੀਨਾਂ ਵਾਲਿਆਂ ਦੇ ਕਾਫੀਆਂ ਦੇ ਫੋਨ ਆਏ
ਕਹਿੰਦੇ ਵੀ ਤੁਸੀਂ ਸਾਨੂੰ ਆਰਟੀਕਲ ਭੇਜਿਆ ਕਰੋ, ਅਸੀਂ ਛਾਪ। ਮੈਂ ਕਿਹਾ ਯਾਰ ਮੈਂ ਤਾਂ ਖੇਤੀ ਕਰਨ ਵਾਲਾ ਬੰਦਾ, ਨਾ ਤਾਂ ਮੇਰੇ ਕੋਲ ਇੰਨਾ ਟਾਈਮ ਹੁੰਦਾ। ਕਹਿੰਦੇ ਤੁਸੀਂ ਇੰਨੀ ਜਾਣਕਾਰੀ ਕਿਵੇਂ ਰੱਖਦੇ ਹੋ? ਮੈਂ ਕਿਹਾ ਉਹ ਵੱਖਰੀ ਗੱਲ ਹੈ। ਜਾਣਕਾਰੀ ਰੱਖਣੀ ਤੇ ਖੇਤੀ ਕਰਨੀ ਇਹ ਕੋਈ ਵਿਸ਼ਾ ਅੱਡੋ ਅੱਡ ਨਹੀਂ ਹੈਗਾ। ਜਾਣਕਾਰੀ ਰੱਖਣ ਵਾਸਤੇ ਮੈਨੂੰ ਕੋਈ ਵੱਖਰੀ ਐਫਰਟ ਨਹੀਂ ਕਰਨੀ ਪੈਂਦੀ। ਸਾਡਾ ਮਾਹੌਲ ਆਲੇ ਦੁਆਲੇ ਦਾ ਸਾਰਾ ਕੁਝ ਦੱਸ ਰਿਹਾ ਸਾਨੂੰ, ਮੈਂ ਉਹੀ ਕੁਛ ਇਹਦੇ ਵਿੱਚ ਲਿਖਿਆ। ਬਿਲਕੁਲ ਬਿਲਕੁਲ। ਚਲੋ ਮੈਂ 4-5 ਆਰਟੀਕਲ ਉਹਨਾਂ ਨੂੰ ਦਿੱਤੇ, ਉਹਨਾਂ ਨੇ ਛਾਪੇ ਲਗਾਤਾਰ। ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਮੇਰਾ ਆਰਟੀਕਲ ਛਾਪਿਆ ਨਹੀਂ। ਉਹ ਥੋੜ੍ਹਾ ਜਿਹਾ ਆ ਗਿਆ ਫਿਰ ਰਾਜਨੀਤੀ 'ਤੇ। ਅੱਛਾ। ਉਹ ਰਾਜਨੀਤੀ 'ਤੇ ਆਇਆ, ਮੈਂ ਉਹਨਾਂ ਨੂੰ ਕਿਹਾ, ਲਿਖਿਆ ਸੀ ਉਹਦੇ ਵਿੱਚ, ਸਾਡੇ ਸਿੱਖ ਲੀਡਰ ਅੱਜ ਤੱਕ ਕਹਿੰਦੇ ਨੇ ਵੀ ਅਸੀਂ ਸੰਵਿਧਾਨ 'ਤੇ ਦਸਤਖਤ ਨਹੀਂ ਕੀਤੇ, ਜਦੋਂ ਕਿ ਸਾਰੇ ਲੀਡਰਾਂ ਦੇ ਸੰਵਿਧਾਨ ਕਨਸਟੀਟਿਊਸ਼ਨ 'ਤੇ ਦਸਤਖਤ ਹੋਏ ਹੋਏ ਨੇ। ਮੈਂ ਉਹਨਾਂ ਨੂੰ ਲਿਖ ਕੇ ਭੇਜਤਾ, ਉਹਨਾਂ ਨੇ ਛਾਪਿਆ ਨਾ। ਉਹ ਮੈਨੂੰ ਕਹਿੰਦੇ ਜੀ ਸਾਨੂੰ ਆ ਸਮੱਸਿਆ ਖੜੀ ਹੋ ਗਈ ਵੀ ਸਾਰੇ ਲੀਡਰ ਦਾ ਕਹਿੰਦੇ ਅਸੀਂ ਕਰੇ ਨਹੀਂ, ਤੁਸੀਂ ਕਹਿੰਦੇ ਹੋ ਵੀ ਸੰਵਿਧਾਨ 'ਤੇ ਸਾਈਨ ਹੋਏ ਹੋਏ ਨੇ ਇਹਨਾਂ ਦੇ। ਮੈਂ ਕਿਹਾ ਯਾਰ ਮੇਰੇ ਕੋਲ ਤੁਹਾਡਾ ਫ਼ੋਨ ਨੰਬਰ ਸੀਗਾ, ਐਡਰੈਸ ਸੀ, ਸਾਰਾ ਕੁਝ ਸੀਗਾ, ਤੁਸੀਂ ਮੈਨੂੰ ਫ਼ੋਨ ਕਰਦੇ ਮੈਂ ਤੁਹਾਨੂੰ ਸਾਈਨ ਭੇਜ ਦਿੰਦਾ ਇਹਨਾਂ ਦੇ। ਕਹਿੰਦੇ ਤੁਹਾਡੇ ਕੋਲ ਸਾਈਨ ਪਏ ਨੇ? ਮੈਂ ਪਏ ਨੇ, ਮੈਂ ਕਾਪੀ ਭੇਜ ਦਿੰਦਾ ਤੁਹਾਨੂੰ। ਕਹਿੰਦੇ ਭੇਜ ਦਿਓ, ਅਸੀਂ ਛਾਪ ਦਿਆਂਗੇ। ਮੈਂ ਹੁਣ ਨਹੀਂ ਭੇਜਦਾ, ਹੁਣ ਅਸੀਂ ਨੈੱਟ 'ਤੇ ਪਾਵਾਂਗੇ। ਅਸੀਂ ਉਹ ਨੈੱਟ 'ਤੇ ਚਾੜਿਆ ਉਦੋਂ। ਅੱਛਾ, ਬਿਲਕੁਲ। ਇਹ ਵਾਕਈ ਬਾਪੂ ਇਹ ਤਾਂ ਗੱਲ ਹੈਗੀ ਆ ਕਿ ਇਸ ਕਰਕੇ ਚਲੋ ਆਪਣੀ ਗੱਲ ਵਿੱਚ ਆਲਿਆ ਵੀ ਅਸੀਂ ਇੱਕ ਤਾਂ ਇਹ ਸਾਡਾ ਮਸਲਾ ਹੱਲ ਹੋ ਸਕਦਾ ਹੈ ਵੀ ਅਸੀਂ ਯੂ ਟਰਨ ਲੈ ਲਈਏ, ਸਰਕਾਰਾਂ ਵੀ ਵਧੀਆ ਢੰਗ ਨਾਲ ਚੁਣੀਏ ਤੇ ਜਿਹੜੀਆਂ ਸਾਡੀ ਮਦਦ ਕਰਨ ਐਕਸਪੋਰਟ ਕਰਨ ਦੇ ਵਿੱਚ। ਵਾਹਗਾ ਬਾਰਡਰ ਖੁੱਲ੍ਹ ਜੇ। ਰੌਲਾ ਵਾਹਗਾ ਬਾਰਡਰ ਦਾ ਹੀ ਹੈ, ਜਿਹੜਾ ਜੰਮੂ ਕਟੜਾ ਐਕਸਪ੍ਰੈਸ ਵੇ ਬਣ ਰਿਹਾ ਹੈ, ਇਹ ਖੁੱਲ੍ਹਣਾ ਇੱਧਰ ਨੂੰ ਏਰੀਆ ਇਹ, ਪਰ ਖੁੱਲੂ ਉਦੋਂ ਜਦੋਂ ਉਹਨਾਂ ਕੋਲੇ ਬਾਗੀ ਜ਼ਮੀਨ। ਅਸੀਂ ਉਹ ਮੰਗ ਨਹੀਂ ਕਰ ਰਹੇ ਹਾਲੇ ਤੱਕ, ਇਹ ਤਾਂ MSP ਤੱਕ ਹੀ ਸੀਮਤ ਆ। ਸਹੀ ਗੱਲ ਹੈ। ਇੱਧਰੋਂ ਖੁੱਲੇ ਜੇ ਸਾਰੇ ਯੂਰਪ ਨਾਲ ਜੁੜ ਜਾਾਂਗੇ, ਯੂਰਪ ਨਾਲ ਜੁੜਦੇ ਹਾਂ ਅਸੀਂ। ਉੱਧਰ ਕੀ ਹੁੰਦਾ ਹੈ? ਪਾਕਿਸਤਾਨ ਤੋਂ ਅੱਗੇ ਜਾ ਕੇ ਕੁਝ ਵੀ ਨਹੀਂ ਹੁੰਦਾ। ਗਰਮ ਏਰੀਆ, ਖੁਸ਼ਕ ਏਰੀਆ, ਤੇ ਸਾਰਾ ਸਾਡਾ ਸਮਾਨ ਮਹਿੰਗੇ ਭਾਅ ਵਿਕਣਾ। ਉਹ ਤੇ ਕੋਈ ਕਿਸਾਨ ਯੂਨੀਅਨ ਵੀ ਮੰਗ ਨਹੀਂ ਕਰ ਰਹੀ। ਕਿਸਾਨ ਯੂਨੀਅਨ ਤਾਂ ਅਸਲ ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਵੀ ਸਾਡੀ ਕਿਸਾਨ ਯੂਨੀਅਨ ਨੇ, ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਕਿਸਾਨ ਪੱਖੀ ਮੰਗ ਕੋਈ ਰੱਖੀ ਹੋ ਨਹੀਂ। ਅੱਛਾ, ਕਿਵੇਂ? ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ ਵੀ ਅਸੀਂ MSP ਤੇ ਅੱਜ ਵੀ ਰੌਲਾ ਪਾ ਰਹੇ ਹਾਂ। ਹਾਂ ਵੀ ਸਾਨੂੰ ਰੇਟ ਦੇ ਦਿਓ। ਅਸੀਂ ਕਣਕ ਦਾ ਤੇ ਝੋਨੇ ਦਾ 2 ਚੀਜ਼ਾਂ ਦਾ ਰੇਟ ਮੰਗਦੇ ਹਾਂ, ਬਾਕੀ ਦਾ ਸਾਰਾ ਕੁਝ ਉਹਨਾਂ ਕੋਲੇ ਹੈ ਨਾ। ਬਿਲਕੁਲ ਸਹੀ ਗੱਲ ਹੈ। 93 ਰੁਪਏ ਤੇਲ ਹੋ ਗਿਆ, ਅਗਲਾ 103 ਕਰ ਦੂ, ਸਾਡਾ ਤਾਂ ਸਾਰੇ ਕੁਝ ਨਿਕਲ ਗਿਆ ਜੇ ਰੇਟ ਦੇ ਵੀ ਦੇਣਗੇ ਸਾਨੂੰ। MSP ਤਾਂ ਇੱਕ ਤਰੀਕੇ ਨਾਲ ਆਪਣੇ ਤੇ ਦੁਬਾਰੇ ਫੇਰ ਖੋਲੀ ਉਹਨਾਂ ਨੇ। ਸਾਨੂੰ MSP ਦੀ ਲੋੜ ਹੀ ਨਹੀਂ, ਮੇਰੀ MSP ਮੇਰੀ ਜੇਬ 'ਚ ਹੈ। ਅੱਛਾ, ਹਾਂ ਬਿਲਕੁਲ ਸਹੀ ਗੱਲ ਹੈ। ਤੁਸੀਂ ਆਪ ਦੇ ਤਰੀਕੇ ਨਾਲ ਆਪ ਦਾ ਭਾਅ ਤੈਅ ਕਰਦੇ ਹੋ। ਤਰੀਕੇ ਨਾਲ ਆਪਣਾ ਭਾਅ ਤੈਅ ਕਰਦੇ ਹਾਂ। ਅਸੀਂ ਇਹ ਵੀ ਨਹੀਂ ਹੈਗਾ ਵੀ ਅਸੀਂ ਕਿਸੇ ਦੇ ਕੱਪੜੇ ਵੀ ਉਤਾਰ ਲਈਏ, ਨਹੀਂ, ਅਸੀਂ ਉਹ ਵੀ ਦੇਖਣਾ ਵੀ ਇਹਨੂੰ ਵੀ ਵਾਜਬ ਲੱਗੇ। ਮੈਂ ਉਸ ਹਿਸਾਬ ਨਾਲ ਆਪਣਾ ਸਮਾਨ ਵੇਚਦਾ ਵੀ ਮੈਨੂੰ ਮੇਰੀ ਸੰਤੁਸ਼ਟੀ ਹੋ ਜੇ ਪੈਸੇ ਨਾਲ, ਮੇਰੇ ਕਸਟਮਰ ਦੀ ਸੰਤੁਸ਼ਟੀ ਹੋ ਜੇ ਮੇਰੀ ਚੀਜ਼ ਨਾਲ, ਸਮਾਨ ਨਾਲ। ਹਾਂ, ਉਹਨੂੰ ਇਹ ਨਾ ਲੱਗੇ ਵੀ ਇਹ ਮੈਨੂੰ ਇਹਨੇ ਮਹਿੰਗਾ ਦਿੱਤਾ, ਕੁਆਲਿਟੀ ਦੇ ਹਿਸਾਬ ਨਾਲ। ਬਿਲਕੁਲ। ਊਂ ਤਾਂ ਸਾਡਾ ਮਹਿੰਗਾ ਲੱਗਦਾ ਲੋਕਾਂ ਨੂੰ, ਜਿਵੇਂ ਮੇਰੀ ਥਾਲੀ ਪਹਿਲਾਂ ਕਈ ਬੰਦਿਆਂ ਨੂੰ ਮਹਿੰਗੀ ਲੱਗੀ। ਅੱਛਾ। ਫਿਰ ਇੱਕ ਦਿਨ ਕਿਤੇ ਗੱਲ ਚੱਲ ਰਹੀ ਸੀ, ਕਸਟਮਰ ਨੇ ਕਿਹਾ, ਕਹਿੰਦਾ ਦੇਖੋ ਜਦੋਂ ਮੈਂ ਰੇਟ ਪੁੱਛਿਆ ਆ ਕੇ ਗੁਰਮੇਲ ਸਿੰਘ ਨੂੰ 250 ਰੁਪਏ, ਕਹਿੰਦਾ ਮੈਨੂੰ ਬੜਾ ਰੇਟ ਜ਼ਿਆਦਾ ਲੱਗਿਆ। ਕਹਿੰਦਾ ਮੈਂ ਕਿਹਾ ਵੀ ਹੁਣ ਆਏ ਆ ਖਾ ਕੇ ਚੱਲਾਂਗੇ। ਕਹਿੰਦਾ ਜਦੋਂ ਮੈਂ ਰੋਟੀ ਖਾਧੀ ਫਿਰ ਮੈਨੂੰ ਉਹ ਵਾਜਬ ਲੱਗਿਆ, ਕਿ ਉਹਦੇ ਵਿੱਚ ਆਈਟਮਾਂ ਵੀ ਉਨੀਆਂ ਸੀਗੀਆਂ ਤੇ ਬਾਕੀ ਟੇਸਟ ਪੱਖੋਂ ਤਾਂ ਕਹਿੰਦਾ ਹੁਣ ਅਸੀਂ ਕਹਿ ਹੀ ਨਹੀਂ ਸਕਦੇ ਵੀ ਕਿੰਨਾ ਕੁ ਵਧੀਆ ਲੱਗਿਆ ਉਹ। ਤੇ ਦੂਸਰਾ ਇੱਕ ਤਾਂ ਸਾਡੀ ਐਫਰਟ ਇਹ ਹੈ ਵੀ ਅਸੀਂ ਭਾਵੇਂ ਕੋਆਪਰੇਟਿਵ ਖੇਤੀ ਕਰੀਏ, ਮੇਨ ਸਾਨੂੰ ਉੱਥੇ ਆਉਣਾ ਪੈਣਾ। ਅਸੀਂ ਵੀ ਗਰੁੱਪ ਬਣਾ ਕੇ ਆਪਣੇ ਖੇਤੀ ਕਰਕੇ ਆਰਗੈਨਿਕ ਖੇਤੀ ਕਰੀਏ ਤੇ ਉਹਨੂੰ ਆਪ ਹੀ ਵੇਚੀਏ। ਮੰਡੀ ਇੰਡੀਆ 'ਚ ਵੀ ਬਹੁਤ ਵੱਡੀ ਹੈ। ਬਿਲਕੁਲ ਬਿਲਕੁਲ। ਬਾਹਰ ਨਾਲੋਂ ਪਹਿਲਾਂ ਇੱਥੇ ਵੇਚੋ, ਉਸ ਤੋਂ ਬਾਅਦ ਬਾਹਰ ਜਾਈਏ। ਦੂਸਰਾ ਸਾਡੀ ਸ਼੍ਰੋਮਣੀ ਕਮੇਟੀ, ਜੇ ਉਹ ਸਹੀ ਢੰਗ ਨਾਲ ਕੰਮ ਕਰੇ, ਅਸੀਂ ਉੱਥੇ ਗੁਰੂ ਵਰਸੋਏ ਬੰਦੇ ਬਹਾ ਦਈਏ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੂੰ ਕਾਬਜ਼ ਕਰ ਦਈਏ, 50% ਪੰਜਾਬ ਦਾ ਮਸਲਾ, ਪੰਜਾਬ ਦੇ ਕਿਸਾਨਾਂ ਦਾ ਮਸਲਾ ਇਕੱਲੀ ਕਮੇਟੀ ਹੱਲ ਕਰ ਸਕਦੀ ਹੈ। ਹੁਣ ਤੁਸੀਂ ਪੁੱਛੋਗੇ ਵੀ ਉਹ ਕਿਵੇਂ ਕਰ ਦੂਗੀ, ਉਹਦੇ ਹੱਥ ਪੱਲੇ ਕੀ ਹੈ? ਬਿਲਕੁਲ। ਕਬਾੜ 'ਚ ਘੀ ਖਰੀਦਦੇ ਨੇ ਬਾਹਰੋਂ, ਸਾਡੇ ਕਿਸਾਨਾਂ ਤੋਂ ਖਰੀਦਿਆ ਜਾਵੇ। ਦੁੱਧ ਕਿੰਨਾ ਜਾਂਦਾ ਗੁਰਦੁਆਰਿਆਂ 'ਚ, ਸਾਡੇ ਡੇਅਰੀ ਫਾਰਮਾਂ ਤੋਂ ਜਾਵੇ, ਕਿਸਾਨਾਂ ਦੇ ਤੋਂ ਜਿਹੜੇ ਆਰਗੈਨਿਕ ਕਰਦੇ ਨੇ। ਦਾਲਾਂ ਕਿੰਨੀਆਂ ਲੱਗਦੀਆਂ, ਜੋ ਵੀ ਜਾਣੀ ਗੁਰਦੁਆਰੇ ਦੇ ਵਿੱਚ ਬਾਹਰੋਂ ਸਮਾਨ ਉਹ ਖਰੀਦਦੇ ਨੇ, ਉਹ ਪੰਜਾਬ ਦੇ ਕਿਸਾਨਾਂ ਤੋਂ ਖਰੀਦਣ। ਨਰਮਾ ਕਪਾਹ ਵਜਾ ਕੇ ਇੱਥੇ ਇੰਡਸਟਰੀ ਕੱਪੜੇ ਦੀ ਲਾਉਣ, ਕਿੰਨੇ ਸਰੋਪੇ ਹੋਰ ਲੱਲੇ ਭੱਬੇ ਜੋ ਰਮਾਲੇ ਬਣਦੇ ਨੇ, ਇਹ ਬਣਦਾ ਉਹ ਬਣਦਾ, ਸਾਰਾ ਕੁਝ ਬਣਾ ਕੇ ਉੱਥੇ ਸਾਨੂੰ ਰੁਜ਼ਗਾਰ ਦੇਵੇ ਉਹ ਨਾਲੇ ਕਮੇਟੀ।
ਪਟਿਆਲੇ ਇੱਕ ਸਾਬਕਾ ਐਮਪੀ ਆ ਸਿੰਦਰਪਾਲ ਸਿੰਘ ਖਾਲਿਸਤਾਨੀ, ਸੁਣਿਆ ਹੋਣਾ ਤੁਸੀਂ। ਉਹਦੇ ਕੋਲੇ ਇੱਕ ਬਾਹਰੋਂ ਬੰਦੇ ਆਏ, ਉਹ ਕਹਿੰਦੇ ਵੀ ਸਾਡੇ ਕੋਲੇ 100 ਕਰੋੜ ਡਾਲਰ 84 ਤੋਂ ਬਾਅਦ ਦੀ ਗੱਲ ਹੈ ਇਹ, ਵੀ ਅਸੀਂ ਇਹਨੂੰ ਖਰਚਣਾ ਪੰਜਾਬ ਦੇ ਵਿੱਚ, ਕਿਵੇਂ ਖਰਚੀਏ। ਉਹ ਕਹਿੰਦੇ ਵੀ ਤੁਸੀਂ ਪਹਿਲਾਂ ਬਾਕੀਆਂ ਤੋਂ ਸਲਾਹ ਲਿਆਓ, ਮੇਰੇ ਕੋਲ ਬਾਅਦ 'ਚ ਆਇਓ। ਅੱਛਾ। ਉਹ ਕਹਿੰਦੇ ਜੀ ਅਸੀਂ ਬਾਕੀ ਸਾਰਿਆਂ ਕੋਲੇ ਜਾ ਆਏ, ਤੁਹਾਡੇ ਕੋਲੇ ਬਾਅਦ 'ਚ ਹੀ ਆਏ ਹਾਂ ਲਾਸਟ ਦੇ ਵਿੱਚ, ਤੁਸੀਂ ਸਲਾਹ ਦੱਸੋ ਕੀ ਕਰਨੀ ਹੈ। ਵੀ ਅਸੀਂ ਉਹ ਜਿਵੇਂ ਤੁਸੀਂ ਕਹੋਗੇ ਅਸੀਂ ਕਰਾਂਗੇ। ਉਹ ਕਹਿੰਦੇ ਵੀ ਤੁਸੀਂ 50 ਕਰੋੜ ਡਾਲਰ ਨਾਲ ਇੱਕ ਖਾਲਸਾ ਬੈਂਕ ਖੋਲ੍ਹ ਲਓ, ਉਹਦਾ ਨਾਮ ਪਹਿਲਾਂ ਰੱਖੋ ਖਾਲਿਸਤਾਨ, ਬੈਂਕ ਆਫ ਖਾਲਿਸਤਾਨ, ਨਾਂ ਮੈਂ ਰਖਾ ਦੂੰਗਾ। ਨਹੀਂ ਖਾਲਸਾ ਬੈਂਕ ਦਾ ਅਸੀਂ ਨਾਂ ਉਹਦਾ ਰਖਾ ਹੀ ਲਵਾਂਗੇ ਪੱਕਾ ਹੀ। ਉਹਦੇ ਵਿੱਚ ਅਸੀਂ ਇਹ ਜਿਹੜੇ ਸਾਡੇ ਖਾੜਕੂਆਂ ਦੇ ਪਰਿਵਾਰ ਸ਼ਹੀਦ ਹੋਏ ਨੇ, ਜਿਨ੍ਹਾਂ ਨੂੰ ਅੱਜ ਲੋੜ ਹੈ ਪੈਸੇ ਦੀ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿਓ। ਅਸੀਂ ਬਜਾਏ ਇਸ ਦੇ ਵੀ 1000 ਰੁਪਈਆ ਮਹੀਨਾ ਜਾਂ 2000 ਰੁਪਈਆ ਮਹੀਨਾ ਹੈਲਪ ਕਰੀਏ, ਉਹਨਾਂ ਨੂੰ ਆਪਣੇ ਪੈਰੀਂ ਸਿਰੀਂ ਖੜਾ ਕਰੋ। 50 ਕਰੋੜ ਨਾਲ ਅਸੀਂ ਇਹ ਜੇ ਉਹ ਬਾਕੀ ਜਿਹੜੇ ਪਰਿਵਾਰ ਬਚਦੇ ਨੇ ਉਹਨਾਂ ਨੂੰ ਦੁਕਾਨਾਂ ਖੋਲ੍ਹ ਕੇ ਦਿਓ। ਕੋਈ ਸਰੋਪੇ ਬਣਾ ਰਿਹਾ, ਕੋਈ ਕੁਛ ਬਣਾ ਰਿਹਾ, ਇਸ ਢੰਗ ਨਾਲ ਉਹਨਾਂ ਨੂੰ ਆਪਣੇ ਪੈਰੀਂ ਸਿਰੀਂ ਖੜਾ ਕਰੋ, ਆਤਮ ਨਿਰਭਰ ਬਣਾਓ, ਨਾ ਕਿ ਉਹਨਾਂ ਨੂੰ ਅਸੀਂ ਸਾਡੇ ਹੱਥਾਂ 'ਚ ਨਹੀਂ ਝਾਕਣ ਜੋਗੇ ਰੱਖੀਏ ਉਹਨਾਂ ਨੂੰ। ਬਿਲਕੁਲ। ਤੇ ਉਹ ਕੀ ਬਣਿਆ ਉਹਦਾ? ਪ੍ਰਭ ਆਸਰਾ ਟਰੱਸਟ ਬਣ ਗਿਆ। ਇੱਕ ਇੱਥੇ ਬਣ ਗਿਆ ਪਟਿਆਲੇ ਕੋਲੇ, ਡਕਾਲੇ ਕੋਲੇ ਬਣਿਆ ਇੱਕ, ਉਹਦਾ ਨਾਂ ਪਤਾ ਨਹੀਂ ਕੀ ਸੀ। ਜਾਣੀ ਉਹ ਗੈਰ ਉਪਜਾਊ ਕੰਮਾਂ 'ਚ ਉਹਨਾਂ ਨੇ ਉਹ ਪੈਸਾ ਲਾਤਾ, ਜਿਹਦਾ ਕੌਮ ਨੂੰ ਇੱਕ ਨਵੇਂ ਪੈਸੇ ਦਾ ਫਾਇਦਾ ਨਹੀਂ ਹੋਇਆ। ਹੁਣ ਸ਼੍ਰੋਮਣੀ ਕਮੇਟੀ ਇਹ ਜਿਹੇ ਕੰਮ ਕਰ ਸਕਦੀ ਹੈ। ਅਸੀਂ ਹੋਰਾਂ ਨੂੰ ਇਨਕਮ ਦਿੰਦੇ ਹਾਂ, ਅਸੀਂ ਆਪਣਾ ਗੁਰਦੁਆਰੇ ਸਾਡੇ, ਅਸੀਂ ਕਹਿੰਦੇ ਸਿੱਖਾਂ ਦੇ ਗੁਰਦੁਆਰੇ ਨੇ, ਸਿੱਖਾਂ ਤੋਂ ਉੱਥੇ ਕੁਝ ਵੀ ਨਹੀਂ ਜਾਂਦਾ, ਸਿਰਫ ਦਾਨ ਹੀ ਜਾਂਦਾ, ਉਹਦੇ ਨਾਲ ਇਲੈਕਸ਼ਨਾਂ ਲੜ ਲੈਂਦੇ ਨੇ ਲੀਡਰ। ਤੇ ਉਹ ਸਿੱਖ ਕੌਮ ਦੀ ਭਲਾਈ ਵਾਸਤੇ ਤਾਂ ਉਹ ਪੈਸਾ ਲੱਗਦਾ ਨਹੀਂ, ਨਾ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਉਹ ਪੈਸਾ ਲੱਗਦਾ। ਉਹ ਸਾਰੇ ਦਾ ਸਾਰਾ ਸਾਡਾ ਪੂਰਾ ਹੀ, ਮੈਂ ਤਾਂ ਇਹ ਸੋਚਦਾ ਹੁੰਦਾ ਵੀ ਪੰਜਾਬ ਦਾ ਅੱਜ ਜੋ ਵੀ ਪੈਸਾ ਕਿਸੇ ਵੀ ਉਸ 'ਚ ਲੱਗ ਰਿਹਾ, ਉਹ ਸਾਰਾ ਗੈਰ ਉਪਜਾਊ ਕੰਮਾਂ ਦੇ ਵਿੱਚ ਲੱਗ ਰਿਹਾ, ਨਾ ਕਿ ਉਹਦੀ ਕੋਈ ਆਊਟਪੁੱਟ ਹੈ ਨਹੀਂ। ਇਨਪੁੱਟ ਜਿੰਨੀ ਮਰਜ਼ੀ ਕਰ ਦਿਓ, ਉਹ ਡੇਰਿਆਂ ਦੇ ਰੂਪ 'ਚ ਵੀ ਹੋ ਰਹੀ ਹੈ। ਬਿਲਕੁਲ। ਸਾਡੀ ਵਿਰਾਸਤ ਵੀ ਸਾਡੇ ਰਾਹੀਂ ਉਹ ਖਤਮ ਕਰੀ ਜਾ ਰਹੀ ਹੈ। ਰਾਜਨੀਤੀ 'ਤੇ ਬੜਾ ਪੈਸਾ ਲੱਗਦਾ। ਰਾਜਨੀਤੀ ਸਾਡੀ ਸਾਰੀ ਉਹ ਗੁਰਦੁਆਰੇ ਦੀ ਗੋਲਕ ਨਾਲ ਚੱਲਦੀ ਹੈ, ਔਰ ਉਹ ਚੱਲਦੀ ਪੰਜਾਬ ਦੇ ਐਂਟੀ ਹੈ। ਪੰਜਾਬ ਪੱਖੀ ਫੈਸਲਾ ਤਾਂ ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਸਿੱਖ ਕੌਮ ਨੂੰ ਲੀਡਰ ਨਹੀਂ ਮਿਲਿਆ ਹਾਲੇ ਤੱਕ, ਜਿਹੜਾ ਕੌਮ ਦੀ ਅਗਵਾਈ ਕਰ ਸਕੇ। ਬਿਲਕੁਲ ਭਾਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਤੁਸੀਂ ਜਿਹੜੀ ਅਸਲ ਗੱਲ ਦੱਸੀ ਹੈ ਕਿ ਕਿਵੇਂ ਆਪਾਂ ਦੁਬਾਰੇ ਆਪਣੇ ਮੂਲ ਨਾਲ ਜੁੜ ਸਕਦੇ ਹਾਂ, ਕਿਉਂਕਿ ਇਹ ਇਕੱਲਾ ਕਿਸਾਨ ਹੀ ਨਹੀਂ ਜੁੜ ਸਕਦਾ, ਵੀ ਇਕੱਲਾ ਬੰਦਾ ਇਸ ਪੰਜਾਬ ਨੂੰ ਫੇਰ ਮੁੜ ਉਸ ਰਾਹ 'ਤੇ ਲੈ ਆਊਗਾ। ਸਾਰਿਆਂ ਨੂੰ ਕਰਨਾ ਪਊ, ਖਾਸ ਕਰਕੇ ਸਰਕਾਰਾਂ ਨੂੰ ਵੀ ਕਰਨਾ ਪਊਗਾ। ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਦੋਸਤੋ, ਬਹੁਤ ਬਹੁਤ ਧੰਨਵਾਦ ਤੁਹਾਡੀ ਗੱਲਬਾਤ ਸੁਣਨ ਲਈ। ਅਸੀਂ ਅੱਜ ਗੁਰਮੇਲ ਸਿੰਘ ਹੁਣਾਂ ਕੋਲੇ ਆਏ ਸੀ ਕਿਉਂਕਿ ਇਹਨਾਂ ਨੇ ਕੁਦਰਤੀ ਖੇਤੀ ਪਿਛਲੇ 15-16 ਸਾਲਾਂ ਤੋਂ ਸ਼ੁਰੂ ਕੀਤੀ ਹੈ, ਤੇ ਨਾਲ ਦੀ ਨਾਲ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਇਹਨਾਂ ਨੇ ਅੰਤ ਦੇ ਵਿੱਚ ਕਹੀ ਕਿ ਕਿਵੇਂ ਇਹ ਸਾਰੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ, ਕਿਉਂਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਦੁਬਾਰੇ ਫੇਰ ਇਹਨਾਂ ਖਾਦਾਂ ਤੋਂ, ਰਸਾਇਣਾਂ ਤੋਂ ਦੂਰ ਜਾਣਾ ਪਊਗਾ। ਇਸ ਦੇ ਵਿੱਚ ਇਕੱਲਾ ਕਿਸਾਨ ਹੀ ਨਹੀਂ ਹੈ, ਰਾਜਨੀਤਿਕ ਪੱਧਰ 'ਤੇ ਵੀ ਸਾਰੇ ਜਿਹੜੇ ਲੋਕ ਹੈ ਉਸ ਨੂੰ ਆਪਣਾ ਹਿੱਸਾ ਪਾਉਣਾ ਪਊਗਾ, ਤਾਂ ਹੀ ਪੰਜਾਬ ਜਿਹੜਾ ਹੈ ਉਹ ਆਪਾਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਮੁੜ ਸੁਰਜੀਤ ਹੋ ਸਕਦਾ ਹੈ। ਜਿੱਦਾਂ ਪਹਿਲਾਂ ਆਪਣਾ ਪੰਜਾਬ ਹੁੰਦਾ ਸੀ ਉਹੋ ਜਿਹਾ ਪੰਜਾਬ ਹੋ ਸਕਦਾ ਹੈ। ਧੰਨਵਾਦ।